ਸਤਿ ਸ਼੍ਰੀ ਅਕਾਲ ਜੀ। ਫੇਸਬੁੱਕ ਚਰਚਾ ਤੇ ਜੁੜੇ ਸਾਡੇ ਸਾਰੇ ਹੀ ਸਾਥੀਆਂ ਦਾ ਸਵਾਗਤ ਹੈਗਾ। ਧੰਨਵਾਦ ਹੈਗਾ ਕਿ ਤੁਸੀਂ ਸਾਡੇ ਨਾਲ ਅੱਜ ਜੁੜ ਰਹੇ ਹੋ। ਸੋ ਜਿੰਨੇ ਵੀ ਸਾਥੀ ਸਾਡੇ ਨਾਲ ਜੁੜਦੇ ਜਾ ਰਹੇ ਆ ਉਹਨਾਂ ਨੂੰ ਇੱਕ ਰਿਕੁਐਸਟ ਹੈਗੀ ਹੈ ਕਿ ਸਾਡੇ ਜਿਹੜਾ ਇਹ ਪੇਜ ਹੈਗਾ ਇਹਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ, ਤਾਂ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਆਪਾਂ ਵੱਧ ਤੋਂ ਵੱਧ ਦੋਸਤਾਂ ਸੱਜਣਾ ਮਿੱਤਰਾਂ ਤੱਕ ਪਹੁੰਚਾ ਸਕੀਏ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ, ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੈਗੇ ਆ ਚਰਨਜੀਤ ਸਿੰਘ ਗਰੇਵਾਲ ਜੀ, ਸਾਡੇ ਨਾਲ ਅਮਰਜੀਤ ਸਿੰਘ ਵੀਰ ਜੀ ਹੈਗੇ ਆ, ਤੇ ਮੇਰਾ ਨਾਮ ਹੈਗਾ ਵਰਿੰਦਰ ਸਿੰਘ। ਤਾਂ ਆਪਾਂ ਜਿਹੜੀ ਅੱਜ ਚਰਚਾ ਕਰਾਂਗੇ ਉਹ ਚਰਚਾ ਰਹੂਗੀ ਆਪਣੇ ਕਿਸਾਨੀ ਅੰਦੋਲਨ ਦੀ, ਕਿਉਂਕਿ ਜੇਕਰ ਆਪਾਂ ਗੱਲ ਕਰੀਏ ਮੁੱਦਿਆਂ ਦੀ ਤਾਂ ਇਸ ਟਾਈਮ ਆਪਣੇ ਵਾਸਤੇ, ਪੰਜਾਬੀਆਂ ਵਾਸਤੇ ਜਿਹੜਾ ਕਿਸਾਨੀ ਅੰਦੋਲਨ ਹੈ ਇਸ ਤੋਂ ਵੱਡਾ ਕੋਈ ਹੋਰ ਮੁੱਦਾ ਹੈ ਨਹੀਂਗਾ। ਸੋ ਕੱਲ ਜਿਹੜੀ ਇੱਕ ਮੀਟਿੰਗ ਹੋਈ ਸੀ, ਕੱਲ ਜਿਹੜੀ ਇੱਕ ਹੀਅਰਿੰਗ ਸੀਗੀ ਸੁਪਰੀਮ ਕੋਰਟ ਦੇ ਵਿੱਚ, ਸੋ ਆਪਣੀ ਜਿਹੜੀ ਚਰਚਾ ਦਾ ਫੋਕਸ ਰਹੂਗਾ ਉਹ ਜਿਹੜੀ ਹੀਅਰਿੰਗ ਤੇ ਰਹੂਗਾ ਕਿ ਉੱਥੇ ਕੀ ਕੁਝ ਹੋਇਆ ਤੇ ਉਹਦੇ ਮਾਇਨੇ ਕੀ ਨਿਕਲਦੇ ਨੇ, ਤੇ ਜਿਹੜਾ ਸੁਪਰੀਮ ਕੋਰਟ ਆ ਕਿੱਧਰ ਨੂੰ ਇਸ ਕਹਾਣੀ ਨੂੰ ਲੈ ਕੇ ਜਾ ਸਕਦਾ, ਤੇ ਉਹਦੇ ਨਾਲ ਆਪਣਾ ਫਾਇਦਾ ਕੀ ਹੋ ਸਕਦਾ, ਨੁਕਸਾਨ ਕੀ ਹੋ ਸਕਦਾ ਜਿਹੜਾ ਕਿਸਾਨੀ ਅੰਦੋਲਨ ਦਾ। ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਚਰਨਜੀਤ ਵੀਰ ਜੀ ਦਾ ਤੇ ਅਮਰਜੀਤ ਵੀਰ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਰਨਜੀਤ ਗਰੇਵਾਲ, ਮੇਰਾ ਪਿੰਡ ਮਹਿਮਦ ਸਿੰਘ ਵਾਲਾ। ਸਾਰੇ ਜਿੰਨੇ ਵੀ ਸਾਡੇ ਦੋਸਤ ਮਿੱਤਰ ਸਰੋਤੇ ਸੁਣ ਰਹੇ ਸਾਨੂੰ, ਸਾਡਾ ਹੌਸਲਾ ਵਧਾ ਰਹੇ ਨੇ, ਤੇ ਵੱਧ ਤੋਂ ਵੱਧ ਸ਼ੇਅਰ ਕਰਨ ਪਲੀਜ਼, ਜਿਹਦੇ ਨਾਲ ਕਿ ਅਸੀਂ ਫਿਊਚਰ ਦੇ ਵਿੱਚ ਇਸ ਤਰ੍ਹਾਂ ਪ੍ਰੋਗਰਾਮ ਦਿੰਦੇ ਰਹੀਏ। ਅੱਗੇ ਜਾਣ ਤੋਂ ਪਹਿਲਾਂ ਅੱਜ ਦਾ ਦਿਨ ਮੈਂ ਕਾਰ ਡਰਾਈਵ ਕਰ ਰਿਹਾ ਸੀ ਤੇ ਉੱਥੇ ਮੈਂ ਰੇਡੀਓ ਸੁਣਦਾ ਸੀ, ਤੇ ਰੇਡੀਓ ਦੇ ਉੱਤੇ ਇੱਕ ਸ਼ਖਸ ਦਾ ਨਾਮ ਆਇਆ ਜਿਹਦਾ ਨਾਮ ਸੀ ਮੇਵਾ ਸਿੰਘ ਲੋਪੋ। ਪਿੰਡ ਉਹਨਾਂ ਦਾ ਲੋਪੋ ਸੀ। ਕੈਨੇਡਾ ਦੇ ਵਿੱਚ ਉਹ 1906 ਦੇ ਵਿੱਚ ਆਏ ਸੀ, ਜਿਨ੍ਹਾਂ ਨੇ ਕਿ ਪਹਿਲਾ ਫਾਂਸੀ ਦਾ ਫੰਦਾ ਹੱਥ ਦੇ ਵਿੱਚ, ਗਲ ਦੇ ਵਿੱਚ ਚੁੰਮ ਕੇ ਪਾਇਆ ਸੀ, ਸ਼ਹਾਦਤ ਦਿੱਤੀ ਸੀ ਫਰੀਡਮ ਫਾਈਟਰ ਵਾਸਤੇ। ਉਹਨਾਂ ਦਾ ਅੱਜ ਇਹ ਦਿਨ ਆ, ਤੇ ਅਸੀਂ ਉਹਨਾਂ ਨੂੰ, ਉਸ ਦੇ ਯੋਧਿਆਂ ਨੂੰ ਸਲਾਮ ਕਰਦੇ ਹਾਂ। ਸਾਡੇ ਬਜ਼ੁਰਗ ਸੀ ਉਹ, ਉਹਨਾਂ ਨੇ ਬਦਲਾ ਲਿਆ ਸੀ ਜਿੱਕਣ ਜਨਰਲ ਡਾਇਰ ਦਾ ਊਧਮ ਸਿੰਘ ਨੇ ਲੰਡਨ ਆ ਕੇ ਲਿਆ ਸੀ। ਉਹਨਾਂ ਨੇ ਵੀ ਇਹੋ ਜਿਹੀ ਹਰਕਤ ਕੀਤੀ ਕਿ ਵੈਨਕੂ BC ਦੇ ਵਿੱਚ ਗੁਰਦੁਆਰੇ ਸਾਹਿਬ, ਇੱਕ ਮੈਂ ਬਹੁਤੀ ਲੰਬੀ ਸਟੋਰੀ ਨਹੀਂ ਦੱਸਣੀ ਚਾਹੁੰਦਾ ਕਿਉਂਕਿ ਸਾਡਾ ਜਿਹੜਾ ਮੁੱਦੇ ਅੱਜ ਹੋਰ ਨੇ, ਸਿਰਫ ਉਹਨਾਂ ਸ਼ਹਾਦਤਾਂ, ਉਹਨਾਂ ਯੋਧਿਆਂ ਦੀ ਤੁਹਾਨੂੰ ਮੈਂ ਦਿਨ ਦੱਸ ਰਿਹਾ ਹੈ। ਅੱਜ ਦਾ ਦਿਨ ਆ 11 ਜਨਵਰੀ 1915 ਦਾ। ਮੇਵਾ ਸਿੰਘ ਉਹਦਾ ਨਾਮ ਸੀ, ਲੋਪੋ ਪਿੰਡ ਤੋਂ ਸੀ, ਜਿਨ੍ਹਾਂ ਨੇ ਇੱਕ ਗੁਰਦੁਆਰਾ ਸਾਹਿਬ ਸੀ ਆਪਣੇ ਵੈਨਕੂਵਰ ਦੇ ਵਿੱਚ BC ਦੇ ਵਿੱਚ। ਉੱਥੇ ਅਰਦਾਸ ਵੇਲੇ ਇੱਕ ਮਿਸਟਰ ਹੋਪਕਿੰਸ, ਵਿਲੀਅਮ ਹੋਪਕਿੰਸ ਤੇ ਇੱਕ ਮਿਸਟਰ ਰੀਡ, ਉਹਨਾਂ ਨੇ ਉੱਥੇ ਗੋਲੀਆਂ ਚਲਾਤੀਆਂ, ਸਿਰਫ ਕਿਉਂਕਿ ਉਹ ਸਾਡੇ ਉੱਥੇ ਬਜ਼ੁਰਗ ਜਿਹੜੇ ਖੜੇ ਸੀ ਉਹ ਕਾਮਾ ਕਾਟੂਮਾਰ ਦੇ ਨਾਲ ਸੰਬੰਧਿਤ ਕਰਦੇ ਸੀ ਤੇ ਉਸ ਸ਼ਿਪ ਦੀ ਮਦਦ ਕਰ ਰਹੇ ਸੀ। ਚਲੋ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਮੇਵਾ ਸਿੰਘ ਜੀ ਉੱਥੇ ਹਾਜ਼ਰ ਸੀ, ਤੇ ਉਹਨਾਂ ਨੇ ਫਿਰ ਉਸ ਵਿਲੀਅਮ ਨੂੰ ਕੋਰਟ ਦੇ ਵਿੱਚ ਜਾਣ ਤੇ ਜਦੋਂ ਅਗਵਾਈ ਤੇ ਜਾ ਰਿਹਾ ਸੀ, ਤੇ ਉੱਥੇ ਉਹਨਾਂ ਨੂੰ ਗੋਲੀ ਮਾਰ ਕੇ ਸ਼ਹਾਦਤ ਉਹਨਾਂ ਦਾ ਬਦਲਾ ਲਿਆ ਸੀ। ਉਹਨਾਂ ਯੋਧਿਆਂ ਨੂੰ ਸਲਾਮ ਜੀ ਸਾਡੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਲਾਮ ਬਣਦੀ ਜੀ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ ਔਰ ਸਾਨੂੰ ਇਸ ਰਸਤੇ ਦੇ ਵੱਲ ਚੱਲਣ ਲਈ ਦੱਸਿਆ ਤੇ ਉਤਸ਼ਾਹਿਤ ਕੀਤਾ। ਅੱਜ ਉਸੇ ਲੀਹ ਦੇ ਉੱਤੇ ਅੱਜ ਆਪਣੇ ਵੀਰ, ਆਪਣੇ ਭਰਾ, ਆਪਣੇ ਬਜ਼ੁਰਗ ਚੱਲ ਰਹੇ ਆ, ਜਿਹੜਾ ਕਿ ਅੱਜ ਇਹ ਅੰਦੋਲਨ ਚੱਲ ਰਿਹਾ ਜੀ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਇਹੋ ਇੱਕ ਬਹੁਤ ਅਹਿਮ ਖਬਰ ਨੂੰ ਸ਼ੇਅਰ ਕਰਨ ਦਾ ਜੀ। ਹਾਂਜੀ, ਉਹ ਜਿਹੜੀ ਜਿੱਥੇ ਉਹਨਾਂ ਨੂੰ ਫਾਂਸੀ ਦਾ ਦਿੱਤੀ ਗਈ ਸੀ ਜਾਂ ਉੱਥੇ ਹੁਕਮ ਸੁਣਾਇਆ ਸੀ ਕੋਰਟ, ਅੱਜ ਉਹ ਵੈਨਕੂਵਰ ਦੇ ਵਿੱਚ ਜਗ੍ਹਾ ਹੈਗੀ ਆ। ਉਹ ਆਪਾਂ ਫਿਰ ਕਦੇ ਆਪਾਂ ਗੱਲ ਕਰਾਂਗੇ ਉਸ ਚੀਜ਼ ਦੀ। ਹਾਂਜੀ, ਥੈਂਕ ਯੂ ਤੁਹਾਡਾ ਸੁਣਦਾ ਮੈਨੂੰ। ਤੇ ਹੁਣ ਆਪਾਂ ਗਾਹਾਂ ਚੱਲੀਏ। ਸਾਡੇ ਕਿਸਾਨ ਵੀ ਜਿਹੜੇ ਦਿੱਲੀ ਬੈਠੇ ਨੇ, ਆਲੇ ਦੁਆਲੇ ਸਾਰਿਆਂ ਨੂੰ ਘੇਰੀ ਬੈਠੇ ਨੇ, ਉਹਨਾਂ ਦੀ ਅਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਆ? ਪਹਿਲੀ ਤਾਂ ਇਹ ਗੱਲ, ਕਿਉਂਕਿ ਮਦਦ ਕਰਨੀ ਬਹੁਤ ਜ਼ਰੂਰੀ ਆ। ਆਪਦੇ ਪਿੰਡਾਂ ਦੇ ਵਿੱਚ ਕਹੋ, ਤੇ ਉਹਨਾਂ ਦਾ ਸਾਡੇ ਨਾਲ ਉਹਨਾਂ ਦਾ ਕੀ ਤਾਲੁਕਾਤ ਆ? ਤਾਲੁਕਾਤ ਇਹ ਆ ਕਿ ਅਗਰ ਅਸੀਂ ਕਿਸਾਨ ਆ, ਸਾਰੇ ਕਿਸਾਨ, ਇੱਕ ਇਹ ਨਹੀਂ ਕਿ ਜਿਹੜਾ ਜ਼ਮੀਨ ਆ ਉਹਦੇ ਕੋਲ ਉਹੀ ਕਿਸਾਨ ਨਹੀਂ। ਕਿਸਾਨ ਦੇ ਨਾਲ ਹੋਰ ਵੀ ਇੱਕ ਵੱਡਾ ਵਪਾਰੀ ਹੁੰਦਾ, ਫਿਰ ਉਹਦੇ ਨਾਲ ਛੋਟੇ ਵਪਾਰੀ ਹੁੰਦੇ ਨੇ, ਉਹਦੇ ਨਾਲ ਹੋਰ ਬੰਦੇ ਲੱਗੇ ਹੁੰਦੇ ਨੇ।
ਉਹਦੇ ਪਹਿਲੀ ਤਾਂ ਗੱਲ ਜਿਹੜੀ ਪੰਜਾਬ ਇੰਡੀਆ ਦੀ ਆ 65-70% ਲੋਕੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਲੱਗੇ ਹੋਏ ਨੇ। ਉਹਨਾਂ ਦੀ ਜਿਹੜੀ ਇਨਕਮ ਆ ਉਹ ਕਿਸਾਨਾਂ ਦੇ ਨਾਲ ਆਈ ਹੋਈ ਆ। ਜੋ ਵੀ ਆ ਉਹਨਾਂ ਦੀ ਥੋੜੀ ਮੋਟੀ ਰੋਟੀ ਜਿਹੜੀ ਬਣਦੀ ਆ, ਇੱਕ ਤਾਂ ਹੈ ਸਾਡਾ ਇੰਡੀਆ ਹੀ ਗਰੀਬ ਕੰਟਰੀ ਆ ਬਹੁਤ ਵਿਚਾਰਾ, ਤੇ ਉਹਨੂੰ ਹੋਰ ਗਰੀਬ ਕਰਨ ਦੀ ਇਹਨਾਂ ਨੇ ਸਾਡੀਆਂ ਸਰਕਾਰਾਂ ਨੇ, ਕਿਉਂਕਿ ਇਹ ਸਰਕਾਰਾਂ ਨੇ 2-4 ਬੰਦਿਆਂ ਤੋਂ ਪੈਸੇ ਲੈ ਕੇ ਇਲੈਕਸ਼ਨ ਲੜੀਆਂ ਹੋਈਆਂ ਨੇ, ਤੇ ਹੁਣ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿੰਨੀ ਵੀ ਪੰਜਾਬ ਦੀ ਕੀ ਜਿੰਨੇ ਵੀ ਇੰਡੀਆ ਦੀ ਉਪਜਾਊ ਧਰਤੀ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਂਭ ਲਓ। ਜੇ ਇਹ ਬਿੱਲ ਤਾਂ ਬਣ ਗਏ ਨੇ, ਜੇ ਇਹ ਕਾਮਯਾਬ ਹੋ ਗਏ ਇਸ ਵਿੱਚ, ਇੰਡੀਆ ਦੇ ਵਿੱਚ 2 ਤਰ੍ਹਾਂ ਦੇ ਬੰਦੇ ਰਹਿਣਗੇ, ਇੱਕ ਲੇਬਰ ਤੇ 2-4 ਰਿਚ ਬੰਦੇ। ਲੇਬਰ ਕਿਸ ਤਰ੍ਹਾਂ? ਇੱਕ ਤਾਂ ਜਿਹੜਾ ਸਾਡਾ ਸਿਸਟਮ ਆ ਬਹੁਤ ਕਰਪਟ ਆ। ਕਰਪਟ ਹੋਣ ਦੇ ਨਾਲ ਜਿਹੜੇ ਉਹਨਾਂ ਦੀ ਜਿਹੜੇ ਕਿਸਾਨਾਂ ਦੀ ਕਿਸੇ ਨੇ ਗੱਲ ਨਹੀਂ ਸੁਣਨੀ ਹੈਗੀ। ਜਦੋਂ ਗੱਲ ਹੀ ਨਾ ਸੁਣੀ ਤਾਂ ਉਹ ਆਪੇ ਉਹਨਾਂ ਨੇ ਲੋਕਾਂ ਨੇ ਫੈਡ ਅਪ ਹੋ ਕੇ ਜ਼ਮੀਨਾਂ ਛੱਡ ਦੇਣੀਆਂ ਨੇ, ਤੇ ਜ਼ਮੀਨਾਂ ਉਹਨਾਂ ਦੇ ਹੱਥ 'ਚ ਲੈਣੀਆਂ, ਤੇ ਅਸੀਂ ਜਿਹੜੇ ਸਾਡੇ ਭਰਾ ਉੱਥੇ ਰਹਿੰਦੇ ਨੇ ਜਾਂ ਸਾਡੇ ਮਜ਼ਦੂਰ ਭਰਾ ਉੱਥੇ ਰਹਿੰਦੇ ਨੇ, ਉਹਨਾਂ ਦਾ ਸ਼ੋਸ਼ਣ ਹੋਊਗਾ। ਉਹਨਾਂ ਦਾ ਇੰਨਾ ਸ਼ੋਸ਼ਣ ਹੋਊਗਾ। ਤੇ ਮੈਂ ਐਗਜ਼ਾਮਪਲ ਦਿੰਦਾ, ਅਮਰੀਕਾ ਦੇ ਵਿੱਚ ਕੋਆਪਰੇਟਿਵ ਫਾਰਮਿੰਗ ਆ। ਇੱਥੇ ਜਿਹੜਾ ਅੱਜ ਆਪਾਂ ਅਖਰੋਟ ਕਹਿ ਦਿੰਦੇ ਆ, ਵੋਲਨਟਸ ਕਹਿ ਦਿੰਦੇ ਆ, ਉਹ ਲਾਸਟ ਈਅਰ $2 ਪਰ kg ਫਾਰਮਰ ਤੋਂ ਖਰੀਦਾ ਗਿਆ ਸੀ। ਅੱਜ ਉਹਨਾਂ ਇਹ 75 ਸੈਂਟ ਪਰ kg ਲੈ ਰਹੇ ਨੇ। ਇੱਥੇ ਦੇਖੋ ਕਿੱਡਾ ਸਟਰਕਚਰ ਬਣਿਆ, ਇਨਫਰਾਸਟਰਕਚਰ ਬਣਿਆ ਹੋਇਆ, ਪਰ ਫਿਰ ਵੀ ਇੱਥੇ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਵਾ। ਤੇ ਜੇ ਸਾਡੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਇਹੋ ਜਿਹੇ ਉੱਤੇ ਘਰਾਣੇ, ਵੱਡੇ ਕੋਆਪਰੇਟ ਸੁਸਾਇਟੀਆਂ ਆ ਕੇ ਵੱਡੀਆਂ ਬੈਠ ਗਈਆਂ, ਵੱਡੇ ਬੰਦੇ ਬੈਠ ਗਏ, ਉੱਥੇ ਤਾਂ ਕੋਈ ਉਹਦੀ ਲਿਮਿਟ ਹੀ ਨਹੀਂ ਰਹਿਣੀ ਹੈਗੀ। ਇਹ ਚੀਜ਼ਾਂ ਅਸਲੀਅਤ ਆ ਇੱਥੋਂ ਦੀ। ਇਹ ਜਿਹੜਾ ਅਮਰੀਕਾ ਦਾ ਫਾਰਮਿੰਗ ਸਿਸਟਮ ਆ, ਇਹ ਸਿਰਫ ਤਾਂ ਚੱਲਦਾ ਕਿਉਂਕਿ ਗਵਰਨਮੈਂਟ ਉਹਦੇ ਵਿੱਚ ਸਬਸਿਡੀ ਬਹੁਤ ਕਰਦੀ ਹੈ। ਮੇਰੇ ਦੋਸਤ ਆ ਫਾਰਮਰ ਨੇ, ਮੈਂ ਉਹਨਾਂ ਨਾਲ ਗੱਲ ਕਰਕੇ ਆਇਆ, ਸਪੈਸ਼ਲੀ ਅੱਜ ਮਿਲਿਆ ਵੀ ਸੀ ਮੈਂ, ਤੇ $2 ਉਹਨਾਂ ਨੇ ਹੁਣ ਐਕਸਕਿਊਜ਼ ਬਣਾਤੇ ਵੀ ਕਰੋਨਾ ਕਰਕੇ ਬਾਹਰ ਨਹੀਂ ਭੇਜ ਸਕੇ, ਉਹ ਨਹੀਂ ਕਰ ਸਕੇ, ਜੋ ਵੀ ਕੁਛ ਹੋਇਆ। ਪਰ just imagine one minute ਜੇ ਇਹ ਲਾ ਇੰਡੀਆ ਦੇ ਵਿੱਚ ਚੱਲ ਪਏ, ਕੋਆਪਰੇਟ ਬੰਦੇ 2-4 ਦੇ ਹੱਥ 'ਚ 2-2, 4, 5, 10 ਹਜ਼ਾਰ ਏਕੜ ਜ਼ਮੀਨ ਆ ਗਈ, ਤਾਂ ਉਹਨਾਂ ਨੇ ਤੁਹਾਡੇ ਨਾਲ ਕੀ ਕਰਨਾ? just imagine ਇਸ ਚੀਜ਼ ਨੂੰ। ਤੇ ਦੂਜੀ ਚੀਜ਼ ਇਹ ਆ ਕਿ ਜਿਹੜਾ ਸਿਸਟਮ ਹੀ ਸਾਡਾ ਫੇਲ ਹੋਇਆ, ਬਾਹਰਲੇ ਕੰਟਰੀਆਂ ਨੇ ਇਹਨੂੰ ਚਲਾ ਕੇ ਦੇਖ ਲਿਆ, ਕੋਆਪਰੇਟ ਦਿੱਤਾ ਹੋਇਆ, ਉਹ ਅਸੀਂ ਸਿਸਟਮ ਨੂੰ ਕਿਉਂ ਕਰੀਏ? ਸਾਡੇ ਪੰਜਾਬ ਦੇ ਵਿੱਚ ਜਿਹੜੀ ਮੰਡੀ ਚੱਲਦੀਆਂ ਨੇ, ਹਰਿਆਣੇ ਦੇ ਵਿੱਚ ਚੱਲਦੀਆਂ ਨੇ, ਉਹਨਾਂ ਫਾਰਮਰਾਂ ਦੀ ਜਿਹੜੀ ਲਿਵਿੰਗ ਸਟੈਂਡਰਡ ਤੇ ਯੂਪੀ ਵਾਲਿਆਂ ਦਾ ਜਾਂ ਦੂਜੇ ਸਟੇਟਾਂ ਦਾ ਲਿਵਿੰਗ ਸਟੈਂਡਰਡ ਤੁਸੀਂ ਦੇਖ ਲਓ ਕਿੰਨਾ ਫਰਕ ਆ। ਬਹੁਤ ਫਰਕ ਆ। ਜ਼ਮੀਨ ਸਮਾਨ ਦਾ ਫਰਕ ਆ। ਤੁਸੀਂ ਹੁਣ ਤਾਂ ਸਾਨੂੰ ਉਹੀ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਕਿਉਂ ਤੁਸੀਂ ਉਹਨਾਂ ਦੇ ਟਰੈਕਟਰ ਮਸ਼ੀਨਰੀਆਂ ਜਿਹੜੇ ਪੰਜਾਬ ਤੋਂ ਆ ਰਹੀਆਂ, ਹਰਿਆਣੇ ਤੋਂ ਆ ਰਹੀਆਂ ਨੇ, ਤੇ ਜਿਹੜੀਆਂ ਦੂਜੇ ਪਾਸਿਓਂ ਆ ਰਹੀਆਂ ਉਹ ਤਾਂ ਵਿਚਾਰਿਆਂ ਕੋਲ ਕੁਛ ਵੀ ਨਹੀਂ ਹੈਗਾ। ਤੇ ਦੂਜੇ ਪਾਸੇ ਇਹ ਆ ਕਿ ਜਿੰਨਾ ਵੀ ਮੱਧ ਪ੍ਰਦੇਸ਼, ਯੂਪੀ ਦਾ, ਆਪਣੇ ਬਿਹਾਰ ਤੋਂ ਜਿੰਨੇ ਵੀ ਵਰਕਰਸ ਆਉਂਦੇ ਆ ਸਾਡੇ ਪੰਜਾਬ ਦੇ ਵਿੱਚ, ਸਾਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ। ਉਹਨਾਂ ਦਾ ਹਸ਼ਰ ਉੱਥੇ ਵਾਪਸ ਉੱਥੇ ਕੀ ਹੁੰਦਾ? ਉਹਨਾਂ ਦਾ ਹਸ਼ਰ ਉੱਤੇ ਪਿੱਛੇ ਕੀ ਹੁੰਦਾ? ਕਿਉਂ? ਉਹਨਾਂ ਨੂੰ ਕੋਈ ਹੈ ਹੀ ਨਹੀਂ। ਇਸ ਕਰਕੇ ਇਹ ਹਾਂ, ਜੇ ਕੋਆਪਰੇਟ ਬੰਦਿਆਂ ਨੇ ਇਹ ਚੀਜ਼ਾਂ ਲੈਣੀਆਂ ਨੇ, ਪਹਿਲਾਂ ਇਨਫਰਾਸਟਰਕਚਰ ਬਣਾਉਣ, ਜਿਹੜੇ ਲੋਕੀ ਉੱਥੇ ਰੋਟੀ ਖਾਂਦੇ ਨੇ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਤੇ ਆਜੋ ਗੱਲ ਐਜੂਕੇਸ਼ਨ ਦਾ। ਗਰੀਬ ਬੱਚਾ ਦਾ ਬੰਦਾ ਆਪਦੇ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਦਾ ਹੈਗਾ। ਇਹਨਾਂ ਨੇ ਇਹ ਸਾਰਾ ਸਿਸਟਮ ਨੂੰ ਪਹਿਲਾਂ ਐਜੂਕੇਸ਼ਨ ਸਿਸਟਮ ਫਿਨਿਸ਼ ਕੀਤਾ, ਮੈਡੀਕਲ ਸਿਸਟਮ ਵੀ ਫਿਨਿਸ਼ ਆ, ਐਜੂਕੇਸ਼ਨ ਸਿਸਟਮ ਵੀ ਫਿਨਿਸ਼ ਆ, ਤੇ ਕੋਆਪਰੇਟ ਸੁਸਾਇਟੀ, ਕੋਆਪਰੇਟ ਘਰਾਣਿਆਂ ਨੂੰ ਇਹ ਸਾਰੀ ਚੀਜ਼ਾਂ ਫੜਾ ਦਿੱਤੀਆਂ ਨੇ।
ਤੇ ਹੁਣ ਇਹਨਾਂ ਨੇ ਇੱਕ ਫਾਰਮਿੰਗ ਜਿਹੜੀ ਆ ਪੰਜਾਬ ਹਰਿਆਣੇ ਦੀ ਹੈਗੀ ਆ, ਹੁਣ ਇਹਨੂੰ ਇਹਨਾਂ ਨੇ ਡਿਸਟਰੋਏ ਕਰਨ ਤੇ ਲੱਗੇ ਹੋਏ ਨੇ ਕਿ ਫਿਰ ਉਸ ਤੋਂ ਬਾਅਦ ਜਿਹੜਾ ਆਮ ਬੰਦੇ ਦੀ ਸੁਣਵਾਈ ਆ ਇਹ ਰਹੀ ਨਾ ਇੰਡੀਆ ਦੇ ਵਿੱਚ। ਸੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਚਰਨਜੀਤ ਜੀ ਕਿ ਆਪਾਂ ਜੇ ਬਿਗਨਿੰਗ ਤੋਂ ਦੇਖੀਏ ਕਿ ਕਿੱਦਾਂ ਪੰਜਾਬ ਦੇ ਵਿੱਚ ਇਹਨਾਂ ਨੇ ਤੋੜ ਭੰਨ ਕੀਤੀ, ਕਿੰਨਾ ਨੁਕਸਾਨ ਕੀਤਾ ਛੋਟੇ ਤੋਂ ਵੱਡੇ ਲੈਵਲ ਤੱਕ। ਜੇ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਮੈਂ ਜਿਵੇਂ ਸਰਕਾਰੀ ਸਕੂਲ 'ਚ ਪੜ੍ਹਿਆ, ਤੁਸੀਂ ਵੀ ਸ਼ਾਇਦ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋ। ਹਾਂਜੀ। ਉਦੋਂ ਇੱਕ ਚਾਹੇ ਐਜੂਕੇਸ਼ਨ ਲੈਵਲ ਆਪਣਾ ਛੋਟਾ ਸੀ, ਥੋੜਾ ਸੀ, ਪਰ ਇੱਕ ਕੁਆਲਿਟੀ ਫਿਰ ਵੀ ਸੀਗੀ। ਇੱਕ ਜਿਹੜੀ ਸਕੂਲਾਂ ਦਾ ਲੈਵਲ ਸੀ, ਰਿਸਪੈਕਟ ਸੀਗੀ ਸਰਕਾਰੀ ਸਕੂਲਾਂ ਵਾਸਤੇ, ਉਹ ਹੈਗੀ ਸੀਗੀ ਕਿ ਬੱਚੇ ਸਾਡੇ ਸਕੂਲ 'ਚ ਜਾ ਰਹੇ ਤੇ ਆਪਾਂ ਨੂੰ ਸਿੱਖਣ ਨੂੰ ਵੀ ਕਾਫੀ ਕੁਝ ਮਿਲਦਾ ਸੀ ਉੱਥੋਂ। ਹਾਂਜੀ। ਪਰ ਜੇਕਰ ਹੁਣ ਦੇਖੀਏ ਤਾਂ ਜਿੰਨੇ ਵੀ ਸਰਕਾਰੀ ਸਕੂਲ ਹੈਗੇ ਆ, ਕੋਈ ਪ੍ਰੈਫਰ ਹੀ ਨਹੀਂ ਕਰਦਾ ਆਪਣੇ ਨਿਆਣਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਭੇਜਣਾ। ਆਲਦੋ ਮੈਨੂੰ ਲੱਗਦਾ ਆ ਕਿ ਇੰਨੇ ਸਕੂਲ ਮਾੜੇ ਨਹੀਂ ਹੈਗੇ ਜੇ ਆਪਾਂ ਆਪਣੇ ਪਿੰਡਾਂ ਲੈਵਲ ਤੇ ਥੋੜੇ ਜਿਹੇ ਐਫਰਟਸ ਦੇਈਏ, ਥੋੜੇ ਜਿਹੇ ਆਪਾਂ ਇਨਵੋਲਵ ਹੋਈਏ ਸਕੂਲਾਂ ਦੇ ਵਿੱਚ, ਅਸੀਂ ਇਨਸ਼ੋਰ ਕਰੀਏ ਕਿ ਯਾਰ ਇਹ ਸਾਡੇ ਪਿੰਡ ਦਾ ਸਾਡਾ ਆਪਣਾ ਸਕੂਲ ਹੈ ਤੇ ਸਾਡੇ ਬੱਚੇ ਇੱਥੇ ਕਿਉਂ ਨਹੀਂ ਪੜ੍ਹ ਸਕਦੇ, ਤਾਂ ਆਪਾਂ ਉਹਨਾਂ ਨੂੰ ਬਿਹਤਰ ਕਰ ਸਕਦੇ ਹਾਂ। ਪਰ ਗੱਲ ਇਹ ਹੈਗੀ ਕਿ ਸਾਡੇ 'ਚ ਵੀ ਥੋੜੀ ਜਿਹੀ ਐਜੂਕੇਸ਼ਨ ਦੀ ਕਮੀ ਹੈ, ਥੋੜੀ ਜਿਹੀ ਜਿਵੇਂ ਕਹਿ ਲਓ ਸਰਕਾਰਾਂ ਦੀ ਸਪੋਰਟ ਦੀ ਕਮੀ ਹੈਗੀ ਹੈ। ਤੁਹਾਡੀ ਮੈਂ ਗੱਲ ਟੋਕਦਾ ਵਿੱਚ, ਇਹ ਰੀਜ਼ਨ ਕੀ ਆ ਕਿ ਜਿਹੜਾ ਲੋਕਲ ਪੋਲੀਟੀਸ਼ੀਅਨ ਆ ਉਹ ਨਹੀਂ ਚਾਹੁੰਦਾ ਹੈਗਾ ਕਿ ਇਹ ਜਿਹੜੇ ਸਰਕਾਰੀ ਸਕੂਲਾਂ ਨੂੰ ਅਸੀਂ ਠੀਕ ਕਰੀਏ ਜੀ। ਇਹ ਸਾਡੇ ਕੋਲ ਮਿਸਾਲਾਂ ਐਗਜ਼ਾਮਪਲਸ ਪਈਆਂ ਨੇ, ਵਿਲੇਜ ਟੂ ਵਿਲੇਜ ਜਾ ਕੇ ਤੁਸੀਂ ਦੇਖ ਲਓ। ਸਾਡੇ ਪਿੰਡ ਸਕੂਲ ਆ 1937 ਦਾ, ਪਤਾ ਨਹੀਂ 27 ਦਾ ਬਣਿਆ ਹੋਇਆ ਸਾਡੇ ਪਿੰਡ, ਸਾਡੇ ਬਜ਼ੁਰਗਾਂ ਨੇ ਬਣਾਇਆ ਸੀ। ਉਸ ਸਕੂਲ ਦਾ ਸਟੈਂਡਰਡ ਇੰਨਾ ਲੋ ਕਰਤਾ ਜਿੱਥੇ ਉਹ ਸਕੂਲ ਦੇ ਵਿੱਚ ਰਾਤ ਨੂੰ ਉਹਨਾਂ ਟਾਈਮਾਂ ਦੇ ਵਿੱਚ ਉੱਥੇ ਐਗਜ਼ਾਮ ਤੋਂ ਪਹਿਲਾਂ ਬੱਚਿਆਂ ਨੂੰ ਸੱਦ ਕੇ ਉੱਥੇ ਐਕਸਟਰਾ ਟਿਊਸ਼ਨਾਂ ਦਿੱਤੀਆਂ ਜਾਂਦੀਆਂ ਸੀ, ਫ੍ਰੀ ਆਫ ਚਾਰਜ, ਜਿਹੜੇ ਉੱਥੇ ਟੀਚਰ ਪੜ੍ਹਾਉਂਦੇ ਸੀ ਜੀ। ਇੱਕ ਟਾਈਮ ਉੱਥੇ ਉਹ ਸੀ ਜਿੱਥੇ ਸਾਡੇ ਪਿਤਾ ਜੀ ਪੜ੍ਹ ਕੇ ਗਏ, ਹੋਰਾਂ ਜਿਹੜੇ ਅੱਜ ਸਾਡੇ ਪਿੰਡਾਂ ਦੇ 70-80 ਸਾਲ ਦੇ ਬੰਦੇ ਨੇ ਉਹਨਾਂ ਨੇ ਉੱਥੋਂ 10ਵੀਂ ਪਾਸ ਕੀਤੀਆਂ ਹੋਈਆਂ ਨੇ। ਤੇ ਅੱਜ ਸਾਡੇ ਪਿੰਡ ਦੇ ਬੰਦੇ ਜਿੰਨੇ ਵੀ ਸਕੂਲ ਦੇ ਹੈਗੇ ਨੇ, ਬੱਚੇ ਸਾਡੇ ਪਿੰਡਾਂ ਦੇ ਨੇ, ਘਰਾਂ ਦੇ ਨੇ, ਸਾਡੇ ਜ਼ਿਮੀਂਦਾਰਾਂ ਦੇ ਕਹਿ ਲਓ, ਜਿਨ੍ਹਾਂ ਕੋਲ ਮਾੜੇ ਮੋਟੇ 4 ਪੈਸੇ ਨੇ, ਉਹ ਸਕੂਲੇ ਨਹੀਂ ਭੇਜਦੇ। ਉਹ ਕਹਿੰਦੇ ਜੀ ਇੱਥੇ ਕੌਣ ਕਿਹਦੇ ਬੱਚੇ ਪੜ੍ਹਦੇ ਨੇ। ਉਹ ਹੁਣ ਮੈਂ ਸ਼ਬਦ ਨਹੀਂ, ਨਾਂ ਨਹੀਂ, ਉਹ ਵਰਡਿੰਗ ਯੂਜ਼ ਕਰਨਾ ਨਹੀਂ ਚਾਹੁੰਦਾ, ਤੁਸੀਂ ਸਮਝੀ ਗਏ ਹੋਏਗੇ ਵੀ ਇੱਥੇ ਤਾਂ ਜਾਂ ਬਿਹਾਰੀਆਂ ਦੇ ਬੱਚੇ ਪੜ੍ਹਦੇ ਨੇ ਜਾਂ ਫਿਰ ਬਸ ਦੂਜੇ ਪਾਸੇ ਪੜ੍ਹਦੇ ਆ। ਉਹਨਾਂ ਸਕੂਲਾਂ ਦੇ ਇਹਨਾਂ ਨੇ ਸਟੈਂਡਰਡ ਇੰਨਾ ਲੋ ਕਰ ਦਿੱਤਾ। ਤੇ ਪੜ੍ਹਾਉਣਾ ਤਾਂ ਕੀ ਗੱਲ ਆ, ਤੁਸੀਂ ਆਪਦੇ ਬੱਚੇ ਨੂੰ ਜੇ ਤੁਸੀਂ ਫਿਊਚਰ ਦੇ ਵਿੱਚ ਕਿਸੇ ਕਿਸਾਨ ਨੇ ਜਾਂ ਕਿਸੇ ਵਰਕਰ ਨੇ ਡਾਕਟਰ ਜਾਂ ਲਾਇਰ ਬਣਾਉਣਾ ਹੋਵੇ, ਤੁਸੀਂ ਫੀਸ ਹੀ ਨਹੀਂ ਪੇ ਕਰ ਸਕਦੇ। ਇੱਕ ਅੱਜ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਸਕਦੇ, ਜੇ ਤੁਸੀਂ ਸਾਡੇ ਅੱਜ ਜੇ ਤੁਸੀਂ ਮੈਡੀਕਲ ਦੇ ਵਿੱਚ ਡਾਕਟਰ ਬਣਨ ਵਾਸਤੇ ਤੁਸੀਂ ਲੈਣੀ ਆ, ਉਹਦੀ ਫੀਸ 1 ਲੱਖ ਰੁਪਈਆ 1 ਮਹੀਨੇ ਦੀ ਆ। 12 ਲੱਖ ਰੁਪਈਆ ਹੋ ਗਿਆ 5 ਸਾਲਾਂ ਵਾਸਤੇ। 60 ਕਿੰਨਾ ਹੋ ਗਿਆ, 12 5 60 ਲੱਖ ਰੁਪਈਆ ਹੋ ਗਿਆ। ਕਰੋੜ ਤੇ ਚਲੇ ਜਾਣਾ। ਦੱਸੋ ਫਿਰ ਉਹ ਤੁਸੀਂ ਆਮ ਬੱਚਾ ਜਿਹੜਾ ਆਮ ਕਿਸਾਨ ਦਾ ਮੁੰਡਾ, ਉਹ ਕਿਸ ਤਰ੍ਹਾਂ ਉੱਥੇ ਪੜ੍ਹ ਲੂਗਾ? ਉਹ ਬਿਲਕੁਲ ਸਾਡੇ ਮੇਰਾ ਆਪਦਾ ਭਤੀਜਾ ਜੀ, ਮੈਂ ਉਹਨਾਂ ਨੂੰ ਆਖਿਆ ਮੈਂ ਇਹਨੂੰ ਆਪਾਂ ਡਾਕਟਰ ਬਣਾ ਲਿਆ ਨੇ। ਮੇਰੀ ਭਰਜਾਈ ਕਹਿੰਦੀ ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ ਜੀ। ਤੇ ਇਹ ਲੋਕਾਂ ਦੀ ਹਾਲਾਤ ਇਹਨਾਂ ਨੇ ਜਾਣ ਕੇ ਕੀਤੀ ਆ। ਹਾਂਜੀ। ਜੇ ਸਿਸਟਮ ਨੇ ਇਹ ਜਾਣ ਕੇ ਕੀਤੀ ਆ ਕਿ ਇਹਨਾਂ ਦੇ ਬੱਚਿਆਂ ਨੂੰ ਨਾ ਡਾਕਟਰ ਬਣਾਵੋ, ਨਾ ਇਹਨਾਂ ਦੇ ਬੱਚਿਆਂ ਨੂੰ ਬਣਾਵੋ ਲਾਇਰਸ ਬਣਾਵੋ, ਇਹਨਾਂ ਨੂੰ ਐਜੂਕੇਸ਼ਨ ਇੰਨੀ ਮਹਿੰਗੀ ਕਰ ਦੋ ਕਿ ਇਹਨਾਂ ਦਾ ਡਾਟ ਨਿਕਲ ਜਾਵੇ ਤੇ ਇਹ ਵਰਕਰ ਹੀ ਰਹਿਣ ਬਸ। ਬਿਲਕੁਲ ਜੀ। ਆਪਾਂ ਹੁਣ ਚੱਲਦੇ ਹਾਂ ਅਮਰਵੀਰ ਜੀ ਕੋਲ ਥੋੜੇ ਟਾਈਮ ਵਾਸਤੇ। ਅਮਰਵੀਰ ਜੀ, ਥੈਂਕ ਯੂ ਸੋ ਮਚ ਸਾਨੂੰ ਅੱਜ ਜੁਆਇਨ ਕਰਨ ਵਾਸਤੇ। ਕੱਲ ਆਪਾਂ ਦੇਖਿਆ ਆਪਣਾ ਜਿਹੜਾ ਕੱਲ ਸੀਗਾ ਆਪਣਾ ਬੇਸਿਕਲੀ ਜੇ ਇੰਡੀਆ ਦਾ ਦੇਖੀਏ ਤਾਂ ਕੱਲ ਸੀ, ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚਰਚਾ ਚੱਲੀ ਸੀਗੀ, ਜਿਹੜੀ ਪਟੀਸ਼ਨ ਪਾਈ ਗਈ ਸੀ, ਜਿਹੜਾ ਆਪਣਾ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਦਾ, ਤੁਸੀਂ ਉਸ ਨੂੰ ਕਿੱਦਾਂ ਦੇਖਦੇ ਹੋ? ਜਿਹੜੇ ਸੁਪਰੀਮ ਕੋਰਟ ਦੇ ਕੁਝ ਰਿਮਾਰਕਸ ਆਏ ਆ, ਜਿਨ੍ਹਾਂ ਚੋਂ ਇੱਕ ਰਿਮਾਰਕਸ ਉਹਨਾਂ ਦਾ ਸਭ ਤੋਂ ਪਹਿਲਾ ਰਿਮਾਰਕਸ ਇਹ ਸੀਗਾ ਕਿ ਕਹਿੰਦੇ ਕਿ ਜੇ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਰਿਮਾਰਕਸ ਸੀ ਉਹਨਾਂ ਦਾ ਕਿ ਜੇ ਤੁਸੀਂ ਇਹ ਬਿਲਸ ਨੂੰ ਜਾਂ ਇਹ ਕਾਨੂੰਨਾਂ ਨੂੰ ਤੁਸੀਂ ਹੋਲਡ ਨਹੀਂ ਕਰ ਸਕਦੇ ਤਾਂ ਸਾਨੂੰ ਇੰਟਰਵੀਨ ਕਰਨਾ ਪਊਗਾ। ਜਿਹਦੇ ਤੇ ਜਿਹੜੀ ਆਪਣੀ ਜਿਹੜੀ ਇੰਡੀਅਨ ਗਵਰਨਮੈਂਟ ਸੀਗੀ ਉਹਨਾਂ ਦਾ ਰਿਐਕਸ਼ਨ ਇਹ ਸੀਗਾ ਕਿ ਉਹਨਾਂ ਨੂੰ ਦੁੱਖ ਲੱਗਿਆ ਕਿ ਇੰਨੀ ਵੱਡੀ ਗੱਲ ਕਿੱਦਾਂ ਕਹਿ ਸਕਦਾ ਸੁਪਰੀਮ ਕੋਰਟ, ਤਾਂ ਉਹਨਾਂ ਨੇ ਅਪੋਜ਼ ਕੀਤਾ ਕਿ ਨਹੀਂ, ਏਦਾਂ ਨਹੀਂ ਹੋ ਸਕਦਾ, ਏਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਜੇਕਰ ਸੁਪਰੀਮ ਕੋਰਟ
ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅੱਜ ਜਿਹੜੀ ਹੀਅਰਿੰਗ ਹੈਗੀ ਹੈ ਉਹਦੇ ਵਿੱਚ ਜੇਕਰ ਸੁਪਰੀਮ ਕੋਰਟ ਕਹਿੰਦਾ ਹੈ ਕਿ ਇਹ ਜਿਹੜਾ ਜਿਹੜੇ ਕਾਨੂੰਨ ਬਣੇ ਆ ਇਹਨਾਂ ਨੂੰ ਹੋਲਡ ਕਰ ਦਿੱਤਾ ਜਾਵੇ ਅਗਲੇ 6 ਮਹੀਨਿਆਂ ਵਾਸਤੇ ਜਾਂ ਸਾਲ ਵਾਸਤੇ ਜਾਂ 2 ਸਾਲ ਵਾਸਤੇ, ਉਹਦਾ ਇੰਪੈਕਟ ਕੀ ਪੈ ਸਕਦਾ? ਉਹ ਨੈਗੇਟਿਵ ਹੈ, ਪੋਜ਼ਿਟਿਵ ਹੈ? ਆਪਾਂ ਨੂੰ ਉਹਦਾ ਫਾਇਦਾ ਹੋਊਗਾ ਕਿਸਾਨਾਂ ਨੂੰ ਕਿ ਇਹ ਨੁਕਸਾਨ ਹੋ ਸਕਦਾ ਹੈ? ਜਾਂ ਕਿਸੇ ਤਰ੍ਹਾਂ ਦੂਜਾ ਇਹ ਵੀ ਨੈਰੇਟਿਵ ਹੋ ਸਕਦਾ ਹੈ ਕਿ ਸਰਕਾਰ ਬਚਣ ਵਾਸਤੇ ਸੁਪਰੀਮ ਕੋਰਟ ਦੇ ਥਰੂ ਇਹ ਚੀਜ਼ਾਂ ਨੂੰ ਕਰਨਾ ਚਾਹੁੰਦੀ ਹੋਵੇ। ਸੋ ਤੁਹਾਡਾ ਇਹਦੇ ਤੇ ਕੀ ਟੇਕ ਹੈ ਜੀ? ਹਾਂਜੀ, ਬਿਲਕੁਲ ਵਰਿੰਦਰ ਭਾਈ, ਤੁਹਾਡਾ ਕੁਐਸਚਨ ਬਹੁਤ ਵਧੀਆ। ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਸਾਡੇ ਨਾਲ ਜਿਹੜੇ ਸਰੋਤੇ ਜੁੜ ਚੁੱਕੇ ਆ, ਜਿਸ ਤਰ੍ਹਾਂ ਮਾੜਾ ਜਿਹਾ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਵਰਿੰਦਰ ਭਾਜੀ ਪਹਿਲਾਂ। ਤੇ ਆਪਣੇ ਨਾਲ ਹੁਣ ਤੱਕ ਜੁੜ ਚੁੱਕੇ ਨੇ ਬਾਵਾ ਪਰਮਜੀਤ ਜੀ, ਹਰਨੇਕ ਸਿੰਘ ਸ਼ੇਖੋਂ ਜੀ, ਸੂਹ ਧਾਲੀਵਾਲ, ਰਵਿੰਦਰ ਸਿੰਘ ਜੀ, ਫਿਰ ਚਾਹਤ ਗੁਰਫ ਜੀ, ਤੇ ਅਮਨ ਸ਼ਰਮਾ ਜੀ ਜੁੜ ਚੁੱਕੇ ਆ, ਬਲਜਿੰਦਰ ਸਿੰਘ ਗੁੱਬੀ ਜੀ ਜੁੜ ਚੁੱਕੇ ਆ ਜੀ। ਇਹ ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਕਰਨ ਸ਼ਰਮਾ ਜੀ ਜੁੜ ਚੁੱਕੇ ਆ, ਜੀ ਕੇ ਖੰਨਾ ਜੀ ਜੁੜ ਚੁੱਕੇ ਆ ਆਪਣੇ ਨਾਲ, ਤੇ ਕਨਵਲਜੀਤ ਸਿੰਘ ਜੀ ਜੁੜ ਚੁੱਕੇ ਆ। ਜਿਹੜਾ ਤੁਸੀਂ ਕੁਐਸਚਨ ਕੀਤਾ, ਇਹਦੇ ਵਿੱਚ ਨਾ ਸਾਡੇ ਫੇਸਬੁੱਕ ਤੇ ਹੀ ਹਰਨੇਕ ਸਿੰਘ ਸ਼ੇਖੋਂ ਜੀ ਲਿਖਦੇ ਆ ਕਿ ਭਾਰਤ ਦੀ ਸਰਵਉੱਚ ਸੁਪਰੀਮ ਕੋਰਟ ਨੇ ਕੀਤੀ ਕਿਸਾਨਾਂ ਦੇ ਹੱਕ ਹੋਈ ਹੱਕ 'ਚ ਹਮਾਇਤ ਤੇ ਮੋਦੀ ਸਰਕਾਰ ਦੀ ਕੀਤੀ ਖਿੱਚ ਧੂ ਜੀ। ਇਹੀ ਕੁਐਸਚਨ ਹੈ ਆਪਣਾ ਜੀ। ਤੇ ਦੇਖੋ ਭਾਜੀ, ਗੱਲ ਏਦਾਂ ਆ, ਪਹਿਲਾਂ ਤਾਂ ਆਪਾਂ ਨੂੰ ਸਟਰਕਚਰ ਦੇਖਣ ਦੀ ਲੋੜ ਆ ਜੀ। ਜਦੋਂ ਵੀ ਅਸੀਂ ਕੋਈ ਚੀਜ਼ ਦਾ ਦੇਖਣਾ ਹੋਵੇ ਨਾ ਵੀ ਇਹਦਾ ਰਿਜ਼ਲਟ ਕੀ ਨਿਕਲਣਾ ਜਾਂ ਇਸ ਗੱਲ ਦੇ ਪਿੱਛੇ ਗੱਲ ਕੀ ਆ, ਉਹਦਾ ਪਹਿਲਾਂ ਸਟਰਕਚਰ ਦੇਖੋ ਕੀ ਆ। ਇਸ ਵਕਤ ਜੋ ਪਿਛਲੀਆਂ ਕੁਝ ਸਾਲਾਂ ਤੋਂ ਸਟਰਕਚਰ ਆ ਰਹੀ ਆ, ਤੇ ਇਹ ਦੱਸ ਰਹੀ ਆ ਕਿ ਜਿਹੜੀਆਂ ਅਦਾਲਤਾਂ ਨੇ ਇਹ ਵੀ ਸਰਕਾਰ ਦੇ ਅੰਡਰ ਚੱਲਣ ਲੱਗ ਗਈਆਂ ਨੇ, ਰਾਸ਼ਟਰਪਤੀ ਵੀ ਸਰਕਾਰ ਦੇ ਅੰਡਰ ਚੱਲ ਰਿਹਾ, CBI ਵੀ ਸਰਕਾਰ ਦੇ ਅੰਡਰ ਚੱਲ ਰਹੀ ਆ। ਇਹ ਇੱਕ ਐਗਜ਼ਾਮਪਲਾਂ ਸਾਡੇ ਸਾਹਮਣੇ ਆਈਆਂ ਪਿਛਲੇ ਦਿਨਾਂ ਦੇ ਵਿੱਚ, ਇਹ ਪ੍ਰੂਫ ਆਏ ਸਾਡੇ ਕੋਲ। ਬਿਲਕੁਲ ਜੀ। ਦੇਖੋ ਹੁਣ ਸਰਕਾਰ ਇਸ ਵਕਤ ਹਿੱਲੀ ਪਈ ਆ, ਇਹ ਕੋਈ ਸ਼ੱਕ ਨਹੀਂ ਵਿੱਚ, ਕਿਉਂਕਿ ਸਰਕਾਰ ਨੇ ਇੱਥੋਂ ਤੱਕ ਨਹੀਂ ਸੋਚਿਆ ਸੀ ਕਿ ਇਹ ਸੰਘਰਸ਼ ਇੰਨਾ ਵੱਧ ਜਾਏਗਾ। ਉਹਨਾਂ ਨੂੰ ਇਹ ਵੀ ਨਹੀਂ ਲੱਗਿਆ ਸੀ ਵੀ ਇਹ ਸੰਘਰਸ਼ ਦੇ ਵਿੱਚ ਸਾਡੀਆਂ ਗੋਡਣੀਆਂ ਤੱਕ ਲਗਾ ਦੇਣਗੇ। ਇਹ ਸਭ ਤੋਂ ਚੰਗੀ ਗੱਲ ਆ ਕਿ ਸਾਡੇ ਜਿਹੜੇ ਸੂਝਵਾਨ ਲੀਡਰ ਅੱਗੇ ਹੋਏ ਆ, ਜਿਹੜੀ 31 ਜਾਂ 41 ਜਥੇਬੰਦੀਆਂ ਦੇ ਸਾਡੇ ਲੀਡਰ ਅੱਗੇ ਹੋਏ ਆ, ਉਹਨਾਂ ਦਾ ਧੰਨਵਾਦ ਆ ਇਹੋ ਕਿ ਉਹਨਾਂ ਨੇ ਬੜੀ ਸੂਝਵਾਨ ਪਹਿਲਾਂ 2 ਮਹੀਨੇ ਪੰਜਾਬ ਚ ਲਾਏ, ਹੁਣ 45 ਦਿਨ 47 ਦਿਨ ਸਾਨੂੰ ਇੱਥੇ ਵੀ ਹੋ ਗਏ ਆ ਦਿੱਲੀ ਦੇ ਵਿੱਚ ਆਇਆਂ ਨੂੰ। ਉੱਪਰੋਂ ਪਰਮਾਤਮਾ ਦੀ ਕਿਰਪਾ ਕਿ ਕੋਈ ਗੱਲਬਾਤ ਨਹੀਂ ਹੋਈ। ਸਰਕਾਰ ਜੋ ਲੱਭਦੀ ਸੀ ਕਿ ਇਸ ਸੰਘਰਸ਼ ਨੂੰ ਖਰਾਬ ਕਰਨ ਲਈ, ਉਹ ਉਹਨਾਂ ਨੂੰ ਲੱਭਿਆ ਨਹੀਂ, ਮੌਕਾ ਨਹੀਂ ਮਿਲਿਆ। ਹੁਣ ਉਹਨਾਂ ਨੇ ਸਾਰੇ ਤਰੀਕੇ ਅਪਣਾ ਕੇ ਦੇਖ ਲਏ। ਉਹਨਾਂ ਨੇ ਇੱਥੋਂ ਤੱਕ ਕਿ ਬਹੁਤ ਗਲਤ ਤਰੀਕੇ ਵੀ ਅਪਣਾਏ ਜਿਹੜੇ ਕਿ ਨਹੀਂ ਅਪਣਾਉਣੇ ਚਾਹੀਦੇ ਸੀ। ਹਰ ਤਰ੍ਹਾਂ ਦੀ ਕੋਸ਼ਿਸ਼ ਉਹਨਾਂ ਨੇ ਕਰ ਲਈ। ਹੁਣ ਲਾਸਟ ਜਿਹੜਾ ਉਹਨਾਂ ਦਾ ਰਹਿ ਗਿਆ ਆ, ਉਹ ਇਹੋ ਹੀ ਆ, ਇੱਕ ਅਦਾਲਤ, ਕਿਉਂਕਿ ਉਹਨਾਂ ਨੂੰ ਪਤਾ ਵੀ ਅਦਾਲਤਾਂ ਸਾਡੇ ਹੱਕ 'ਚ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਦੋਂ ਕਿਤੇ ਨਾ ਜਿੱਦਾਂ ਹੁਣ ਪਿੰਡ ਦੇ ਵਿੱਚ ਲੜਾਈ ਹੋ ਜਾਵੇ, ਹੁਣ ਮੈਨੂੰ ਪਤਾ ਵੀ ਜਿਹੜਾ ਪਾਵਰਫੁਲ ਬੰਦਾ ਆ, ਮੈਂ ਉਹਨੂੰ ਖੁਸ਼ ਕਰਨਾ ਆ ਤੇ ਉਹਦੇ ਵੱਲ ਦੀ ਗੱਲ ਕਰਨੀ ਆ। ਪਰ ਜੇ ਮੈਂ ਜਦੋਂ ਉਹਦੇ ਵੱਲ ਦੀ ਗੱਲ ਕਰਨੀ ਆ, ਪਹਿਲਾਂ ਮੈਂ ਜਿਹੜਾ ਬੰਦਾ ਜਿਸ ਬੰਦੇ ਨੂੰ ਮੈਂ ਕਰਨਾ, ਪਹਿਲਾਂ ਉਹਦੀ ਤਾਰੀਫ ਵੀ ਕਰਨੀ ਹੁੰਦੀ ਹੈ ਤਾਂ ਜੋ ਚੁੱਪ ਹੋ ਜਾਏ। ਫਿਰ ਮੈਂ ਹੌਲੀ ਹੌਲੀ ਫਿਰ ਤਾਕਤਵਰ ਬੰਦੇ ਵਾਲੇ ਵੱਲ ਨੂੰ ਗੱਲ ਲਿਜਾਣੀ ਆ। ਹੋ ਸਕਦਾ ਇਹ ਪਿਕਚਰ ਅਦਾਲਤਾਂ ਕਰ ਰਹੀਆਂ, ਹੁਣ ਹੋ ਸਕਦਾ, ਮੈਂ ਸ਼ੋਰ ਨਹੀਂ ਆ, ਹੋ ਸਕਦਾ ਇਹ ਪਿਕਚਰ ਇਸ ਤਰੀਕੇ ਨਾਲ ਕ੍ਰੀਏਟ ਕੀਤੀ ਜਾਵੇ ਵੀ ਇਸ ਲਈ ਪਹਿਲੇ ਜਿਹੜੇ ਸਟੈਪ ਆ ਉਹ ਕਿਸਾਨਾਂ ਦੀ ਫੇਵਰ 'ਚ ਕਰਕੇ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਰਲਾ ਲਓ, ਉਸ ਤੋਂ ਬਾਅਦ ਵੀ ਇੱਕਦਮ ਉਹਨਾਂ ਦੇ ਉੱਤੇ ਹਥੌੜਾ ਮਾਰੋ। ਕਿਉਂਕਿ ਜਿਸਲੇ ਤੁਸੀਂ ਹੁਣ ਦੇਖੋ ਇੰਨੀ ਉਹ ਸਰਕਾਰ ਜਿਹੜੀ ਆ ਉਹ ਤਾਂ ਇੱਕ ਪਾਸੇ ਆ, ਪਰ ਹੁਣ ਕਿਸਾਨਾਂ ਦੀ ਜਿਹੜੀ ਇਕੱਠ ਆ ਉਹ ਬਹੁਤ ਲੱਖਾਂ ਕਰੋੜਾਂ 'ਚ ਆ। ਬਿਲਕੁਲ, ਹੈ ਨਾ। ਹੁਣ ਜਦੋਂ ਤੁਸੀਂ ਲੱਖਾਂ ਕਰੋੜਾਂ ਦੇ ਵਿੱਚ ਇਹੋ ਜਿਹੀ ਗੱਲ ਕਰੋਗੇ, ਜਿੱਦਾਂ ਹੁਣ ਮੰਨ ਲਓ ਮੈਂ ਇੱਕ ਬੰਦਾ ਤਾਂ ਹੈ ਨਹੀਂ ਉੱਥੇ, ਜੇ ਅਸੀਂ ਇੱਕ ਬੰਦੇ ਦੇ ਅਦਾਲਤ 'ਚ ਲੈ ਕੇ ਗੱਲ ਕਰਨੀ ਆ, ਹੁਣ ਲੱਖਾਂ ਕਰੋੜਾਂ ਦੀ ਗੱਲ ਕਰਨੀ ਆ ਅਦਾਲਤ ਨੇ, ਉੱਥੇ ਫਿਰ ਮੀਡੀਆ ਵੀ ਸਰਕਾਰ ਦੇ ਨਾਲ ਜੁੜਿਆ ਹੋਇਆ, ਰਾਈਟ। ਜੇ ਮੰਨ ਲਓ ਸਰਕਾਰ ਦੀ ਗੱਲ ਵਿੱਚ ਆ ਗਏ ਆਪਣੇ ਕਿਸਾਨ, ਕੱਲ ਨੂੰ ਸਰਕਾਰ ਨੇ ਕੁਝ ਹੋਰ ਕਿਹਾ ਤਾਂ ਮੀਡੀਆ ਨੇ ਤਾਂ ਨਹੀਂ ਉਹ ਸ਼ੋਅ ਕਰਨਾ, ਮੀਡੀਆ ਨੇ ਤਾਂ ਉਹਦਾ ਦੂਸਰਾ ਪੱਖ ਸ਼ੋਅ ਕਰਨਾ, ਜਿੱਥੇ ਕਿਸਾਨਾਂ ਨੂੰ ਤੋੜਨ ਦੀ ਗੱਲ ਹੋਵੇ, ਉਹਨਾਂ ਵਿੱਚ ਫੁੱਟ ਪਾਉਣ ਦੀ ਗੱਲ ਹੋਵੇ। ਮੈਂ ਤਾਂ ਦੇਖੋ ਵਰਿੰਦਰ ਭਾਜੀ ਇਹਦੇ ਤੇ ਇਹੀ ਕਹਿਣਾ ਹੈ ਕਿ ਬਹੁਤ ਸਾਵਧਾਨ ਹੋ ਕੇ ਚੱਲਣ ਵਾਲੀ ਜ਼ਰੂਰਤ ਆ। ਬਾਕੀ ਸਾਡੇ ਜਿਹੜੇ ਅੱਗੇ ਹੋਏ ਜਿਹੜੇ ਸਾਡੇ ਨੇਤਾ ਨੇ ਬਹੁਤ ਸਿਆਣੇ ਨੇ, ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੱਤਾ ਅਦਾਲਤ ਨੂੰ ਕਿ ਅਸੀਂ ਤੁਹਾਡੇ ਕਹੇ ਤੇ ਵੀ ਉੱਠਾਂਗੇ ਨਹੀਂ ਇੱਥੋਂ। ਜੇ ਤੁਸੀਂ ਇਹ ਕਹਿੰਦੇ ਆ ਸੋਚਦੇ ਆ ਵੀ ਤੁਹਾਡੇ ਕਹੇ ਤੇ ਉੱਠਾਂਗੇ, ਇਸ ਕਰਕੇ ਹੋ ਸਕਦਾ ਅਦਾਲਤਾਂ ਇਹ ਸੋਚਦੀਆਂ ਹੁਣ ਵੀ ਇਹ ਬਹੁਤ ਦ੍ਰਿੜ ਨਿਸ਼ਚੇ ਵਾਲਿਆਂ ਨੂੰ ਕਿਸੇ ਤਰੀਕੇ ਨਾਲ ਹੱਥ 'ਚ ਲਿਆ ਜਾਵੇ। ਪਰ ਮੈਂ ਵਰਿੰਦਰ ਭਾਜੀ ਇੱਕ ਚੀਜ਼ ਤੁਹਾਨੂੰ ਮੈਂ ਇਹ ਵਿਦਾਵੇ ਨਾਲ ਕਹਿ ਸਕਦਾ ਕਿ ਜਿੱਥੇ ਸੱਚ ਹੋਵੇ ਤੇ ਜਿੱਥੇ ਪਰਮਾਤਮਾ ਖੜਾ ਹੋਵੇ, ਉਹਨੂੰ ਕੋਈ ਹਰਾ ਨਹੀਂ ਸਕਦਾ। ਬਿਲਕੁਲ ਜੀ। ਇਹਦਾ ਪ੍ਰੂਫ ਆਪਾਂ ਨੂੰ 3 ਮਹੀਨੇ ਵਿੱਚ ਮਿਲ ਚੁੱਕਾ ਕਿ ਪਰਮਾਤਮਾ ਉੱਥੇ ਆਪ ਆ ਕੇ ਕੰਮ ਕਰਵਾ ਰਿਹਾ,
ਕਿਉਂਕਿ ਜੀ। ਇੰਨੇ ਵੱਡੇ ਇਕੱਠ ਨੂੰ ਬਿਨਾਂ ਕਿਸੇ ਪ੍ਰੋਬਲਮ ਤੋਂ ਚਲਾਉਣਾ ਬੜਾ ਔਖਾ, ਇਹ ਬੰਦੇ ਦੇ ਬਹੁਤ ਵੱਸ ਦੀ ਵੱਡੀ ਗੱਲ ਨਹੀਂ। ਬਹੁਤ ਵੱਡੀ ਚੀਜ਼ ਹੈ। ਹਾਂਜੀ ਇਸ ਬੁੱਧੀ ਨੂੰ ਕੰਟਰੋਲ ਕਰ ਰਿਹਾ, ਸਾਰਾ ਕੁਝ ਕੰਟਰੋਲ ਕਰ ਰਿਹਾ। ਸਰਕਾਰਾਂ ਜਿਹੜੀਆਂ ਇੰਨੀਆਂ ਪਾਵਰਫੁਲ ਸਰਕਾਰਾਂ, ਉਹਨਾਂ ਕੋਲ ਮੀਡੀਆ ਇੰਨਾ ਪਾਵਰਫੁਲ ਆ, ਸਾਰਾ ਕੁਝ ਉਹਨਾਂ ਦੇ ਅੰਡਰ ਹੁੰਦਿਆਂ ਹੋਇਆ ਵੀ ਇੱਕ ਵੀ ਉਹਨਾਂ ਦਾ ਬਾਲ ਨਹੀਂ ਬਾਗਾ ਕਰ ਸਕਿਆ ਜਿਹਦੇ। ਜੀ ਇਹ ਪ੍ਰੂਫ ਹੈ ਕਿ ਪਰਮਾਤਮਾ ਉੱਥੇ ਹਾਜ਼ਰ ਨਾਜ਼ਰ ਆ, ਉਹਨਾਂ ਦੀ ਦੇਖਭਾਲ ਕਰ ਰਿਹਾ, ਉਹਨਾਂ ਨੂੰ ਸੋਝੀ ਦੇ ਰਿਹਾ, ਉਹਨਾਂ ਨੂੰ ਚਲਾ ਰਿਹਾ। ਅਸੀਂ ਵੀ ਅਰਦਾਸ ਕਰਦੇ ਹਾਂ ਬਾਹਰੋਂ ਬਹਿ ਕੇ ਸਾਰੇ ਜਾਣੇ NRI ਵੀਰ ਜੀ ਕਿ ਪਰਮਾਤਮਾ ਨਾਲ ਤੇ ਇਦਾਂ ਹੀ ਕਿਰਪਾ ਰੱਖੇ। ਅਦਾਲਤਾਂ ਨੂੰ ਸੋਚ ਸਮਝ ਕੇ ਅਦਾਲਤਾਂ ਦੇ ਫੈਸਲੇ ਵੱਲ ਦੇਖਣਾ ਚਾਹੀਦਾ ਜੀ। ਮੈਂ ਤਾਂ ਇਹੀ ਇਸ ਗੱਲ ਬਾਰੇ ਤੁਹਾਨੂੰ ਕਹੂੰਗਾ ਜੀ। ਇੱਕ ਜਿਹੜੀ ਅਦਾਲਤ ਦੇ ਵਿੱਚ ਹੀ ਕੱਲ ਹੀ ਇੱਕ ਗੱਲ ਉਹਨਾਂ ਨੇ, ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ, ਉਹਨਾਂ ਨੇ ਇੱਕ ਗੱਲ ਮੈਂਸ਼ਨ ਕੀਤੀ ਕਿ ਕਹਿੰਦੇ ਜੇ ਕੁਝ ਗਲਤ ਹੋਇਆ ਨਾ, ਜੇ ਕੋਈ ਖੂਨ ਖਰਾਬਾ ਹੁੰਦਾ ਹੈ ਤਾਂ ਕਹਿੰਦੇ ਉਹਦੇ ਵਾਸਤੇ ਅਸੀਂ ਸਾਰੇ ਜਣੇ ਜ਼ਿੰਮੇਵਾਰ ਹੋਵਾਂਗੇ। ਤੇ ਉਹ ਕਹਿੰਦੇ ਅਸੀਂ ਨਹੀਂ, ਅਦਾਲਤ ਨੇ ਇਹ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦਾ ਕੁਝ ਹੋਵੇ ਇਸ ਅੰਦੋਲਨ ਦੇ ਵਿੱਚ। ਤਾਂ ਸ਼ਾਇਦ ਇੱਕ ਕੋਈ ਕੋਸ਼ਿਸ਼ ਵੀ ਚੱਲ ਰਹੀ ਹੈ ਕਿ ਇੱਕ 3 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਦੋਨਾਂ ਧਿਰਾਂ ਦੇ ਨਾਲ ਗੱਲ ਕਰਾਉਣ ਦੇ ਵਿੱਚ ਵਿਚੋਲੇ, ਜਿਵੇਂ ਕਹਿ ਲਈ ਨਾ, ਵਿਚੋਲੇ ਪਾ ਕੇ ਉਹਨਾਂ ਨੂੰ ਦੋਨਾਂ ਨੂੰ ਬਿਠਾ ਕੇ ਤੇ ਗੱਲ ਕੀਤੀ ਜਾਵੇ ਕਿ ਇਹਦਾ ਹੱਲ ਕਿਵੇਂ ਕੱਢੀਏ। ਪਰ ਰਾਜੇਵਾਲ ਸਾਹਿਬ ਦਾ ਬਿਆਨ ਸੁਣਦਾ ਸੀ ਮੈਂ, ਉਹ ਕਹਿੰਦੇ ਕਿ ਅਸੀਂ ਜੇਕਰ ਸਰਕਾਰ ਇਦਾਂ ਦੀ ਕੋਈ ਕਮੇਟੀ ਬਣਾਉਂਦੀ ਹੈ ਤਾਂ ਕਹਿੰਦੇ ਅਸੀਂ ਬਿਲਕੁਲ ਉਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ, ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਂਗੇ। ਸਾਡੀ ਗੱਲ ਜਿੱਦਾਂ ਸਿੱਧੀ ਸਟ੍ਰੇਟ ਫਾਰਵਰਡ ਹੈਗੀ ਹੈ ਕਿ ਕਾਨੂੰਨ ਰੱਦ ਕਰੋ ਤਾਂ ਰੱਦ ਕਰੋ। ਵੱਡੀ ਚੀਜ਼ ਜਿਹੜੀ ਹੈ ਅੰਦੋਲਨ ਚੋਂ ਨਿਕਲ ਕੇ ਆਈ ਹੈ ਕਿ ਆਪਾਂ ਪਹਿਲਾਂ ਸੋਚਦੇ ਸਮਝਦੇ ਹੁੰਦੇ ਸੀ, ਸੁਣਦੇ ਹੁੰਦੇ ਸੀ ਕਿ ਸ਼ਾਇਦ ਕੋਈ ਨਾ ਕੋਈ ਵਿੱਚ ਲੋਕ ਜਿਹੜੇ ਮਾੜੇ ਹੁੰਦੇ ਆ ਉਹ ਨਿਕਲਦੇ ਆ, ਤਾਂ ਉਹ ਕੀ ਕਰਦੇ ਆ, ਕਿਸੇ ਨਾ ਕਿਸੇ ਤਰ੍ਹਾਂ ਦੀਆਂ ਦੁਵਿਧਾਵਾਂ ਦੇ ਵਿੱਚ ਲੋਕਾਂ ਨੂੰ ਪਾ ਕੇ, ਜਾਂ ਕੁਝ ਲੋਕ ਵਿਕ ਜਾਂਦੇ ਆ, ਜਾਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਤਾਂ ਇਹ ਅੰਦੋਲਨ, ਜਿਵੇਂ ਤੁਸੀਂ ਕਿਹਾ ਕਿ ਪਰਮਾਤਮਾ ਦੀ ਰਜ਼ਾ ਵੀ ਹੈਗੀ ਹੈ ਸ਼ਾਇਦ ਇਹਦੇ ਵਿੱਚ ਕਿ ਇੰਨੇ ਲੋਕ ਇਕੱਠੇ ਬੈਠੇ ਆ ਤੇ ਸ਼ਾਂਤੀਪੂਰਨ ਚੱਲ ਰਿਹਾ, ਤੇ ਲੀਡਰ ਵੀ ਆਪਣੀ ਜ਼ਿੰਮੇਵਾਰੀ, ਜਿੰਨੇ ਵੀ ਆਪਣੇ ਅੱਗੇ ਲੱਗੇ ਹੋਏ ਆ, ਆਪਣੀ ਜ਼ਿੰਮੇਵਾਰੀ ਨਿਭਾ ਕੇ ਇਸ ਅੰਦੋਲਨ ਨੂੰ ਬੜਾ ਅੱਗੇ ਲੈ ਕੇ ਜਾ ਰਹੇ ਆ। ਹੁਣ ਆਪ ਦੇਖਦੇ ਆ ਅੱਜ ਕੀ ਬਣਦਾ ਹੈ, ਜਿਹੜਾ ਆਪਣਾ ਅੰਦੋਲਨ, ਜਿਹੜਾ ਆਪਣਾ ਅਦਾਲਤ ਦੇ ਵਿੱਚ ਅੱਜ ਕਨਵਰਸੇਸ਼ਨ ਹੋਣੀ ਹੈ, ਉਹਦੇ ਵਿੱਚੋਂ ਕੀ ਨਿਕਲ ਕੇ ਆਉਣਾ, ਸਾਰਿਆਂ ਦੀ ਨਜ਼ਰ ਉਹਦੇ ਤੇ ਹੋਊਗੀ। ਤੇ ਅਮਰਜੀਤ ਵੀਰ ਜੀ, ਤੁਸੀਂ ਇੱਕ ਵੀਡੀਓ ਪਲੇ ਕਰਨ ਲੱਗੇ ਸੀ, ਤਾਂ ਰੈਡੀ ਹੈਗੀ ਤਾਂ ਆਪਾਂ ਉਹ ਪਲੇ ਕਰ ਲਈਏ? ਜਰੂਰ ਜਰੂਰ ਭਾਜੀ। ਬਾਕੀ ਸਾਡੇ ਨਾਲ ਫੇਸਬੁੱਕ ਤੇ ਹਾਂਜੀ ਜੀ ਜੀ, ਸਾਡੇ ਨਾਲ ਫੇਸਬੁੱਕ ਤੇ ਜੁੜੇ ਜਿੰਨੇ ਵੀ ਸਾਥੀ ਹੈਗੇ ਆ, ਸਾਰਿਆਂ ਦਾ ਪਿਆਰ ਤੇ ਸਤਿਕਾਰ ਨਾਲ ਸਵਾਗਤ ਹੈਗਾ। ਤੇ ਰਿਕੁਐਸਟ ਕਰਦੇ ਆ ਕਿ ਸਾਰੇ ਜਣੇ ਤੁਸੀਂ ਜਿਹੜੀ ਇਹ ਸਾਡਾ ਪ੍ਰੋਗਰਾਮ ਹੈਗਾ ਇਹਨੂੰ ਸ਼ੇਅਰ ਕਰੋ, ਤੇ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ। ਧੀਆਂ, ਬੱਚੀਆਂ, ਹਮ ਉਮਰ, ਨੌਜਵਾਨ ਵੀਰ ਤੇ ਸਾਰੇ ਮੇਰੇ ਕਲਾਕਾਰ ਭਰਾ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਲਫ਼ਜ਼ ਬੌਣੇ ਆ, ਮੈਨੂੰ ਕੋਈ ਸਮਝ ਨਹੀਂ ਆਉਂਦੀ ਕੀ ਬੋਲੀਏ ਕੀ ਕਹੀਏ, ਪਰ ਇਹ ਜ਼ਰੂਰ ਹੈ ਕਿ ਹੋ ਸਕੇ ਕਾਸ਼ ਮੈਂ ਸਾਹਮਣੇ ਬੈਠੀਆਂ ਨੀਆਂ ਇਹ ਮਾਵਾਂ, ਇਹ ਬੱਚੀਆਂ, ਇਹ ਸਾਡੇ ਬਜ਼ੁਰਗ, ਜੀ ਕਰਦਾ ਇਹਨਾਂ ਦੇ ਚਰਨ ਕੱਲੇ ਕੱਲੇ ਦੇ ਆ ਕੇ ਚਰਨਾਂ ਤੇ ਮੱਥਾ ਟੇਕਾਂ ਕਿ ਧੰਨੋ ਤੁਸੀਂ ਦੁਨੀਆ ਨੂੰ ਦੱਸ ਦਿੱਤਾ ਅੰਦੋਲਨ ਕੀ ਹੁੰਦੇ ਆ, ਕਿਸ ਤਰ੍ਹਾਂ ਸ਼ਾਂਤਮਈ ਅੰਦੋਲਨ ਕੀਤੇ ਜਾਂਦੇ। ਅਮਰੀਕਾ ਦੇ ਵਿੱਚ ਮੈਂ ਪਹਿਲਾਂ ਵੀ ਸਟੇਜ ਤੇ ਕਿਹਾ, ਬਹੁਤ ਵੱਡੀ ਇੱਕ ਮੂਵਮੈਂਟ ਪਿੱਛੇ ਜੇ ਚੱਲੀ, ਬਲੈਕ ਲਾਈਵਸ ਮੈਟਰ, ਲੇਕਿਨ ਹਫ਼ਤੇ 10 ਦਿਨਾਂ ਦੇ ਵਿੱਚ ਦੁਕਾਨਾਂ ਦੀ ਭੰਨ ਤੋੜ ਸ਼ੁਰੂ ਹੋ ਗਈ, ਲੁੱਟਾਂ ਖੋਹਾਂ ਸ਼ੁਰੂ ਹੋ ਗਈਆਂ। ਔਰ ਇੱਕ ਤੁਸੀਂ ਧੰਨੋ ਜਿਨ੍ਹਾਂ ਨੇ ਵਰਦੀਆਂ ਪਾਣੀ ਦੀਆਂ ਵਿਛਾੜਾਂ, ਗੈਸ ਦੇ ਗੋਲੇ ਸਭ ਆਪਣੇ ਪਿੰਡਿਆਂ ਤੇ ਝੱਲੇ, ਤੇ ਅੱਧੇ ਘੰਟੇ ਬਾਅਦ ਉਹਨਾਂ ਨੂੰ ਕਹਿੰਦੇ ਆ ਆਜੋ ਸਾਡੇ ਨਾਲ ਬੈਠ ਕੇ ਲੰਗਰ ਛਕੋ, ਪ੍ਰਸ਼ਾਦਾ ਛਕੋ ਸਾਡੇ ਨਾਲ ਬੈਠ ਕੇ। ਸਤਿ ਸ੍ਰੀ ਅਕਾਲ। ਤੁਸੀਂ ਲੋਕ ਧੰਨੋ, ਅੱਜ ਦੁਨੀਆ ਦੇ ਵਿੱਚ, ਦੁਨੀਆ ਦੇ ਛੱਡੋ ਇਹ ਗੱਲਾਂ, ਇਹ ਕੋਈ ਸ਼ਿਕਾਇਤਾਂ ਮੈਂ ਸਮਝਦਾ ਵੀ ਹੁਣ ਛੱਡ ਦੇਣੀਆਂ ਚਾਹੀਦੀਆਂ। ਗੋਦੀ ਮੀਡੀਆ ਲਾ ਲੈਣ ਜਿਹੜਾ ਜ਼ੋਰ ਉਹਨਾਂ ਨੇ ਲਾਉਣਾ, ਅੱਗੇ ਤੁਹਾਡਾ ਕੀ ਵਿਗਾੜ ਲਿਆ ਉਹਨਾਂ ਨੇ? ਆ ਕੱਲੇ ਕੱਲੇ ਜਵਾਕ ਆ, ਫੋਨ ਖੜੀ ਹੱਥਾਂ 'ਚ ਫੜੀ ਬੈਠੇ, ਉਹ ਤੁਹਾਡੀ ਦੁਨੀਆ ਭਰ ਦੇ ਵਿੱਚ ਆਵਾਜ਼ ਜਾ ਰਹੀ ਆ। ਅੱਜ ਅੰਦੋਲਨ ਇੱਥੋਂ ਤੱਕ ਪਹੁੰਚ ਗਿਆ ਕਿ ਕੋਈ ਇਸ ਅੰਦੋਲਨ ਬਾਰੇ 4 ਲੈਣਾ ਨਹੀਂ ਲਿਖਦਾ, ਇਸ ਅੰਦੋਲਨ 'ਚ ਆ ਕੇ ਹਾਜ਼ਰੀ ਨਹੀਂ ਭਰ ਸਕਦਾ।
ਤਾਂ ਉਹ ਸਮਝਦਾ ਮੈਂ ਬਹੁਤ ਵੱਡਾ ਗੁਨਾਹ ਕਰ ਰਿਹਾ। ਸੋ ਸੱਚ ਦੀ ਆਵਾਜ਼ ਇਹ ਵਧਾ ਲੈਣ, ਝੂਠ ਜਿੰਨਾ ਵਧਾਉਣਾ ਇਹਨਾਂ ਨੂੰ, ਝੂਠ ਵੱਧ ਸਕਦਾ ਘਟ ਸਕਦਾ, ਪਰ ਸੱਚ ਜਿੱਡਾ ਹੈ ਸੱਚ ਓਡਾ ਹੀ ਰਹਿਣਾ। ਤੇ ਸੱਚ ਇਹ ਤੁਹਾਡੇ ਪੱਲੇ ਆ, ਤੇ ਆਖਰ ਇੱਕ ਦਿਨ ਇਹ ਸੱਚ ਦੀ ਜਿੱਤ ਹੋਣੀ। ਮੈਂ ਕਲਾਕਾਰ ਅਸੀਂ ਸਾਰੇ ਥੋੜਾ ਦਿੱਤਾ ਖਾਂਦੇ ਹੀ ਨਹੀਂ। ਅਸੀਂ ਤਾਂ ਜੋ ਕੁਛ ਆ ਲੀੜਾ ਕੱਪੜਾ ਸਿਰ ਤੋਂ ਪੈਰਾਂ ਤੱਕ, ਕਾਰਾਂ ਗੱਡੀਆਂ ਜੋ ਸਾਡੇ ਕੋਲ ਹੈ ਉਹ ਸਭ ਤੁਹਾਡੀ ਬਦੌਲਤ ਆ। ਤੁਹਾਡੇ ਪੁੱਤਾਂ ਦੇ, ਤੁਹਾਡੇ ਪੋਤਿਆਂ ਦੇ ਵਿਆਹਾਂ ਦੇ ਵਿੱਚ ਅਸੀਂ ਖਾੜੇ ਲਾਏ, ਤੁਸੀਂ ਸਾਨੂੰ ਵੱਡੇ ਬਣਾ ਦਿੱਤਾ। ਕਿਸਾਨ ਦੇ ਪੁੱਤਾਂ ਸਾਹਮਣੇ ਬੈਠੇ ਭੁੱਖ ਹੜਤਾਲ ਤੇ ਸਾਡੇ ਸਤਿਕਾਰਯੋਗ, ਇਹ ਮੇਰੇ ਚਾਚੇ ਤਾਏ ਮੇਰੇ ਬਾਬੇ ਆ, ਇਹਨਾਂ ਦੇ ਹੱਥਾਂ 'ਚ ਇਹ ਜੇ ਘਰਾਂ 'ਚ ਅਸੀਂ ਜੰਮੇ ਜਾਏ ਆ, ਵੱਡੇ ਹੋਏ ਆ, ਜਦ ਤੁਸੀਂ ਸਾਡੀ ਬੱਲੇ ਬੱਲੇ ਕਰਵਾਈ, ਦੁਨੀਆ ਦੇ ਸਾਨੂੰ ਬਾਦਸ਼ਾਹ ਬਣਾਇਆ। ਅੱਜ ਦੁੱਖ ਦੀ ਘੜੀ ਜਦੋਂ ਕਿਸਾਨ ਤੇ ਹੋਵੇ, ਸਾਡੇ ਪਿੰਡਾਂ ਤੇ ਸਾਡੀ ਜ਼ਮੀਨ ਤੱਕ ਉਹ ਤਕਲੀਫ ਆ ਪਹੁੰਚੀ ਹੋਵੇ, ਤਾਂ ਮੈਂ ਸਮਝਦਾ ਹਰ ਕਲਾਕਾਰ ਦਾ ਫਰਜ਼ ਬਣਦਾ ਇਸ ਮੋਰਚੇ ਦੇ ਲਈ ਜਿੱਥੇ ਵੀ ਬੈਠਾ ਜਿੰਨੇ ਜੋਗਾ ਉਹ ਆਵਾਜ਼ ਬੁਲੰਦ ਕਰੇ। ਦੁਨੀਆ ਭਰ ਦਾ ਅੱਜ ਪੰਜਾਬੀ ਹਿੰਦੁਸਤਾਨੀ ਉਹ ਸਵੇਰੇ ਉੱਠਦਾ ਪਹਿਲੀ ਗੱਲ ਉਹ ਆਪਣੀਆਂ ਫੇਸਬੁੱਕਾਂ ਖੋਲਦਾ, ਅਰਦਾਸ ਕਰਦਾ ਕਿ ਅੱਜ ਚੱਜ ਦੀ ਕੋਈ ਚੰਗੀ ਖਬਰ ਆ ਜਾਵੇ। ਤੁਹਾਡੇ ਨਾਲ ਨੇ ਸਾਰੇ, ਤੇ ਨੌਜਵਾਨ ਮੇਰੇ ਵੀਰਾਂ ਨੂੰ, ਮੇਰੇ ਬੱਚਿਆਂ ਨੂੰ, ਛੋਟੇ ਜੀਜ਼ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਇਹਨਾਂ ਨੇ ਤਾਂ ਸਾਰੀ ਉਮਰ ਰੁੱਖੀ ਮਿੱਸੀ ਹੈ। ਸਾਡੇ ਬਜ਼ੁਰਗ ਜਿਹੜੇ ਬੈਠੇ ਆ, ਸਾਡੀਆਂ ਮਾਵਾਂ, ਜੋ ਜਿਸ ਤਰ੍ਹਾਂ ਦਾ ਮਿਲਿਆ ਪਹਿਨ ਲਿਆ ਖਾ ਲਿਆ, ਇਹਨਾਂ ਕੋਲੇ ਸਬਰ ਹੀ ਸਬਰ ਆ। ਤੇ ਇਮਤਿਹਾਨ ਤੁਹਾਡਾਗਾ, ਜਦ ਵੀ ਕੋਈ ਗੱਲ ਵਿਗੜੀ ਜਾਂ ਸਾਨੂੰ ਬਦਨਾਮ ਕਰਨ ਦਾ ਮੌਕਾ ਮਿਲਿਆ ਜਾਂ ਮੌਕਾ ਦਿੱਤਾ, ਮੇਰੀ ਮਿਹਨਤ ਦੇਖੋ ਕਿਤੇ ਤੁਹਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ, ਕੋਈ ਕੁਤਾਹੀ ਨਾ ਹੋ ਜਾਵੇ। ਇਹਨਾਂ ਦੀਆਂ ਇਹ ਦਾੜੀਆਂ, ਚਿੱਟੀਆਂ ਦਾੜੀਆਂ, ਇਹਨਾਂ ਦੀ ਇੱਜ਼ਤ, ਇਹਨਾਂ ਨੂੰ ਜਿੱਤ, ਇਹਨਾਂ ਨੂੰ ਸਨਮਾਨ ਤੁਸੀਂ ਨੌਜਵਾਨਾਂ ਨੇ ਦਿਵਾਉਣਾ। ਤੁਹਾਨੂੰ ਭਗਤ ਸਿੰਘ, ਤੁਹਾਨੂੰ ਸਰਾਭੇ, ਰਾਜਗੁਰੂ ਸੁਖਦੇਵ ਕਦੇ ਮਾਫ ਨਹੀਂ ਕਰਨਗੇ ਜੇ ਤੁਸੀਂ ਕੋਈ ਇਸ ਤਰ੍ਹਾਂ ਦੀ ਗਲਤੀ ਕਰ ਬੈਠੇ। ਅਸੀਂ ਪਹਿਲੇ ਦਿਨ ਤੋਂ ਕਲਾਕਾਰ ਯੂਨੀਅਨਾਂ ਦੇ ਪਿੱਛੇ ਆ, ਜਿੰਨੀਆਂ ਵੀ ਕਿਸਾਨ ਯੂਨੀਅਨ ਤੁਹਾਡੇ ਨਾਲ ਆ। ਆਪਣੇ ਆਪਣੇ ਪਲੇਟਫਾਰਮਸ ਤੇ ਆਪਣੇ ਗੀਤਾਂ ਦੇ ਰਾਹੀਂ ਅਸੀਂ ਤੁਹਾਡੀ ਆਵਾਜ਼ ਬੁਲੰਦ ਕਰਦੇ ਰਵਾਂਗੇ। ਮੇਰਾ ਦਿਲੋਂ ਸਾਰੇ ਜਿੰਨੇ ਅਸੀਂ ਕਲਾਕਾਰ ਆ, ਸਤਿਕਾਰ ਦੇ ਨਾਲ ਮੈਂ ਸਿਰ ਝੁਕਾਉਣਾ ਮੇਰੇ ਬਾਈ, ਮੇਰਾ ਛੋਟਾ ਵੀਰ ਅਜੀਜ਼ ਕੰਵਰ ਗਰੇਵਾਲ ਹੁਰੀ, ਹਰਫ ਚੀਮਾ, ਵੜੈਚ ਹੁਰੀ, ਗੁਲਪੁਰੀ, ਸਾਰੇ ਜਿਹੜੇ ਟੋਟਲੀ ਅਸੀਂ ਤਾਂ ਫਿਰ 5-7 ਦਿਨ ਵਿੱਚ ਦੀ ਬ੍ਰੇਕ ਲੈ ਜਾਂਦੇ ਆ, ਪਰ ਇਹ ਨਿਰੰਤਰ ਤੁਹਾਡੇ ਵਿੱਚ ਨੇ। ਮੈਂ ਚਾਹਾਂਗੇ ਇਹਨਾਂ ਦੇ ਲਈ ਇੱਕ ਵਾਰੀ ਜ਼ਰੂਰ ਜ਼ੋਰਦਾਰ ਤਾੜੀ ਜ਼ਰੂਰ ਚਾਹੀਦੀ ਹੈ। ਸਾਡੀ ਕਲਾਕਾਰਾਂ ਦੀ ਨੁਮਾਇੰਦਗੀ ਕਰ ਰਹੇ ਨੇ। ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ। ਬਹੁਤ ਤੁਹਾਡਾ ਧੰਨਵਾਦ। ਤੁਹਾਡੇ ਆ, ਤੁਹਾਡੇ ਨਾਲ ਹੈ। ਬਸ ਜਿੱਤ ਪੱਕੀ ਹੋਣੀ ਆ। ਜਿਵੇਂ ਮੈਂ ਕਿਹਾ, ਸੱਚ ਨੂੰ ਰੋਕ ਨਹੀਂ ਸਕਦਾ, ਸਬਰ ਚਾਹੀਦਾ। ਉਹ ਸਬਰ ਰੱਖਾਂਗੇ। ਜੋ ਜ਼ੁਲਮ ਕਰਨਾ, ਜੋ ਧੱਕਾ ਕਰ ਲੈਣ ਉਹ ਕਰ ਲੈਣ। ਚੱਲ ਕੇ ਖੁਦ ਆਪ ਬਣਾਉਣਾ ਇਹ ਪੈਂਦਾ ਹੈ ਰਾਹਾਂ ਨੂੰ। ਜਿਵੇਂ ਤੁਸੀਂ ਰਾਹ ਬਣਾ ਕੇ ਇੱਥੋਂ ਤੱਕ ਪਹੁੰਚ ਗਏ ਹੋ ਦਿੱਲੀ ਦੀ ਹਿੱਕ ਤੇ, ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਹੈ ਰਾਹਾਂ ਨੂੰ। ਓਏ ਕਿਹੜਾ ਬੰਨ ਮਾਰੂ ਯਾਰੋ ਇਹ ਵਗਦਿਆਂ ਦਰਿਆਵਾਂ ਨੂੰ। ਇਹ ਸੱਚ ਦੇ ਦਰਿਆ ਵਗਦੇ ਆ, ਇਹਨਾਂ ਨੂੰ ਕੋਈ ਬੰਨ ਮਾਰ ਨਹੀਂ ਸਕਦਾ। ਮੈਂ ਦੋ ਬੋਲ ਆਪਣੇ ਇੱਕ ਗੀਤ ਦੇ ਲਵਾ ਕੇ, ਬਾਕੀ ਬਹੁਤ ਸਾਰੇ ਕਲਾਕਾਰ ਉਹਨਾਂ ਨੇ। ਹਾਂਜੀ ਭਾਈ, ਵੈਰੀ ਨਾਈਸ। ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ। ਆਪਣੇ ਨਾਲ ਇੱਕ ਵੀਰ ਜੀ ਜੁੜੇ ਹੋਏ ਆ, ਕਮਲਜੀਤ ਸਿੰਘ ਜੀ। ਉਹ ਆਪਣੇ ਰਿਮਾਰਕਸ ਦੇ ਰਹੇ ਆ ਕਿ ਸ਼ਾਇਦ ਇਹਨਾਂ ਦਾ ਹਰਭਜਨ ਮਾਨ ਦਾ ਰਾਮੂ ਵਾਲੀਆ ਨਾਲ ਜੋ ਵੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਸ਼ਾਇਦ ਉਹ ਕੁਝ ਕਹਿਣਾ ਚਾਹੁੰਦੇ ਸੀ। ਪਰ ਗੱਲ ਇਹ ਹੁੰਦੀ ਕਿ ਆਪਾਂ ਸਾਰਿਆਂ ਦਾ ਹੀ ਪਿੱਛੇ ਕੋਈ ਨਾ ਕੋਈ ਬੈਕਗ੍ਰਾਉਂਡ ਹੁੰਦੀ ਹੈ। ਕਿਤੇ ਨਾ ਕਿਤੇ ਆਪਾਂ ਲਾਈਫ ਦੇ ਵਿੱਚ ਗਲਤੀਆਂ ਕੀਤੀਆਂ ਹੁੰਦੀਆਂ। ਪਰ ਗੱਲ ਇਹ ਹੈਗੀ ਕਿ ਅੱਜ ਕਿੱਥੇ ਖੜੇ ਆ ਆਪਾਂ, ਅੱਜ ਸਾਰੇ ਇਕੱਠੇ ਖੜੇ ਆ ਆਪਣੇ ਪਿੰਡਾਂ ਵਾਸਤੇ, ਆਪਣੇ ਮਾਂ-ਬਾਪ ਵਾਸਤੇ, ਆਪਣੇ ਬੱਚਿਆਂ ਵਾਸਤੇ ਤੇ ਆਪਣੀਆਂ ਜ਼ਮੀਨਾਂ ਵਾਸਤੇ। ਸੋ ਜਿਹੜਾ ਵੀ ਬੰਦਾ ਸਾਡੇ ਕੋਲੇ ਆ ਕੇ ਖੜਿਆ ਆ, ਉਹ ਜਿਹੜੇ ਜੀ ਤੁਹਾਡੀ ਗੱਲ ਵਿੱਚ ਜਿਹੜੇ ਉਹਨਾਂ ਦਾ ਕਨੈਕਸ਼ਨ ਆ, ਕਿਉਂਕਿ ਇਹਨਾਂ ਦਾ ਫਾਦਰ ਵੀ ਢੰਡ ਉਹ ਵਜਾਉਂਦੇ ਸੀ, ਮੇਰਾ ਖਿਆਲ ਕਲੀਆਂ ਉਹ ਲਾਉਂਦੇ ਸੀ,
ਤੇ ਜੀ। ਉਹ ਰਾਮੂ ਵਾਲੇ ਵੀ ਉਹ ਕਰਦੇ ਸੀ, ਇਸ ਕਰਕੇ ਆ, ਕੋਈ ਹੋਰ ਮੇਰਾ ਜੀ ਕੋਈ ਵੱਡੀ ਪਰ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈਗੀ ਕਿ ਇੱਕ ਸੋਹਣੀ ਗੱਲ ਇਹ ਹੈਗੀ ਕਿ ਅੱਜ ਸਾਰੇ ਖੜੇ ਆ, ਹਰਭਜਨ ਮਾਨ ਹੈ, ਉਹਦੇ ਨਾਲ ਕਿੰਨੇ ਲੋਕ ਜੁੜੇ ਹੋਣਗੇ, ਇੱਕ ਮੋਟੀਵੇਸ਼ਨ ਮਿਲਦੀ ਹੈ, ਇੱਕ ਹੌਸਲਾ ਮਿਲਦਾ, ਚੰਗੇ ਬੋਲ ਹੀ ਬੋਲ ਕੇ ਗਏ ਆ। ਸੋ ਜੇਕਰ ਇਸ ਅੰਦੋਲਨ ਦੇ ਵਿੱਚ ਮੈਨੂੰ ਲੱਗਦਾ ਕੋਈ ਮਾੜਾ ਬੰਦਾ ਵੀ ਗਿਆ ਹੋਊਗਾ ਨਾ, ਜਿਹੜਾ ਮੇਰੇ ਵਰਗਾ ਮਾੜੀ ਜੀ ਸੋਚ ਵਾਲਾ ਹੋਊਗਾ, ਉਹ ਵੀ ਨਵੀਂ ਚੀਜ਼ਾਂ ਸਿੱਖ ਕੇ ਆਇਆ ਹੋਊਗਾ, ਉਹ ਵੀ ਆਪਣੇ ਲਾਈਫ ਦੇ ਵਿੱਚ ਕੁਝ ਚੇਂਜਸ ਕਰਕੇ ਆਇਆ ਹੋਊਗਾ ਕਿ ਕਿੰਨਾ ਇੱਥੇ ਪੋਜ਼ਿਟਿਵਿਟੀ ਹੈਗੀ ਹੈ। ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਜਦੋਂ ਬਲੈਕ ਲਾਈਵਸ ਮੈਟਰ ਦੀ ਉੱਥੇ ਸੀਗਾ, ਅਮਰੀਕਾ ਦੇ ਵਿੱਚ ਚੱਲ ਰਿਹਾ ਸੀ, ਤਾਂ ਸੱਚੀ ਨੂੰ ਆਪਾਂ ਸਾਰਿਆਂ ਨੇ ਦੇਖਿਆ ਕਿ ਕਿੰਨੀ ਤੋੜਪੰਨ ਹੋਈ, ਪਰ ਇਹ ਹੈਰਾਨੀ ਦੀਆਂ ਚੀਜ਼ਾਂ ਹੈਗੀਆਂ। ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਫੇਸਬੁੱਕ ਲਾਈਵ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਜਦੋਂ ਆਪਾਂ ਉੱਥੇ ਪਹੁੰਚੇ ਸੀ ਦਿੱਲੀ, ਤਾਂ ਬਾਰਡਰ ਤੇ ਜਦੋਂ ਪਹੁੰਚੇ ਤਾਂ ਕੋਈ ਲੋਕਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਉਹਨਾਂ ਨੂੰ ਆਇਆ ਸੀਗਾ ਸਰਦਾਰ ਆ ਗਏ, ਹੁਣ ਇੱਥੇ ਕੋਈ ਨਾ ਕੋਈ ਪੰਗਾ ਕਰਨਗੇ ਇਹ। ਪਰ 2 ਦਿਨਾਂ ਦੇ ਵਿੱਚ ਜਦੋਂ ਉਹਨਾਂ ਦੇਖਿਆ ਕਿ ਤਾਂ ਸ਼ਾਂਤਮਈ ਹੈ, ਤਾਂ ਸਪੋਰਟਿਵ ਹੈਗੇ ਆ, ਤਾਂ ਸਾਨੂੰ ਲੰਗਰ ਵੀ ਖਵਾ ਰਹੇ ਆ, ਸਾਡੇ ਨਾਲ ਬੈਠ ਰਹੇ ਆ, ਸਾਡੇ ਨਾਲ ਸਫਾਈ ਹੋ ਰਿਹਾ, ਉਹੀ ਇੱਕ ਪਰਿਵਾਰਕ ਸਾਂਝ ਬਣ ਗਈ। ਤੇ ਹੁਣ ਉਹ ਚਾਹੁੰਦੇ ਆ ਕਿ ਜਾਣ ਹੀ ਨਾ, ਇਹ ਵਧੀਆ ਇੱਥੇ ਬੈਠੇ ਰਹਿਣ, ਇੱਕ ਰੌਣਕਾਂ ਲੱਗ ਗਈਆਂ ਉਹਨਾਂ ਵਾਸਤੇ ਵੀ। ਸੋ ਬੜੀ ਵਧੀਆ ਵੀਡੀਓ ਹੈ। ਚਰਨਜੀਤ ਜੀ, ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਜਾਂ ਇਹਦੇ ਵਿੱਚੋਂ ਜੋ ਵੀ ਉਹਨਾਂ ਨੇ ਦੇਖੋ ਤੱਥ ਜੀ, ਦੱਸੇ? ਯੰਗ ਮੈਨ ਨੇ ਐਜ਼ ਅ ਸਿੰਗਰ ਜਾਂ ਲੋਕਾਂ ਦੇ ਵਿੱਚ ਉਹਨੇ ਆਖਿਆ ਕਿ ਸਾਡਾ, ਅਸੀਂ ਜੋ ਵੀ ਅੱਜ ਹੈਗੇ ਆ, ਅਸੀਂ ਕਿਸਾਨਾਂ ਕਰਕੇ ਆ, ਕਿਉਂਕਿ ਉਹਨਾਂ ਦੀ ਇਨਕਮ ਇਹ ਆ, ਇਕੱਲੇ ਉਹੀ ਨਹੀਂ ਹੈਗੇ। ਉਹ ਤਾਂ ਉਹ ਕੋਈ ਵੀ ਜਿਹੜਾ ਪਿੰਡ ਦੇ ਵਿੱਚ ਛੋਟੀ ਦੁਕਾਨ ਵੀ ਹੋਵੇ ਕਿਸੇ ਦੀ, ਕਿਸੇ ਦੀ ਵੀ ਲਾ ਲੇ ਜੀ, ਤਾਂ ਪੰਡ ਦੀ ਜਾਂ ਕਿਸੇ ਦੀ ਵੀ ਹੋਵੇ, ਉਹ ਵੀ ਉਹਦੇ ਤੇ ਬੈਠਾ। ਪਿੰਡਾਂ ਦੀ ਤਾਂ 70% ਲੋਕੀ ਹੀ ਕਿਸਾਨਾਂ ਤੇ ਨੇ। ਤੇ ਜੇ ਕੋਈ ਪਿੰਡ ਦੇ ਵਿੱਚ ਕੋਈ ਆਪਣਾ ਭੀਖ ਮੰਗਣ ਵਾਲਾ ਵੀ ਵਿਚਾਰਾ ਆਉਂਦਾ, ਉਹ ਸਾਰੇ ਪਿੰਡ ਦੇ ਕਿਸਾਨਾਂ ਦੇ ਘਰਾਂ ਤੇ ਜਾ ਕੇ ਆਟਾ ਦਾਣਾ ਇਕੱਠੇ ਕਰਕੇ ਲੈ ਕੇ ਆਉਂਦਾ ਤੇ ਆਪਦੇ ਟੱਬਰ ਨੂੰ ਖਿਲਾਉਂਦਾ। ਇਸ ਦੇ ਕੱਲ ਨੂੰ ਇਹ ਲੋਕੀ ਦੇ ਕੋਲ ਹੀ ਕੁਛ ਨਾ ਹੋਇਆ ਤਾਂ ਉਹਨਾਂ ਲੋਕਾਂ ਵਿਚਾਰਿਆਂ ਦਾ ਕੀ ਹੋਊਗਾ? ਤੁਸੀਂ ਪਿੰਡਾਂ ਦੇ ਜਾ ਕੇ ਦੇਖੋ, ਜਦੋਂ ਕਿਸੇ ਦੀ ਡੋਰ ਖੜਕਾਉਂਦਾ ਤਾਂ ਉਹ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਆ, ਰੋਟੀ ਚਾਹੀਦੀ ਆ। ਉਹ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਰਹਿੰਦੇ ਨੇ, ਉਹਨਾਂ ਦੀ ਮਾਈ ਦੂਜੀ ਚੀਜ਼ ਨਹੀਂ ਦੇਖਦੀ। ਉਹ ਕਹਿੰਦੀ ਪੁੱਤ ਵੀ ਇੱਥੇ ਮੈਂ ਨਹੀਂ ਬਣੀ ਤਾਂ ਮੈਂ ਰੋਟੀ ਤੈਨੂੰ ਬਣਾ ਕੇ ਦੇ ਦਿੰਦੀ ਆ। ਕੋਈ ਗੱਲ, ਕੋਈ ਕੁਐਸਚਨ ਹੀ ਨਹੀਂ ਪੁੱਛਦੇ ਦੂਜਾ ਵੀ ਤੂੰ ਭਾਈ ਕਿੱਥੋਂ ਆਇਆ, ਕੌਣ ਆ, ਚੋਰ ਆ, ਡਾਕੂ ਆ, ਕਿੱਥੋਂ ਨੱਠ ਕੇ ਆਇਆ, ਕੀ ਆ। ਇਹ ਮਾਹੌਲ ਆ ਪੰਜਾਬ ਦਾ, ਪਿੰਡਾਂ ਦਾ, ਹੋਰਾਂ ਦੇ ਪਿੰਡਾਂ ਦਾ। ਕਿਉਂ ਪੰਜਾਬ ਦਾ ਜ਼ਿਆਦਾ ਆ? ਕਿਉਂਕਿ ਪੰਜਾਬ ਦੇ ਵਿੱਚ ਖੁੱਲੇ ਦਾਣੇ ਨੇ, ਖੁੱਲੇ ਇਨਕਮ ਹੈਗੀ ਉਹਨਾਂ ਦੀ। ਤੇ ਉਹ ਇਹ ਚੀਜ਼ ਨੂੰ ਤੁਸੀਂ ਭਾਈਚਾਰੇ ਨੂੰ ਖਰਾਬ ਕਰਨਾ ਤਾਂ ਇਸ ਜਸਟ ਡਿਸਟਰੋਇੰਗ ਅ ਕਲਚਰ। ਇਹ ਅੱਜ ਤੁਸੀਂ ਅਮਰੀਕਾ ਦੇ ਵਿੱਚ ਦੇਖ ਲਓ, ਇਹਨਾਂ ਨੇ ਕਲਚਰ ਨੂੰ ਰੱਖਣ ਵਾਸਤੇ, ਜਿਵੇਂ ਰੈੱਡ ਇੰਡੀਅਨ ਸੀ ਵਿਚਾਰੇ, ਉਹਨਾਂ ਨੂੰ ਜਗ੍ਹਾ ਦਿੱਤੀਆਂ ਹੋਈਆਂ ਨੇ, ਭਾਈ ਤੁਸੀਂ ਆਪਦਾ ਕਲਚਰ ਸਾਂਭ ਕੇ ਰੱਖੋ। ਫਿਰ ਵੀ ਜੋ ਪਿੱਛੇ ਗਲਤੀਆਂ ਹੋ ਗਈਆਂ ਠੀਕ ਆ, ਪਰ ਹੁਣ ਅੱਗੇ ਤੋਂ ਨਾ ਹੋਣ। ਇਹ ਤਾਂ ਕਲਚਰ ਨੂੰ ਬਣਾਉਣਾ ਚਾਹੁੰਦੇ ਨੇ, ਇੱਕ ਚੀਜ਼ ਨੂੰ ਰੱਖਣਾ ਚਾਹੁੰਦੇ ਨੇ। ਇੱਥੇ ਸਾਡੇ ਕਹਿੰਦੇ ਨੇ ਚੱਕ ਦੋ। ਤੇ ਦੂਜੇ ਪਾਸੇ ਗੱਲ ਹੋਰ ਆ ਵੀ ਦੇਖੋ, ਜਦੋਂ ਦੀ GST ਆਈ ਆ, ਜਿਹੜੀ ਫਾਰਮਿੰਗ ਆ ਇਹ ਟੈਕਸ ਫ੍ਰੀ ਆ ਸਾਰਾ। ਤੁਸੀਂ ਅੱਜ ਕੋਈ ਵੀ ਮਾਮਲਾ ਦਿੰਦੇ ਹੋ, ਮਾਮਲੇ ਤੇ ਜ਼ਮੀਨ ਦਿੰਦੇ ਹੋ, ਕੈਸ਼ ਪੈਸੇ ਲੈਂਦੇ ਹੋ, ਕਿਸ ਤਰ੍ਹਾਂ ਵੀ ਲੈਂਦੇ ਹੋ, ਉਹਦੇ ਤੁਹਾਡਾ ਕੋਈ GST ਦੇਣਾ ਪੈਂਦਾ ਨਹੀਂ ਹੈਗਾ। ਜੇ ਤੁਸੀਂ ਜ਼ਮੀਨ ਵੇਚਦੇ ਵੀ ਹੋ ਤਾਂ ਵੀ ਆ, ਜੇ ਤੁਸੀਂ ਉਹ ਤੋਂ ਕੋਈ ਇਨਕਮ ਲੈਂਦੇ ਹੋ ਤੁਹਾਨੂੰ ਕੁਛ ਨਹੀਂ ਦੇਣਾ ਪੈਂਦਾ। ਪਰ ਜਦੋਂ ਹੁਣ ਇਸ ਕਾਨੂੰਨ ਦੇ ਅੰਦਰ ਦੇ ਇਹ ਦੇਖ ਨਹੀਂ ਰਹੇ ਇਹ ਚੀਜ਼ਾਂ ਨੂੰ, ਇਸ ਕਾਨੂੰਨ ਦੇ ਅੰਦਰ ਜਦੋਂ ਗਾਹਾਂ ਤੁਸੀਂ ਕੋਆਪਰੇਟ ਸੋਸਾਇਟੀ ਬੰਦਿਆਂ ਨੂੰ, ਵੱਡੇ ਬੰਦਿਆਂ ਨੂੰ, ਸ਼ੱਕ 10,000 ਰੁਪਇਆ ਉਹਨਾਂ ਨੇ ਮਾਮਲਾ ਜ਼ਿਆਦਾ ਵੀ ਦੇ ਦਿੱਤਾ ਜੀ, ਉਹਦੇ ਤੇ 20% ਤੁਹਾਡਾ ਟੈਕਸ ਲੱਗੂਗਾ। ਜਿਹੜੀ ਉਹ ਛੂਟ ਦਿੱਤੀ ਜਾਊਗੀ, ਉਹ ਜਿਹੜਾ ਕੋਆਪਰੇਟ ਹੈਗੀਆਂ ਕੰਪਨੀਆਂ ਉਹਨਾਂ ਨੂੰ ਦਿੱਤੀ ਜਾਊਗੀ, ਤੁਹਾਨੂੰ ਨਹੀਂ ਦਿੱਤੀ ਜਾਣੀ ਹੈਗੀ। ਜੋ ਵੀ ਫਾਰਮਰਸ ਜ਼ਮੀਨ ਦੇਣਗੇ ਜਾਂ ਉੱਥੇ ਕੋਈ ਕੰਮ ਕਰਨ ਵਾਲੇ ਨੇ, ਉਹਨਾਂ ਦੇ ਉੱਤੇ GST ਲੱਗੂ, ਜੋ ਵੀ ਚੀਜ਼ ਲੈਣਗੇ ਉਹ। ਜੇ ਉਹ ਕੱਲ ਨੂੰ, ਜੇ ਮੇਰੀ ਜ਼ਮੀਨ, ਤੁਹਾਡੀ ਜ਼ਮੀਨ ਆ, ਮੇਰੀ ਜ਼ਮੀਨ ਆ, ਜਾਂ ਉੱਥੇ ਹੈਗੀ ਕਿਸੇ ਦੀ ਵੀ ਜ਼ਮੀਨ ਆ, ਜਦੋਂ ਮਾਮਲੇ ਤੇ ਦਊਗਾ ਉਹਦੇ ਤੇ 20% ਟੈਕਸ ਲੱਗੂਗਾ ਹੋਰ ਜੀ। ਇਹ ਲੋਕਾਂ ਨੂੰ ਪਤਾ ਨਹੀਂ ਹੈਗਾ, ਲੋਕੀ ਦੇਖ ਨਹੀਂ ਰਹੇ ਹੈਗੇ ਇਸ ਚੀਜ਼ ਨੂੰ। ਜੇ ਉਹ 10,000 ਰੁਪਇਆ ਜ਼ਿਆਦਾ ਵੀ ਦੇ ਦੇਣਗੇ, ਉਹ ਤੇ 20% ਹੋਰ ਲੱਗ ਜਾਣਾ ਉੱਥੇ, ਤੁਸੀਂ ਤਾਂ ਉੱਥੇ ਆ ਗਏ ਜੀ। ਫਿਰ ਦੂਜੀ ਗੱਲ, ਜਿਹੜੇ ਇਹ ਲੇਬਰ ਕਾਨੂੰਨ ਇਹਨਾਂ ਨੇ ਬਣਾ ਦਿੱਤੇ ਆ, ਇਹ ਤਾਂ ਜਦੋਂ ਮਰਜ਼ੀ ਹਟਾ ਦੇਣ ਲੇਬਰ ਨੂੰ ਤੇ ਜਦੋਂ ਮਰਜ਼ੀ ਰੱਖ ਲੈਣ। ਉਹਦਾ ਲੇਬਰ ਦਾ ਤਾਂ ਕੋਈ ਹੱਕ ਹੀ ਨਹੀਂ ਰਿਹਾ ਹੈਗਾ।
ਇਕੱਠੇ 200 300 ਨੂੰ ਤੁਸੀਂ ਇੱਕ ਦਿਨ ਹੀ ਕਹਿ ਸਕਦੇ ਭਾਈ ਤੁਸੀਂ ਆਉਣਾ ਨਹੀਂ ਕੱਲ ਨੂੰ। ਇਹ ਚੀਜ਼ਾਂ ਤਾਂ ਯੂਰਪ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਹੁੰਦੀਆਂ ਸੀ, ਫਸਟ ਵਰਲਡ ਵਾਰ ਵੇਲੇ ਹੁੰਦੀਆਂ ਸੀ, 100 ਸਾਲ ਪਹਿਲਾਂ ਹੁੰਦੀਆਂ ਸੀ। ਉਹਨਾਂ ਨੇ ਵੀ ਇਹ ਚੀਜ਼ਾਂ ਹਟਾਤੀਆਂ ਨੇ ਜੀ, ਤੇ ਅਸੀਂ ਸ਼ੁਰੂ ਕਰਨ ਲੱਗੇ ਆ। ਇਹ ਤਾਂ ਜਸਟ ਡਿਸਟਰੋਇੰਗ ਅ ਹਿਊਮਨ ਕੌਨਸ਼ੀਅੰਸ। ਤੁਸੀਂ ਹਿਊਮਨ ਨੂੰ ਜਮਾਂ ਹੀ ਡਿਸਟਰੋਏ ਕਰ ਰਹੇ ਹੋ, ਉਹਦਾ ਸ਼ੋਸ਼ਣ ਕਰ ਰਹੇ ਹੋ 21st ਸੈਂਚੁਰੀ ਦੇ ਵਿੱਚ ਕਰਨ ਨੂੰ ਤੁਸੀਂ ਤਿਆਰ ਹੋ ਗਏ ਹੋ। ਅੱਜ 21ਵੀਂ ਸੈਂਚੁਰੀ ਜਿੱਥੇ ਅਸੀਂ ਕਹਿੰਦੇ ਅਸੀਂ ਚੰਦ ਤੇ ਜਾ ਕੇ ਦਵਾਈਆਂ ਬਣਾਉਣੀਆਂ ਨੇ ਤੇ ਅਸੀਂ ਆਹ ਕਰਨਾ, ਅਸੀਂ ਉਹ ਕਰਨਾ, ਅਸੀਂ ਬਣਾਉਣਾ ਭਾਰਤ ਨੂੰ ਗ੍ਰੇਟ ਬਣਾਉਣਾ, ਤੇ ਤੁਸੀਂ ਤਾਂ ਲੋਕਾਂ ਦੇ ਸ਼ੋਸ਼ਣ ਕਰਨ ਵਾਸਤੇ ਉਹਨਾਂ ਦੇ ਰਾਈਟਸ ਖੋ ਕੇ ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਗੁਲਾਮੀ ਦੇ ਰਸਤੇ ਤੇ ਤੁਰ ਰਹੇ ਹੋ, ਜਿਸ ਤਰ੍ਹਾਂ 100 ਸਾਲ ਪਹਿਲਾਂ ਇਹਨਾਂ ਕੰਟਰੀਆਂ ਦੇ ਵਿੱਚ ਸੀ। ਜੀ ਜੀ ਬਿਲਕੁਲ, that's very dangerous। ਜੀ ਅਮਰਵੀਰ ਜੀ, ਇੱਕ ਮੇਰੇ ਗੱਲਬਾਤ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਉਦਾਂ ਹੀ ਇੱਕ ਸਵਾਲ ਆਇਆ, ਮੈਂ ਕਿਹਾ ਚਲੋ ਤੁਹਾਡੇ ਨਾਲ ਡਿਸਕਸ ਕਰਦਾ ਮੈਂ। ਆਪਾਂ ਜਦੋਂ ਆਪਣਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਆਪਾਂ ਦੇਖੋ ਕਿ 1 ਸਾਲ ਪਿਛਲੇ ਜੇ ਆਪਾਂ 9-10 ਮਹੀਨਿਆਂ ਦੀ ਗੱਲ ਕਰੀਏ ਤਾਂ ਕਿੰਨੇ ਹੀ ਲੋਕਾਂ ਦੀ ਮੌਤ ਹੋਈ ਜਦੋਂ ਲਾਕਡਾਊਨ ਹੋਇਆ ਇੰਡੀਆ ਦੇ ਵਿੱਚ ਲੋਕ ਤੁਰ ਕੇ ਜਾ ਰਹੇ ਸੀ, ਕਈ ਪੁਲਿਸ ਨੇ ਵੀ ਕੁੱਟੇ, ਕਈ ਤਰ੍ਹਾਂ ਦੇ, ਕਈ ਭੁੱਖ ਨਾਲ ਮਰੇ, ਕਈ ਹਾਦਸੇ ਹੋ ਗਏ, ਸੁੱਤੇ ਪਿਆਂ ਦੇ ਉੱਤੋਂ ਟ੍ਰੇਨਾਂ ਲੰਘ ਗਈਆਂ, ਹਨਾ, ਤੇ ਕਿੰਨੇ ਹੀ ਹਾਦਸੇ ਹੋਏ ਉਸ ਟਾਈਮ ਦੇ ਵਿੱਚ। ਤਾਂ ਆਪਾਂ ਗੱਲ ਕਰਦੇ ਹਾਂ ਕੋਵਿਡ ਦੀ। ਜਦੋਂ ਫਾਰਮਰਸ ਆਪਣੇ ਇਕੱਠੇ ਹੋਣੇ ਸ਼ੁਰੂ ਹੋਏ ਪਿੰਡਾਂ ਦੇ ਵਿੱਚ ਆਪਣੇ ਲੋਕਲ ਲੈਵਲ ਤੇ, ਦਿੱਲੀ ਨੂੰ ਚੱਲੇ, ਤਾਂ ਮੇਰੇ ਖਿਆਲ ਦੇ ਵਿੱਚ, ਮੇਰੇ ਮਨ ਦੇ ਵਿੱਚ ਇਹ ਚੀਜ਼ ਬੜੀ ਸੀਗੀ ਕਿ ਯਾਰ ਕੋਵਿਡ ਇੰਨਾ ਜ਼ਿਆਦਾ ਫੈਲਿਆ ਹੋਇਆ ਕਿ ਉੱਤੇ ਕਿਤੇ ਇੱਕ ਬਿਮਾਰੀ ਨਾ ਫੈਲ ਜਾਵੇ। ਕਿੱਥੇ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਜਿਹੜੇ ਮੁਲਕ ਦੇ ਵਿੱਚ ਆਪਾਂ ਬੈਠੇ ਹਾਂ, ਆਪਾਂ ਕੋਸ਼ਿਸ਼ ਕਰਦੇ ਹਾਂ, ਮਾਸਕ ਪਾਏ ਹੋਏ ਆ, ਗਲਵਜ਼ ਪਾਏ ਹੁੰਦੇ ਆ, ਡਿਸਟੈਂਸ ਮੇਨਟੇਨ ਕਰਕੇ ਰੱਖਦੇ ਹਾਂ। ਇੱਕ ਬੱਸ ਦੇ ਵਿੱਚ ਵੀ ਇੱਥੇ ਦੇਖੋ ਕਿ ਕਿੰਨੇ ਡਿਸਟੈਂਸ ਮੇਨਟੇਨ ਕੀਤੇ ਜਾਂਦੇ ਆ ਪਬਲਿਕ ਟ੍ਰਾਂਜ਼ਿਟ ਦੇ ਵਿੱਚ। ਪਰ ਜਦੋਂ ਆਪਾਂ ਵੇਖਿਆ ਕਿ ਇੰਨੇ ਕਿਸਾਨਾਂ ਦਾ, ਇੰਨੇ ਸਾਡੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਉਹਨਾਂ ਦਾ ਇਕੱਠ ਹੋ ਕੇ ਉੱਥੇ ਜਾ ਰਿਹਾ, ਤੇ ਇੱਕ ਮੇਰੇ ਮਨ ਦੇ ਵਿੱਚ ਵੀ ਡਰ ਸੀਗਾ ਕਿ ਕੀ ਹੋਊਗਾ ਉੱਥੇ ਜਾ ਕੇ, ਕਿਤੇ ਬਿਮਾਰੀ ਨਾਲ ਨਾ ਗੜਬੜ ਹੋ ਜਾਵੇ। ਸੋ ਜੇ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਹੁਣ ਜੇ ਉੱਥੇ ਦੀ ਗੱਲ ਕਰੀਏ ਤਾਂ ਕੋਵਿਡ ਦਾ ਕੋਈ ਨਾਮ ਨਿਸ਼ਾਨ, ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਜੀ ਚੀਜ਼ ਨਹੀਂ ਆਈ, ਆਪਣੇ ਪਾਸੇ ਭਲੇ ਦੀ ਗੱਲ ਆ। ਪਰ ਕੀ ਲੱਗਦਾ ਹੈ ਕਿ ਇਹ ਇੱਕ ਝੂਠਾ ਬੂਮ ਸੀਗਾ, ਜਾਂ ਇਹ ਇਫੈਕਟ ਕਰ ਰਿਹਾ ਲੋਕਾਂ ਨੂੰ, ਜਾਂ ਕਿੰਨਾ ਕੁ ਕਰ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਇਫੈਕਟ ਹੋ ਸਕਦਾ ਹੈ? ਹਾਂਜੀ ਭਾਜੀ, ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ। ਉਸ ਕੁਐਸਚਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਨਾ ਵੀਡੀਓ ਭਾਜੀ ਦਿਖਾਉਣਾ ਚਾਹੁੰਦਾ, ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਵੀ ਦੂਜੇ ਕਮਰੇ ਦੇ, ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਵੀ ਹੁਣੀ ਜਿਹੜੀ ਕਹਿੰਦੇ ਸੀਗੇ ਤੁਸੀਂ ਆਏ ਉੱਥੇ, ਪੰਜਾਬ ਦੇ ਲੋਕੀ ਆਏ ਉੱਥੇ, ਪਹਿਲਾਂ ਉਹ ਡਰ ਗਏ ਜੀ। ਉਹਦੇ ਬਾਰੇ ਇੱਕ ਮੈਂ ਵੀਡੀਓ ਮਾੜੀ ਪੇਸ਼ ਕਰਨੀ ਚਾਹੁੰਦਾ, ਉਹਦੇ ਬਾਰੇ ਚ ਤੁਸੀਂ ਮਾੜੀ ਜਿਹੀ ਗੱਲ ਨੂੰ ਜਾਰੀ ਰੱਖਿਓ। ਮੈਂ ਉਹ ਵੀਡੀਓ ਲਾ ਕੇ ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ। ਮੇਰਾ ਬੈਟਰੀ ਜਿਹੜਾ ਕੰਪਿਊਟਰ ਦਾ ਚਾਰਜਰ ਆ ਨਾ, ਉਹ ਮੈਨੂੰ ਲਾਉਣਾ ਪੈਣਾ ਕਿਉਂਕਿ ਬਹੁਤ ਜ਼ਿਆਦਾ ਬੈਟਰੀ ਘੱਟ ਗਈ। ਤੁਸੀਂ ਚਰਨਜੀਤ ਗਰੇਵਾਲ ਜੀ ਨਾਲ ਮਾੜੀ ਜਿਹੀ ਗੱਲਬਾਤ ਕਰੋ ਤੇ ਮੈਂ 1 ਮਿੰਟ ਦੇ ਵਿੱਚ ਉਹ ਵੀਡੀਓ ਲੱਭ ਕੇ ਉੱਤੇ ਮੈਂ ਤੁਹਾਨੂੰ ਸਾਰੀ ਫਿਰ ਤੁਹਾਨੂੰ ਜਵਾਬ ਦਿੰਦਾ। ਸੌਰੀ ਕਰ। ਠੀਕ ਹੈ ਜੀ, ਕੋਈ ਗੱਲ ਨਹੀਂ, ਕੋਈ ਗੱਲ। ਉਹ ਆਪਾਂ ਗੱਲ ਕਰ ਰਹੇ ਸੀ ਟੈਕਸ ਦੀ, GST ਦੀ। ਅੱਜ 70% ਜਿਹੜਾ ਹੈਗਾ ਫਾਰਮਰਸ ਦੇ ਨਾਲ ਲੱਗੇ ਹੋਏ ਨੇ, ਉਹ ਟੈਕਸ ਫ੍ਰੀ ਨੇ ਜੀ। ਤੇ ਇਹਦਾ ਫਿਰ ਉਹਨਾਂ ਦੇ ਉੱਤੇ ਮੱਲੋ ਮੱਲੀ ਹੋਰ ਟੈਕਸ ਉਦਾਂ, ਤੇ ਇੱਕ ਤਾਂ ਉਹ ਟੈਕਸ ਤਾਂ ਵਿਚਾਰੇ ਦਿੰਦੇ ਨਹੀਂ, ਜਦੋਂ ਚੀਜ਼ ਲੈਂਦੇ ਨੇ, ਰਿਕ ਚੀਜ਼ ਲੈਂਦੇ ਨੇ, ਇੰਡੀਆ ਦੇ ਉੱਤੇ ਟੈਕਸ ਆ। ਬਿਲਕੁਲ। ਫਿਰ ਤਾਂ ਉਹਨਾਂ ਦੀ ਇਨਕਮ ਤੇ ਵੀ ਟੈਕਸ ਹੋਊਗਾ। ਤੇ ਇਹ ਤੇ ਜਿਹੜੇ ਫਾਰਮ ਕੋਰਪੋਰੇਟ ਘਰਾਣੇ ਹੋਣਗੇ ਉਹ ਸਾਰਾ ਕੁਝ ਟੈਕਸ ਫ੍ਰੀ ਕਰਨਗੇ। ਤੇ ਦੂਜੇ ਪਾਸੇ ਕੀ ਹੋਣਾ ਸ਼ੁਰੂ ਇੰਡੀਆ ਦੇ ਵਿੱਚ ਹੋ ਜਾਣਾ, ਜਿਹੜੀ ਬਲੈਕ ਮਨੀ ਉਹਨਾਂ ਕੋਰਪੋਰੇਟ ਘਰਾਣੇ ਦੀ ਹੋਊਗੀ, ਉਹਨਾਂ ਨੇ ਫਾਰਮਿੰਗ ਦੇ ਵਿੱਚ ਲਿਆ ਕੇ ਉਹਨਾਂ ਨੂੰ ਕਲੀਨ ਪੈਸੇ ਕਰਿਆ ਕਰਨਗੇ। ਇਹ ਉਹਨਾਂ ਦਾ ਇੱਕ ਵੇ ਆਫ ਸਾਫਨਿੰਗ ਦਾ ਮਨੀ। ਇਹਨਾਂ ਨੇ ਇੱਕ ਤਰ੍ਹਾਂ ਦਾ ਪੈਸੇ ਨੂੰ ਉਧਰੋਂ ਲਿਆ ਕੇ ਇੱਧਰ ਰੱਖਣਾ, ਇੱਧਰੋਂ ਲਿਆ ਕੇ ਫਿਰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਜੀ। ਬਿਲਕੁਲ, ਇਹ ਉਹਨਾਂ ਵਾਸਤੇ ਇੱਕ ਰਸਤਾ ਬਣ ਰਿਹਾ ਹੈ ਜੀ। 1 ਮਿੰਟ ਅਮਰਵੀਰ ਜੀ, ਕਮਲਜੀਤ ਜੀ ਪੁੱਛ ਰਿਹਾ ਕਿ ਕਹਿੰਦੇ ਅਸੀਂ ਜੁਆਇਨ ਕਰ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਕਿ ਨਹੀਂ। ਸੋ ਕਮਲਜੀਤ ਵੀਰ ਜੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਾਂ ਤਾਂ ਜੇਕਰ ਤੁਹਾਡੇ ਕੋਲ ਸਾਡੇ ਕਿਸੇ ਦਾ ਵੀ ਫੋਨ ਨੰਬਰ ਹੈਗਾ, ਤੁਸੀਂ ਸਾਨੂੰ ਟੈਕਸਟ ਕਰ ਦਿਓ ਕਿ ਆਪਾਂ ਪਲਾਨ ਕਰ ਲਵਾਂਗੇ ਤੁਹਾਡੇ ਨਾਲ ਪ੍ਰੋਗਰਾਮ। ਜੇ ਤੁਹਾਨੂੰ ਲੱਗਦਾ ਹੈ ਕਿ ਸਾਡਾ ਫੋਨ ਨੰਬਰ ਕਿਸੇ ਦਾ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਸਾਡਾ ਇਹ
ਜਿਸ ਆਈਡੀ ਤੇ ਅਸੀਂ ਲਾਈਵ ਕਰ ਰਹੇ ਹਾਂ, ਤੁਸੀਂ ਉੱਥੇ ਇੱਕ ਮੈਸੇਜ ਛੱਡ ਦਿਓ, ਆਪਣਾ ਫੋਨ ਨੰਬਰ ਛੱਡ ਦਿਓ, ਅਸੀਂ ਤੁਹਾਨੂੰ ਕੰਟੈਕਟ ਬੈਕ ਕਰ ਲਾਂਗੇ। ਜਿਵੇਂ ਤੁਸੀਂ ਨਾਲੇ ਲਿਖਿਆ ਕਿ ਤੁਸੀਂ 24 ਦਿੱਲੀ ਜਾ ਰਹੇ ਹੋ, ਅਸੀਂ ਚਾਹਾਂਗੇ ਕਿ ਜੇ ਤੁਸੀਂ ਦਿੱਲੀ ਗਏ ਤਾਂ ਉੱਥੋਂ ਹੀ ਤੁਸੀਂ ਲਾਈਵ ਕਰੋ ਸਾਡੇ ਨਾਲ, ਤਾਂ ਕਿ ਸਾਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਪਤਾ ਲੱਗੇ ਕਿ ਉੱਥੇ ਕੀ ਕੁਝ ਚੱਲ ਰਿਹਾ, ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਵੀ ਦੇਖਣ ਕਿ ਕਿੱਦਾਂ ਦਾ ਉੱਥੇ ਰੋਹ ਹੈਗਾ ਲੋਕਾਂ ਦੇ ਵਿੱਚ। ਸੋ ਤੁਹਾਡਾ ਫੋਨ ਨੰਬਰ ਆ ਗਿਆ, ਅਸੀਂ ਨੋਟ ਕਰ ਲਿਆ ਤੁਹਾਡਾ ਫੋਨ ਨੰਬਰ, ਤੇ ਡੈਫੀਨੇਟਲੀ ਤੁਹਾਨੂੰ ਨੈਕਸਟ ਪ੍ਰੋਗਰਾਮ ਦੇ ਵਿੱਚ ਜਿੱਦਣ ਵੀ ਆਪਣਾ ਪਲਾਨ ਬਣਦਾ ਆਪਾਂ ਲਵਾਂਗੇ ਜ਼ਰੂਰ। ਇਹ ਕਿੱਥੋਂ ਦੇ ਨੇ? ਹਾਂਜੀ, ਕਿੱਥੋਂ ਦੇ ਨੇ ਕਮਲ ਜੀ? ਕਿੱਥੋਂ ਦੇ ਨੇ? ਆਪਾਂ ਪੁੱਛ ਲਵਾਂਗੇ ਇਹਨਾਂ ਨੂੰ, ਅੱਛਾ, ਕਿਉਂਕਿ ਮੈਂ ਠੀਕ। ਟੈਕਸਟ ਪੜਿਆ ਸੀ ਉਹਨਾਂ ਦਾ। ਹਾਂਜੀ ਅੱਛਾ ਅੱਛਾ, ਠੀਕ। ਆਪਾਂ ਜਿਹੜੀ ਗੱਲ ਕਰਦੇ ਸੀ ਨਾ ਭਾਜੀ, ਉਹ ਦੇਖੋ ਤੁਸੀਂ ਕਹਿੰਦੇ ਜਦੋਂ ਦਿੱਲੀ ਆਏ ਸੀਗੇ ਤਾਂ ਦਿੱਲੀ ਵਾਲਿਆਂ ਦੇ ਵਿੱਚ ਡਰ ਸੀਗਾ। ਉਹਦੀ ਮੈਨੂੰ ਇੱਕ ਵੀਡੀਓ ਮਿਲੀ ਸੀਗੀ, ਮੈਂ ਤੁਹਾਨੂੰ ਪਹਿਲਾਂ ਸ਼ੇਅਰ ਕਰਕੇ ਫਿਰ ਆਪਾਂ COVID-19 ਤੇ ਵੀ ਆਪਾਂ ਗੱਲ ਕਰਦੇ ਹਾਂ। 1 ਮਿੰਟ ਦਿਓ ਮਾੜਾ ਜਿਹਾ, ਮੈਂ ਸ਼ੇਅਰ ਕਰਾਂ ਪਹਿਲਾਂ ਵੀਡੀਓ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਜਿੰਨੇ ਵੀ ਸਾਡੇ ਸਾਥੀ ਜੁੜੇ ਹੋਏ ਨੇ ਸਾਡੇ ਨਾਲ, ਇੱਕ ਵਾਰੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਹੁਣ ਆਪਾਂ ਵੀਡੀਓ ਪਲੇ ਕਰ ਰਹੇ ਹਾਂ। कल हमारे को जैसे कि एक तारीख फाइनली है कि 1 तारीख को हमें शॉप का किराया देना ही होता है। न देने के बाद बहुत ज़्यादा 90 से 99% उम्मीद हो जाता है कि ताला लग जाएगा। हम इस डिप्रेशन में रहते हैं। तो और तो बीत गया, पर ये 1 तारीख आने वाला है। हम काफ़ी डिप्रेशन में बैठे हुए थे, मालिक की तरफ से भी कि कैसे कैसे देंगे, किराया है भी नहीं कुछ। वो 4 लड़के आगे शॉप के आगे खड़े होकर वो सब सुन रहे थे। फिर हम बैठ गए तो बोले, आंटी आपके चेहरे पे तो केवल हंसी अच्छा लगता है, आप ऐसे मायूस क्यों बैठी हो? हमने ऐसे ही बेटा। तो नहीं क्या बात है? हमने बेटा 1 तारीख आ गया और है नहीं कुछ, अब पूरा आसार है कि शायद 1 तारीख को शॉप में ताला लग जाएगा, तो शायद अब हम रह भी नहीं पाएंगे यहाँ। ऐसे में वो लड़के से बोली। वो लड़का 2 घंटे के बाद, वो ही मुझे फाइनली लगता है कि मुझे वही लड़के थे, वो लड़के आए, मुझे 500 रुपए दिए। आपको शक्ल नहीं याद? मुझे शक्ल याद नहीं, क्योंकि सबका चेहरा मिलता जुलता है, मैं पहचानूंगी भी नहीं अगर मेरे सामने भी खड़ा हो जाए तो। और बोला आंटी मुझे चाय दे दो। हमने बेटा जी अंदर बैठ के चाय पी लो आप। नहीं पिया। बोला नहीं आंटी जल्दी में है। मैं चाय दी और चेंज कराने जा रही थी तब तक उसने मुझे रोक दिया। बोला नहीं आंटी मुझे जरूरत है, मैं अंदर से आके फिर पैसे लूंगा। वो लड़का आया ही नहीं। ऐसे ही 2 जने और किए, एक और जल्दी में आया और मुझे पैसे दे दिया 100 रुपए। आंटी सामान पैक कर दो। हमने क्या पैक करूं बेटा? समोसे निकाल रही हूँ, गरम गरम पैक कर दूं? बोला कुछ भी करो आंटी। और वो भी चला गया। वो यहीं के किसान थे इसी आंदोलन? किसान ही थे, वो पंजाबी ही थे और किसान ही थे। एक नया चेहरा, ऐसा लगता है जैसे समुद्र की गहराई को कोई नहीं जान पाएगा, ऐसे ही इन लोगों के चेहरे हैं कि कोई जान नहीं पाएगा। जिसको जैसे समझ में आ रहा, मुझे ऐसा फील हुआ कि जिसको जिस तरीके से शायद समझ में आ रहा उस तरीके से मेरा मदद करना चाहता है, ये लोग चाहते हैं। जब मैं अपने बच्चों का फीस भरी तो मैं अपने बच्चों से बैठ के बात कर रहे थे और हम खाना खा रहे थे, तो मेरे बच्चे बोले कि मम्मी एक बात पूछूं? हमने पूछो बेटा। तो मम्मी जन्नत आसमान में है या धरती पे? फिर मेरी लड़की बोली, मेरा लड़का ऐसे कहा तो मेरी लड़की क्या बोली कि भैया जन्नत आसमान पे नहीं है, धरती में नहीं, पंजाब में है। कि आज पंजाब के ही सपोर्ट ऐसा मिला कि आज हम लोग का फीस भरा गया। ਉਹ ਭਾਜੀ ਤੁਸੀਂ ਇਹ ਦੇਖੀ ਆ ਵੀਡੀਓ, ਇੱਕ ਇਮੋਸ਼ਨਲ ਕਰਨ ਵਾਲੀ ਵੀਡੀਓ ਜੇ ਉਹ, ਕਿਉਂਕਿ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਨਾ, ਆਪਾਂ COVID-19 ਦੀ ਗੱਲ ਕਰਦੇ ਸੀਗੇ ਜੀ। COVID-19 ਜਿਹੜਾ ਹੈਗਾ ਆ, ਇਹਦੇ ਤੇ ਆਪਾਂ ਚਲੋ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਹਨਾ ਇਸ ਵੀਡੀਓ ਦੇ ਨਾਲ ਰਿਲੇਟਡ ਥੋੜੀ ਗੱਲ ਕਰਨੀ ਚਾਹੁੰਦਾ ਜੀ। ਕਿ ਜਿਹੜਾ ਮਾਹੌਲ ਸੀ ਨਾ, ਤੁਸੀਂ ਕਹਿੰਦੇ ਪਹਿਲਾਂ ਡਰ ਵਾਲਾ ਸੀ ਮਾਹੌਲ, ਪੰਜਾਬ ਦੇ ਪੰਜਾਬੀ ਆ ਗਏ ਪਤਾ ਨਹੀਂ ਕੀ ਹੋ ਜਾਣਾ, ਉਹ ਵਾਕਿਆ ਤੁਹਾਡੀ ਗੱਲ ਸਹੀ ਆ। ਹੁਣ ਉਹ ਇਹ ਕਹਿ ਰਹੇ ਆ ਵੀ ਇਹ ਜਾਣ ਨਾ ਇੱਥੋਂ। ਉਹਨਾਂ ਦੇ ਇੰਨੇ ਭਰੋਸੇ ਬਣ ਚੁੱਕੇ ਆ, ਜਿਹੜਾ ਪੰਜਾਬ ਦੇ ਬਾਰੇ ਚ ਉਹਨਾਂ ਦੇ ਦਿਲ ਦੇ ਵਿੱਚ ਡਰ ਬਿਠਾਇਆ ਗਿਆ ਸੀਗਾ ਮੀਡੀਆ ਦੁਆਰਾ, ਪੰਜਾਬੀਆਂ ਨੂੰ ਕਿਸੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਨਾਂ ਦਿੱਤੇ ਗਏ ਸੀਗੇ, ਉਹ ਸਾਰੇ ਇਸ ਅੰਦੋਲਨ ਨੇ ਢੋ ਦਿੱਤੇ ਜੀ। ਨੰਬਰ 1 ਤੇ ਦੂਸਰੀ ਗੱਲ ਇਹ ਆ, ਜਿਹੜਾ COVID-19 ਆ, ਦੇਖੋ ਜੀ COVID-19 ਏਦਾਂ ਆ ਵੀ ਇਹ ਇੱਕ ਵਾਇਰਸ ਆ। 1917 ਔਰ 15 ਦੇ ਵਿੱਚ ਵੀ H1 ਆਇਆ ਸੀਗਾ ਵਾਇਰਸ ਇੱਕ, ਉਹਦੇ ਨਾਲ 500 ਮਿਲੀਅਨ ਲੋਕਾਂ ਦੀ ਡੈਥ ਹੋਈ ਸੀਗੀ। ਉਹ ਬਹੁਤ ਖਤਰਨਾਕ ਵਾਇਰਸ ਸੀ ਜੀ। ਜੇ ਤੁਸੀਂ ਇਹਤੇ ਸਰਚ ਕਰੋ ਤੇ ਵਾਇਰਸ ਉਹਦੇ ਮੂਹਰੇ ਜ਼ਿਆਦਾ ਇੰਨਾ ਖਤਰਨਾਕ ਨਹੀਂ ਹੈਗਾ। ਉਸ ਵਾਇਰਸ ਨੂੰ ਜਾਣ ਲਈ 4 ਸਾਲ ਲੱਗੇ ਸੀਗੇ ਜੀ। ਤੇ ਹੁਣ ਇਹੋ ਹੈਰਾਨੀ ਵਾਲੀ ਗੱਲ ਇਹ ਆ ਕਿ ਦੇਖੋ ਇੱਥੇ ਕਿੰਨਾ ਕਹਿ ਰਹੇ ਵੀ ਇੰਨੀ ਐਵਰੇਜ COVID-19 ਦੇ ਨਾਲ ਇੰਨੇ ਇਸ ਕੰਟਰੀ ਦੀ ਐਵਰੇਜ ਵੱਧ ਗਈ। ਇੰਡੀਆ ਦੀ ਐਵਰੇਜ ਕਿੰਨੀ ਦੱਸਦੇ ਸੀਗੇ ਵੀ ਕਿੰਨੀ ਉੱਥੇ ਇੰਡੀਆ ਦੇ ਵਿੱਚ COVID-19 ਦੇ ਨਾਲ ਲੋਕੀ ਜਿਹੜੇ ਉਹ ਬਿਮਾਰ ਨੇ। ਪਰ ਇਸ ਅੰਦੋਲਨ ਵਿੱਚ ਤੁਸੀਂ ਦੇਖੋ ਵੀ ਇੱਕ ਵੀ ਬੰਦਾ ਅਜੇ ਤੱਕ ਬਿਮਾਰ ਨਹੀਂ ਹੋਇਆ ਜੀ। ਇਹਦਾ ਰੀਜ਼ਨ ਇਹ ਆ ਕਿ ਇਹ ਜਿਹੜਾ ਇੱਕ ਜੋਸ਼ ਹੁੰਦਾ ਨਾ ਬੰਦੇ ਦੇ ਅੰਦਰ, ਉਹ ਤੁਹਾਡਾ ਸਾਰਾ ਇਮਿਊਨਿੰਗ ਸਿਸਟਮ, ਤੁਹਾਡੀ
ਜੋ ਸਰੀਰ ਦੀ ਸਟਰਕਚਰ ਹੈ, ਜੋ ਬੋਡੀ ਦਾ ਇੱਕ ਚੱਲਣ ਦਾ ਤਰੀਕਾ, ਮੀਨਿੰਗ ਸਾਰਾ ਕੁਝ ਚੇਂਜ ਕਰ ਦਿੰਦਾ। ਉੱਥੇ ਲੋਕਾਂ ਦੇ ਵਿੱਚ ਜੋਸ਼ ਆ, ਸਾਰੀ ਦਿਹਾੜੀ ਇੱਕ ਜੋਸ਼ ਦੀਆਂ ਗੱਲਾਂ ਹੁੰਦੀਆਂ, ਉੱਥੇ ਗੁਰਬਾਣੀ ਚੱਲਦੀ ਆ ਜਿਹਦੇ ਵਿੱਚ ਵੀ ਸਾਡੇ ਮਨ ਦੀ ਸ਼ਾਂਤੀ, ਸਾਡੇ ਮਨ ਨੂੰ ਉਤਸ਼ਾਹ ਮਿਲਦਾ। ਜੇ ਤੁਹਾਡਾ ਮਨ ਔਰ ਤੁਹਾਡੇ ਜਿਹੜੇ ਇਮਿਊਨਿਕ ਸਿਸਟਮ ਹਾਈ ਆ ਤੇ ਇਹ ਵਾਇਰਸ ਉੱਥੇ ਘੱਟ ਅਟੈਕ ਕਰਦਾ। ਹੋ ਸਕਦਾ ਉੱਥੇ ਹੋਵੇ ਵੀ, ਇਹ ਅਸੀਂ ਕਹਿ ਨਹੀਂ ਸਕਦੇ, ਪਰ ਜ਼ਿਆਦਾਤਰ ਉੱਥੇ ਦੇਖਣ ਨੂੰ ਮਿਲ ਰਿਹਾ ਕਿ ਇਹਦਾ ਕੋਈ ਇਫੈਕਟ ਨਹੀਂ ਦਿਖਾਈ ਦੇ ਰਿਹਾ। ਪਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹਨਾਂ ਦਾ ਇਫੈਕਟ ਜ਼ਿਆਦਾ ਆ, ਕਿਉਂਕਿ ਇੱਥੇ ਦਾ ਜਿਹੜਾ, ਜੇ ਮੈਂ ਇੱਕ ਵਾਰੀ ਗੱਲ ਕਰਦਾ ਸੀ ਕਿਸੇ ਨਾਲ, ਮੈਂ ਇਸੀ ਵਿਸ਼ੇ ਤੇ, ਮੈਂ ਇੱਕ ਟੀਵੀ ਦੇ ਉੱਤੇ ਸ਼ੋਅ ਚੱਲ ਰਿਹਾ ਸੀ, ਉਹਨਾਂ ਨੂੰ ਕਾਲ ਕੀਤੀ ਤੇ ਮੈਂ ਉਹਦੇ ਵਿੱਚ ਉਹਨਾਂ ਨੂੰ ਕੁਐਸਚਨ ਕੀਤਾ। ਮੈਂ ਕਿਹਾ ਜੀ ਅਸੀਂ ਤੇ COVID-19 ਦੀ ਇੰਨੀ ਚੱਲ ਰਹੀ ਆ ਤੇ ਉੱਥੇ ਕਿਉਂ ਨਹੀਂ COVID-19 ਜਿਹੜਾ ਹੈਗਾ ਉਹ ਇਫੈਕਟ ਕਰ ਰਿਹਾ, ਉਹ ਵਾਇਰਸ। ਉਹੀ ਬੰਦੇ ਨੇ ਜਿਹੜੇ ਉੱਥੇ ਇੱਕ ਬੜੇ ਬਜ਼ੁਰਗ ਸੀਗੇ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ। ਕਹਿੰਦੇ ਵੀਰ ਜੀ ਆਹ ਰੀਜ਼ਨ ਆ, ਕਿਉਂਕਿ ਉਹਨਾਂ ਦੀ ਜੋਸ਼ ਬਹੁਤ ਆ, ਜੋਸ਼ ਕਰਕੇ ਉਹਨਾਂ ਦਾ ਇਮਿਊਨਿਕ ਸਿਸਟਮ ਬਹੁਤ ਹਾਈ ਆ, ਉਹਨਾਂ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ એનર્ਜੀ ਆ ਜਿਹੜਾ ਵਾਇਰਸ ਨੂੰ ਕਿਲ ਕਰ ਰਹੀ ਹੈ। ਸੋ ਇਹ ਜਿਹੜੀ ਚੀਜ਼ ਆ ਨਾ ਭਾਜੀ, COVID-19 ਉੱਥੇ ਇਫੈਕਟ ਨਹੀਂ ਕਰ ਰਿਹਾ। ਔਰ ਇੱਕ ਦਿਨ ਸੂਹ ਧਾਲੀਵਾਲ ਜੀ ਨੇ ਵੀ ਇਹ ਗੱਲ ਕੀਤੀ ਸੀ, ਉੱਥੇ ਮਾਸਕ ਕਿਉਂ ਨਹੀਂ ਪਾ ਰਹੇ, ਮਾਸਕ ਕਿਉਂ ਨਹੀਂ ਦਿਖਾਈ ਦੇ ਰਹੇ। ਔਰ ਮੈਂ ਵੀ ਇਹ ਉਹਨਾਂ ਨੂੰ ਗੱਲ ਕਹੀ ਸੀ ਵੀ ਹੋਣੇ ਚਾਹੀਦੇ ਆ, ਪਰ ਉਸ ਤੋਂ ਬਾਅਦ ਮੇਰਾ ਵੀ ਸ਼ੰਕਾ ਦੂਰ ਹੋ ਗਿਆ, ਕਿਉਂਕਿ ਭਾਜੀ 45-47 ਦਿਨ ਤਾਂ ਹੋ ਗਏ ਆਪਾਂ ਨੂੰ ਬੈਠਿਆਂ ਨੂੰ ਉੱਥੇ। ਬਿਲਕੁਲ ਰਾਈਟ, ਕੋਈ ਵੀ ਇਫੈਕਟ ਨਹੀਂ ਹੋਇਆ, ਕੋਈ ਵੀ ਬਿਮਾਰ ਨਹੀਂ ਹੋਇਆ ਇਦਾਂ ਦੇ। ਜਿਹੜੀ ਹਾਂ ਦੂਜੇ ਤਰ੍ਹਾਂ ਡੈਥ ਜ਼ਰੂਰ ਹੋਈਆਂ ਨੇ, ਜਿੱਦਾਂ ਇੱਕ ਠੰਡ ਦੇ ਨਾਲ, ਥੋੜੇ ਜਿਹੇ ਬਾਰਿਸ਼ ਦੇ ਨਾਲ ਜਿਹੜੀਆਂ ਹਾਰਟ ਅਟੈਕ ਹੋਏ ਆ, ਉਹ ਹੋਏ ਨੇ, ਪਰ COVID-19 ਦਾ ਕੋਈ ਉੱਥੇ ਇੰਨਾ ਇਫੈਕਟ ਨਹੀਂ ਦਿਖਾਈ ਦੇ ਦਿੱਤਾ। ਜੀ ਇਹ ਜਿਵੇਂ ਤੁਸੀਂ ਕਿਹਾ ਕਿ ਬੇਸਿਕਲੀ ਤਾਂ ਇਹ ਬਿਮਾਰੀ ਹੈਗੀ ਤਾਂ ਇਮਿਊਨ ਸਿਸਟਮ ਦੀ ਹੈ, ਕਿ ਜੇ ਆਪਣਾ ਇਮਿਊਨ ਸਿਸਟਮ ਸਟਰੋਂਗ ਹੈਗਾ, ਚੰਗਾ ਹੈਗਾ, ਤਾਂ ਆਪਾਂ ਇਹਨੂੰ ਸਰਵਾਈਵ ਕਰ ਜਾਂਦੇ ਹਾਂ, ਇਹਨੂੰ ਫਾਈਟ ਕਰ ਜਾਂਦੇ ਹਾਂ। ਇਹ ਗੱਲ ਠੀਕ ਹੈ ਕਿ ਜੇਕਰ ਆਪਾਂ ਗੱਲ ਕਰੀਏ ਵੈਸਟਰਨ ਕੰਟਰੀਜ਼ ਦੀ, ਤਾਂ ਥੋੜਾ ਇੱਕ ਠੰਡ ਦੇ ਕਰਕੇ ਵੀ ਜਾਂ ਉੱਦਾਂ ਵੀ ਆਪਣਾ ਕਮਿਊਨੀਕੇਸ਼ਨ ਵੀ ਬੜਾ ਲਿਮਟਡ ਹੁੰਦਾ ਲੋਕਾਂ ਦੇ ਨਾਲ, ਤਾਂ ਡਿਪਰੈਸ਼ਨ ਵੱਧ ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ। ਜੇ ਆਪਾਂ ਉੱਥੇ ਦੀ ਗੱਲ ਕਰੀਏ ਤਾਂ ਉੱਥੇ ਸਾਡੇ ਸੁਭਾਅ ਜਿਹੜੇ ਹੈਗੇ ਆ ਖੁੱਲੇ ਆ, ਖੁੱਲੀ ਜਗ੍ਹਾ ਤੇ ਅਸੀਂ ਰਹਿੰਦੇ ਹਾਂ, ਹਾਸਾ ਠੇਠਾ ਪਿੰਡਾਂ ਦੇ ਵਿੱਚ ਚੱਲਦਾ ਰਹਿੰਦਾ। ਤਾਂ ਦੂਜੀ ਗੱਲ ਜਿਹੜੀ ਆਪਾਂ ਹੁਣ ਕੀਤੀ ਹੈ ਕਿ ਹੁਣ ਤਾਂ ਸਾਰੇ ਰੋਜ਼ ਹੈਗੇ ਆ, ਇੱਕ ਇੰਨੀ ਵੱਡੀ ਮੋਟੀਵੇਸ਼ਨ ਮਿਲੀ ਹੋਈ ਹੈ ਕਿ ਪਤਾ ਨਹੀਂ ਅਸੀਂ ਕੀ ਕਰਨਾ ਹੈ। ਇੱਕ ਵੱਡਾ ਜਿਵੇਂ ਕਹਿ ਲਓ ਇੱਕ ਟਾਰਗੇਟ ਹੈ ਆਪਣੇ ਵਾਸਤੇ, ਉਸ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਬਾਕੀ ਸਾਰੀਆਂ ਚੀਜ਼ਾਂ ਪਿੱਛੇ ਹਟ ਗਈਆਂ। ਸ਼ਾਇਦ ਕਿਸੇ ਨੂੰ ਜ਼ੁਕਾਮ ਹੋਵੇ, ਬੁਖਾਰ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਛੋਟੀ ਮੋਟੀ ਬਿਮਾਰੀ ਹੋਵੇ, ਉਹ ਕਹਿੰਦਾ ਚੱਲ ਕੋਈ ਨਾ ਆਪੇ ਠੀਕ ਹੋ ਜਾਣੀ ਹੈ। ਤਾਂ ਮਨ ਖੁਸ਼ ਹੈ, ਤਾਂ ਉਹ ਕਹਿੰਦੇ ਨੇ ਕਿ ਮਨ ਖੁਸ਼ ਹੈ ਤਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਉਸ ਤੋਂ ਅੱਗੇ ਲੰਘ ਜਾਂਦੇ ਹਾਂ, ਆਪਾਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਹਾਂਜੀ ਅਮਰਿੰਦਰ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇੱਥੇ। ਮੈਂ ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀਗੀ ਜਿਹੜੀ ਬਹੁਤ ਵਧੀਆ ਕਹੀ। ਕਹਿੰਦੇ ਜਦੋਂ ਜੰਗ ਲੱਗਦੀ ਹੈ ਨਾ, ਤੁਹਾਡਾ ਬ੍ਰੇਨ ਜਿਹੜਾ ਆ ਇਹ ਆਟੋਮੈਟਿਕਲੀ ਤੁਹਾਡੀ ਬੋਡੀ ਦੀ ਸਟਰਕਚਰ ਚੇਂਜ ਕਰ ਦਿੰਦਾ। ਕਹਿੰਦੇ ਜੰਗ ਲੱਗਦੀ ਨਾ, ਮਾੜੀ ਮੋਟੀਆਂ ਸੱਟਾਂ ਦੀ ਦਰਦ ਨਹੀਂ ਹੁੰਦੀ ਜੀ। ਕਈ ਵਾਰੀ ਗੋਲੀ ਵੀ ਲੱਗੀ ਹੋਵੇ ਨਾ, ਫੇਰ ਵੀ ਫੌਜੀ ਲੜਦੇ ਰਹਿੰਦੇ ਆ। ਇਹ ਜਿਹੜਾ ਤੁਹਾਡਾ ਬ੍ਰੇਨ ਆ ਨਾ, ਇਹ ਤੁਹਾਡਾ ਸਮੇਂ ਦੇ ਹਿਸਾਬ ਨਾਲ, ਤੁਹਾਡਾ ਮੌਸਮ ਦੇ ਹਿਸਾਬ ਨਾਲ, ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੀ ਬੋਡੀ ਸਟਰਕਚਰ ਚੇਂਜ ਕਰ ਦਿੰਦਾ ਜੀ। ਇਹ ਵੀ ਜਿਹੜੀ ਇਫੈਕਟ ਆ ਬਹੁਤ ਜ਼ਿਆਦਾ ਹੈਗਾ ਜੀ। ਬਹੁਤ ਪੋਜ਼ਿਟਿਵ ਐਟੀਟਿਊਡ ਆ, ਬਹੁਤ ਪੋਜ਼ਿਟਿਵ ਐਟੀਟਿਊਡ ਉੱਤੇ ਹੋ ਰਿਹਾ ਵਾ। ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਬਈ ਸਰਕਾਰ ਨੂੰ, ਇੰਡੀਆ ਦੀ ਨੂੰ, ਬਈ ਦੁਨੀਆ ਦੇਖ ਰਹੀ ਆ ਤੁਹਾਨੂੰ। ਵਰਲਡ ਦੀ ਬਿਗੇਸਟ ਡੈਮੋਕ੍ਰੇਸੀ ਆ ਏਸ਼ੀਆ ਦੇ ਵਿੱਚ, ਏਸ਼ੀਆ ਦੀ। ਇਹਨੂੰ ਸਾਂਭ ਕੇ ਰੱਖ ਲਓ, ਨਹੀਂ ਤੁਸੀਂ ਤੁਹਾਡੇ ਆਉਣ ਵਾਲੇ ਬੱਚਿਆਂ ਨੇ ਤੁਹਾਨੂੰ ਭੁੱਲਣਾ ਨਹੀਂ ਇਸ ਚੀਜ਼ ਨੂੰ, ਜੇ ਤੁਸੀਂ ਗਲਤ ਸਟੈਪ ਲੈ ਲਿਆ। 100 MP ਲੰਡਨ ਤੋਂ ਸਾਈਨ ਕਰਕੇ ਪ੍ਰਾਈਮ ਮਿਨਿਸਟਰ ਦੇ ਨਾਲ ਮਿਲ ਕੇ ਗੱਲ ਕਰਕੇ ਉਹਨਾਂ ਨੇ ਆਪਦਾ ਆਖਿਆ ਭਾਈ ਉੱਥੇ ਕੋਈ ਗੱਲ ਕਰੋ ਜੀ। ਉਹ ਹੋਰ ਅਮਰੀਕਾ ਤੋਂ ਵੀ, ਤੇ ਆਹ ਦੇਖ ਲਓ ਇੱਥੇ ਟਰੰਪ ਨਾਲ ਕੀ ਹੋਇਆ ਜੀ। ਇਹ ਚੀਜ਼ਾਂ ਲੁਕ ਕੇ ਨਹੀਂ ਰਹਿੰਦੀਆਂ ਹੁੰਦੀਆਂ। ਸ਼ੱਕ ਤੁਸੀਂ ਜਿੰਨਾ ਮਰਜ਼ੀ ਹੋਵੋ, ਕਹਿੰਦੇ ਵੀ 1000 ਲੱਖ ਝੂਠ ਇੱਕ ਸੱਚ ਦੇ ਬਰੋਬਰ ਹੋ ਜਾਂਦਾ ਜੀ। ਸੱਚ ਹੀ ਹੁੰਦਾ ਤੇ ਲੱਖ ਝੂਠ ਬੋਲੋ ਤੇ ਉਹਦੀ ਕੋਈ ਕੀਮਤ ਨਹੀਂ ਪੈਂਦੀ ਹੈਗੀ ਜੀ। ਬੇਸ਼ੱਕ ਉਹਦੇ ਕੋਲ ਸਾਰਾ ਮੀਡੀਆ ਉਹਦੇ ਕੋਲ ਆ, ਬੇਸ਼ੱਕ ਉਹਦੇ ਕੋਲ ਸਾਰਾ ਕੁਛ ਹੈਗਾ, ਪਰ ਸਾਡੇ ਗੁਰੂਆਂ ਨੇ ਵੀ ਇਸ ਤਰ੍ਹਾਂ ਹੀ ਲੜਾਈ ਕੀਤੀ ਸੀ। ਉਹਨਾਂ ਕੋਲ ਕਿਹੜਾ ਕੋਈ ਇਹੋ ਜਿਹਾ ਮੀਡੀਆ ਸੀ। ਉਹਨਾਂ ਨੇ ਵੀ ਆਪਦਾ ਜੋ ਵੀ ਸੱਚ ਦੇ ਨਾਲ ਖੜੇ, ਦਲੀਲਾਂ ਨਾਲ ਗੱਲ ਕੀਤੀਆਂ ਤੇ ਦਲੀਲਾਂ ਨਾਲ ਲੋਕਾਂ ਦਾ ਦਿਲ ਜਿੱਤਿਆ, ਪਿਆਰ ਦੇ ਨਾਲ ਜਿੱਤਿਆ। ਤੇ ਇਹ ਅੰਦੋਲਨ ਇਸ ਸਾਰੀਆਂ ਚੀਜ਼ਾਂ ਤੇ ਚੱਲ ਰਿਹਾ ਅੱਜ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਚਾਹਣਾ, ਤੁਸੀਂ ਇੱਕ ਕਾਰਟੂਨ ਵੀ ਦੇਖਿਆ ਹੋਣਾ, ਗਧਾ ਉੱਤੇ ਪਾਣੀ ਵਾਲੀ ਟੈਂਕੀ ਦੇ ਉੱਤੇ ਖੜਾ ਜੀ। ਉਹ ਤੁਸੀਂ ਦੇਖਿਆ ਹੋਣਾ ਆਪਣੇ ਕਈਆਂ ਫੇਸਬੁੱਕ ਦੇ ਉੱਤੇ ਵੀ, ਉਹਦੇ ਥੱਲੇ ਲਿਖਿਆ ਹੋਇਆ ਸੀ ਸਵਾਲ ਇਹ ਹੈ ਕਿ ਗਧੇ ਨੂੰ ਥੱਲੇ, ਸਵਾਲ ਇਹ ਨਹੀਂ
ਕਿ ਗਧੇ ਨੂੰ ਥੱਲੇ ਕਿਵੇਂ ਉਤਾਰਿਆ ਜਾਵੇ। ਸਵਾਲ ਇਹ ਹੈ ਕਿ ਗਧੇ ਨੂੰ ਇੱਥੇ ਚੜਾਇਆ ਕਿਸ ਨੇ। ਭਾਈ ਸਾਹਿਬ, ਜੇ ਵੋਟਾਂ ਪਾਉਣੀਆਂ ਨੇ ਫਿਊਚਰ ਦੇ ਵਿੱਚ ਦੇਖ ਕੇ ਪਾਇਓ। ਬਿਲਕੁਲ ਇਹ ਸਾਡਾ ਵੀ ਸਾਡੇ ਲੋਕਾਂ ਦਾ ਵੀ ਕਸੂਰ ਹੈ ਇਹਦੇ ਵਿੱਚ। ਹਾਂਜੀ। ਤੇ ਹੁਣ ਤੁਸੀਂ ਅੱਗੇ ਤੋਂ ਵੋਟਾਂ ਠੀਕ ਪਾਇਓ। ਤੇ ਸਾਰੇ ਕਹਿੰਦੇ ਨੇ ਜੀ EVM ਤੇ ਵੋਟਾਂ ਪੈਂਦੀਆਂ ਨੇ, ਜੇ EVM ਤੇ ਪੈਂਦੀਆਂ ਨੇ ਤੇ ਫਿਰ ਇਹਨੂੰ ਹਟਾਉਣ ਦੀ ਵੀ ਕੋਸ਼ਿਸ਼ ਕਰੋ। ਜੀ ਮੈਂ ਗੱਲ ਕਹਿੰਦਾ ਉਹੀ ਹੈ ਹੋਇਆ ਨਾ ਕਿ ਜੀ ਹਾਂਜੀ ਗੱਲ ਇਹੀ ਹੈਗੀ ਹੈ ਨਾ ਕਿ ਬਣਾਇਆ ਕਿਨੇ ਹੈ, ਬਣਾਇਆ ਅਸੀਂ ਸਾਰੇ ਲੋਕਾਂ ਨੇ ਹੀ ਹੈ, ਸਾਡੇ ਪਿੰਡਾਂ ਵਾਲਿਆਂ ਨੇ ਬਣਾਇਆ ਹੈ ਨਾ, ਅੱਗੇ ਲੈ ਕੇ ਆਏ ਆ। ਪਰ ਆਪਣੀ ਸੋਚ ਕੀ ਸੀਗੀ? ਆਪਣੀ ਸੋਚ ਸੀਗੀ ਕਿ ਇੱਕ ਚੰਗਾ ਲੀਡਰ ਚੁਣਦੇ ਆ, ਸ਼ਾਇਦ ਅੱਗੇ ਜਾ ਕੇ ਆਪਣਾ ਭਲਾ ਕਰੂਗਾ, ਪਰ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬੰਦਾ ਕਿੰਨਾ ਕਰਪਟ ਹੈਗਾ। ਬੇਸਿਕਲੀ ਇਹਦੇ ਵਿੱਚ ਅਗੇਨ ਉੱਥੇ ਹੀ ਗੱਲ ਆ ਜਾਂਦੀ, ਸਾਡੀ ਐਜੂਕੇਸ਼ਨ ਦੇ ਵਿੱਚ ਕਮੀ ਹੈ, ਸਾਡੀ ਅਵੇਅਰਨੈਸ ਦੇ ਵਿੱਚ ਕਮੀ ਹੈ। ਅਸੀਂ ਅਵੇਅਰ ਹੀ ਨਹੀਂ ਹੈਗੇ। ਜਿਵੇਂ ਆਪਾਂ ਕਹਿੰਦੇ ਆ ਕਿ ਸਾਡੇ ਲੋਕਲ ਜਿਹੜੇ ਸਰਪੰਚ ਹੋ ਗਏ, MLA MP ਹੋ ਗਏ, ਆਪਣੇ ਪਿੰਡ ਚ ਆਉਂਦੇ ਆ ਤਾਂ ਆਪਾਂ ਬਸ ਵੱਧ ਚੜ ਕੇ ਜੀ ਹਜ਼ੂਰੀ ਕਰਨ ਦੇ ਵਿੱਚ ਲੱਗ ਜਾਂਦੇ। ਕਦੇ ਆਪਾਂ ਉਹਨਾਂ ਨੂੰ ਤਿੱਖਾ ਸਵਾਲ ਨਹੀਂ ਕਰਦੇ। ਜਦੋਂ ਤੱਕ ਆਪਾਂ ਤਿੱਖੇ ਸਵਾਲ ਨਹੀਂ ਕਰਦੇ ਉਹਨਾਂ ਨੂੰ, ਤਦ ਤੱਕ ਆਪਣੇ ਵਾਸਤੇ ਅੱਗੇ ਵਧਣਾ ਔਖਾ ਹੈ, ਤਦ ਤੱਕ ਆਪਣੇ ਵਾਸਤੇ ਡਿਸੀਜਨ ਬਣਾਉਣੇ ਔਖੇ ਆ। ਪਰ ਇੱਕ ਚੀਜ਼ ਜਿਹੜੀ ਹੈ ਅੰਦੋਲਨ ਦੇ ਵਿੱਚ ਹੋਈ ਹੈ ਕਿ ਲੋਕਾਂ ਦੀ ਅਵੇਅਰਨੈਸ ਲੈਵਲ ਹੈ ਨਾ ਜਿਹੜਾ, ਜੇਕਰ ਉਹ ਪਹਿਲਾਂ 10 ਸੀਗਾ ਤਾਂ ਮੈਨੂੰ ਲੱਗਦਾ 90 ਤੱਕ ਲੈ ਕੇ ਚੱਲ ਗਏ ਆ। ਕਿਉਂਕਿ ਤੁਸੀਂ ਸਾਰਾ ਦਿਨ ਉਦਾਂ ਦੇ ਲੋਕਾਂ ਦੇ ਵਿੱਚ ਰਹਿਣਾ, ਸਾਰਾ ਦਿਨ ਡਿਸਕਸ਼ਨ ਹੀ ਉਦਾਂ ਦੀਆਂ ਹੋਣੀਆਂ, ਤੁਸੀਂ ਉੱਥੇ ਸੋਚਦੇ ਰਹਿਣਾ ਕਿ ਗੇਮ ਕਿੱਦਾਂ ਖੇਡ ਰਹੇ ਆ, ਹੁਣ ਸਰਕਾਰ ਕਿਹੜਾ ਪੈਂਤਰਾ ਫੈ ਕਰੀਏ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਬਜ਼ਰਵ ਕਰਕੇ ਆਉਣਗੇ, ਜੇਕਰ ਉਹੀ ਚੀਜ਼ਾਂ ਪਿੰਡਾਂ ਦੇ ਵਿੱਚ ਅਸੀਂ ਇੰਪਲੀਮੈਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਤੁਸੀਂ ਦੇਖਿਓ ਕਿ ਹੌਲੀ ਹੌਲੀ ਆਪਾਂ ਨੂੰ ਵੀ ਸਮਝ ਆਉਣ ਲੱਗ ਜਾਣੀ ਕਿ ਮੈਂ ਕਿਹੜਾ ਲੀਡਰ ਚੁਣਨਾ ਆ, ਚੰਗਾ ਕਿਹੜਾ ਮੇਰੇ ਵਾਸਤੇ, ਪਿੰਡ ਵਾਸਤੇ, ਮੇਰੇ ਇਲਾਕੇ ਵਾਸਤੇ। ਤਾਂ ਆਪਾਂ ਆਟੋਮੈਟਿਕਲੀ ਫਿਰ EVM ਹੈ ਜਾਂ ਜਿਹੜੇ ਬਾਕੀ ਵੀ ਇਸ਼ੂਜ਼ ਹੈਗੇ ਆ, ਆਟੋਮੈਟਿਕਲੀ ਆਪਾਂ ਉਹਨਾਂ ਨੂੰ ਫੋਕਸ ਕਰਨ ਲੱਗ ਜਾਣਾ ਤੇ ਆਪਾਂ ਗਵਰਨਮੈਂਟ ਨੂੰ ਫੋਰਸ ਕਰਾਂਗੇ। ਜਿਵੇਂ ਹੁਣ ਫੋਰਸ ਕਰ ਰਹੇ ਆ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਆਪਾਂ ਗਵਰਨਮੈਂਟ ਨੂੰ ਫਿਰ ਵੀ ਫੋਰਸ ਕਰ ਸਕਦੇ ਹਾਂ ਕਿ EVM ਨਹੀਂ ਚਾਹੀਦੀ, ਬੈਲਟ ਪੇਪਰ ਤੇ ਸਾਡੀਆਂ ਵੋਟਾਂ ਪਾਓ। ਅਮਰਵੀਰ ਜੀ, ਤੁਸੀਂ ਕੁਝ ਕਹਿਣ ਲੱਗੇ ਸੀ? ਹਾਂਜੀ ਭਾਜੀ, ਸੌਰੀ, ਮੈਂ ਉਹ ਵਿੱਚ ਨਾ ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜਦੋਂ ਗੱਲ ਮੂੰਹ ਤੇ ਆ ਜਾਏ ਰੁਕਦੀ ਨਹੀਂ, ਥੋੜਾ ਜਿਹਾ ਹੋਣ ਲੱਗ ਜਾਂਦਾ ਕਈ ਵਾਰੀ ਬੈਠਿਆ। ਤੁਸੀਂ ਹੁਣੀ ਗੱਲ ਕੀਤੀ ਸੀਗੀ, ਦੇਖੋ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ 10ਵੀਂ 11ਵੀਂ ਚ ਪੜ੍ਹਦਾ ਹੁੰਦਾ ਸੀ ਨਾ, 8ਵੀਂ ਤੱਕ ਆਪਾਂ ਨੂੰ ਹੋਸ਼ ਆ ਜਾਂਦੀ ਤਕਰੀਬਨ ਵੀ ਇਲੈਕਸ਼ਨ ਹੋ ਰਿਹਾ। ਉਦੋਂ ਗੱਲਾਂ ਕੀ ਸੁਣਦੇ ਹੁੰਦੇ ਸੀ, ਯਾਰ ਵੋਟ ਕਿਹਨੂੰ ਪਾਈਏ, ਦੋਨੀ ਦਾ ਚੋਰ ਆ। ਚੁਣਨਾ ਤਾਂ ਕਿਸੇ ਨੂੰ ਹੈਗਾ ਹੀ, ਆਪਾਂ ਦੋਨਾਂ ਚੋਂ ਦੋਨੇ ਡਾਕੂ ਨੇ, ਇਸ ਕਰਕੇ ਲੋਕਾਂ ਕੋਲ ਕੋਈ ਚੋਇਸ ਨਹੀਂ ਸੀ ਪਹਿਲਾਂ। ਲੋਕਾਂ ਨੂੰ ਕੋਈ ਤੀਜੀ ਧਿਰ ਹੈ ਨਹੀਂ ਸੀ ਲੋਕਾਂ ਦੇ ਕੋਲ। ਲੋਕੀ ਜਾ ਕੇ ਜਿਹੜਾ ਉਹਦੀ ਗੱਲ ਮੰਨਦਾ ਸੀ ਉਹਦੀ ਵੋਟ ਪਾਉਂਦੇ, ਉਹਨੂੰ ਪਤਾ ਸੀ ਵੀ ਇਹ ਚੋਰ ਆ, ਪਤਾ ਵੀ ਹੁੰਦਾ ਸੀ ਵੀ ਇਹ ਚੋਰ ਆ, ਫਿਰ ਵੀ ਵੋਟ ਉਹਨੂੰ ਪਾ ਜਾਂਦੇ ਸੀ, ਚਲੋ ਯਾਰ ਤੂੰ ਕੰਮ ਕਢਾ ਲਾਂਗੇ। ਇੱਕ ਮੈਂਟੈਲਿਟੀ ਸੈੱਟ ਹੁੰਦੀ ਗਈ ਦਿਮਾਗ ਦੇ। ਉਹ ਮੈਂਟੈਲਿਟੀ ਇੰਨੀ ਛੋਟੀ ਕਰ ਦਿੱਤੀ ਉਹਨਾਂ ਨੇ। ਪਹਿਲਾਂ ਤਾਂ ਉਹ ਮੈਂਟੈਲਿਟੀ MLA ਪ੍ਰਧਾਨ ਮੰਤਰੀ ਤੇ ਹੁੰਦੀ ਸੀ, ਫਿਰ ਛੋਟੀ ਛੋਟੀ ਹੁੰਦੀ ਸਰਪੰਚ ਤੇ ਆ ਗਈ, ਸਰਪੰਚ ਤੋਂ ਆ ਕੇ ਪੰਚਾਂ ਤੇ ਆ ਗਈ। ਹੁਣ ਅੱਜ ਪਿੰਡਾਂ ਦੇ ਵਿੱਚ ਕੀ ਹੈ ਕਿ ਜੇ ਪੰਚ ਤੁਹਾਡੇ ਨਾਲ ਖੜਾ ਨਾ, ਤੁਸੀਂ ਉਸ ਪਿੰਡ ਦੇ ਰਾਜੇ ਆ। ਬਿਲਕੁਲ ਜੀ। ਤੁਹਾਡੇ ਨਾਲ ਸਰਪੰਚ ਖੜਾ, ਤੁਸੀਂ ਉਸ ਪਿੰਡ ਦੇ ਰਾਜੇ ਆ ਜੀ। ਇਹ ਤੋਂ ਉੱਪਰ ਮੈਂਟੈਲਿਟੀ ਉੱਠਣ ਨਹੀਂ ਦੇ ਰਹੇ ਲੋਕਾਂ ਦੀ ਜੀ। ਜਦ ਕਿ ਮੈਂਟੈਲਿਟੀ ਇਹ ਹੋਣੀ ਚਾਹੀਦੀ ਸੀ ਵੀ ਇਹ ਸਾਡੇ ਨੌਕਰ ਆ। ਬਿਲਕੁਲ। ਜੇ ਅਸੀਂ MLA ਚੁਣਿਆ, MLA ਨੂੰ ਪੈਸੇ ਜਾਂਦੇ ਆ ਤਾਂ ਉਹ ਪੈਸੇ ਸਾਡੇ ਟੈਕਸ ਦੇ ਆ, ਉਹ ਸਾਡੇ ਨੌਕਰ ਆ। ਬਿਲਕੁਲ ਜੀ। ਪਹਿਲਾਂ ਲੋਕਾਂ ਕੋਲ ਚੁਆਇਸ ਨਹੀਂ ਸੀ ਉਦੋਂ, ਜਦੋਂ ਅਸੀਂ ਸੁਣਦੇ ਹੁੰਦੇ ਸੀ। ਮੈਂ ਗੱਲਾਂ ਸੁਣੀਆਂ ਬਜ਼ੁਰਗਾਂ ਦੀਆਂ ਜਿਹੜੇ ਵੋਟ ਕਰਨ ਜਾਂਦੇ, ਕਹਿੰਦੇ ਕਿਹਨੂੰ ਵੋਟ ਪਾਈਏ ਯਾਰ, ਉਹ ਵੀ ਚੋਰ ਆ, ਉਹ ਵੀ ਚੋਰ ਆ, ਚੱਲ ਇਹਨੂੰ ਪਾ ਦਿੰਦੇ, ਕੱਲ ਨੂੰ ਕੰਮ ਵੀ ਕਰਾਉਣਾ। ਪਰ ਹੁਣ ਮੈਂ ਇਹ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਕੋਈ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ, ਨਾ ਮੈਂ ਅਮਰੀਕਾ 'ਚ ਰਹਿੰਦਾ ਜੀ, ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਨਹੀਂ ਹੋਇਆ। ਹਾਂ, ਕਿਸੇ ਦੀ ਸੋਚ ਨੂੰ ਚੰਗਾ ਕਹਿਣਾ ਬਹੁਤ ਜ਼ਰੂਰੀ ਗੱਲ ਆ, ਪਰ ਇਸ ਵਕਤ ਤੁਹਾਡੇ ਕੋਲ ਤੀਜਾ ਧਿਰ ਹੈ। ਬਿਲਕੁਲ ਜੀ। ਪਰ ਦੇਖਣ ਦੀ ਲੋੜ ਆ, ਸਿਰਫ ਤੁਹਾਨੂੰ ਦੇਖਣ ਦੀ। ਜੇ ਤੁਸੀਂ ਆਪਣੀ ਈਗੋ ਨਾਲ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਉਹ ਧਿਰ ਨਾ ਦਿਸੇ, ਪਰ ਜੇ ਤੁਸੀਂ ਸੱਚੀ ਅੱਖਾਂ ਨਾਲ ਦੇਖੋਗੇ, ਸੱਚੇ ਦਿਮਾਗ ਨਾਲ ਦੇਖੋਗੇ, ਸੱਚੇ ਦਿਲ ਨਾਲ ਦੇਖੋਗੇ ਤਾਂ ਵੋਟ ਪਾਉਣੀ ਜਿਹੜੀ ਤੀਜੇ ਧਿਰ ਨੂੰ ਹੁਣ ਸੋਚ ਸਮਝ ਕੇ ਪਾਇਓ, ਕਿਉਂਕਿ ਵੋਟ ਪਾਇਓ ਕੰਮ ਨੂੰ। ਜੀ। ਗੱਲਾਂ ਨੂੰ ਵੋਟਾਂ ਪਾਪਾ ਦੇਖ ਲਈਆਂ 73 ਸਾਲ ਅਸੀਂ, ਗੱਲਾਂ ਨਹੀਂ ਖਾਧੀਆਂ। ਹੁਣ ਕਿਸੇ ਨੇ ਸਟੇਜ ਤੇ ਆ ਕੇ ਕਹਿਤਾ ਗੁਟਕਾ ਚੱਕ ਕੇ ਜੀ ਮੈਂ ਐਂ ਕਰ ਦੂੰਗਾ ਜੀ, ਇਹਦਾ ਮਤਲਬ ਕਿ ਸਾਡੇ ਗੁਰੂਆਂ ਦੀ ਲਿਖੀ ਹੋਈ ਬਾਣੀ ਦੀ ਤੋਹੀਨ ਕੀਤੀ ਉਸ ਬੰਦੇ ਨੇ। ਬਿਲਕੁਲ ਜੀ। ਸਾਰਾ ਸਾਹਮਣੇ ਖੜ ਗਏ। ਕੋਈ 5 ਸਾਲ ਤੱਕ 5 ਵਾਰੀ ਮੁੱਖ ਮੰਤਰੀ ਬਣ ਕੇ ਵੀ ਕੁਝ ਨਹੀਂ ਕਰ ਸਕਿਆ ਇਸ ਪੰਜਾਬ ਦਾ, ਸਮਝ ਕੇ ਥੱਲੇ ਨੂੰ ਲਗਿਆ ਪੰਜਾਬ ਨੂੰ। ਬਿਲਕੁਲ। ਇੱਕ ਬੰਦਾ ਦਿੱਲੀ ਵਿੱਚ ਆਇਆ, ਮੈਂ ਉਹਦਾ ਨਾਂ ਲੈਣ ਦੀ ਲੋੜ ਨਹੀਂ, ਸਾਰਾ ਵਰਲਡ ਜਾਣਦਾ, ਉਹਦੀਆਂ ਪੂਰੇ ਵਰਲਡ ਦੇ ਵਿੱਚ ਫੋਟੋਆਂ ਲੱਗੀਆਂ, ਅਖਬਾਰਾਂ ਦੇ ਵਿੱਚ ਉਹਦੀ ਨਿਊਜ਼ ਆਉਂਦੀ ਆ, ਉਹਦਾ ਨਾਂ ਲੈਣ ਦੀ ਲੋੜ ਨਹੀਂ। ਉਸ ਬੰਦੇ ਨੇ ਉਹ ਕੰਮ, ਜਿਹੜੇ ਬੰਦੇ ਨੇ ਗੱਲਾਂ ਕਹੀਆਂ ਆਪਣੇ ਮੈਨੀਫੈਸਟੋ 'ਚ, ਉਹ ਤੋਂ ਜ਼ਿਆਦਾ ਡਿਲੀਵਰ ਕਰਕੇ ਦੱਸੀਆਂ। ਜੀ। ਜਦੋਂ ਵੀ ਸਾਡੀ ਇੱਕ ਫਿਦਰਤ ਆ ਵਰਿੰਦਰ ਭਾਜੀ, ਸਾਡੇ ਨਾ ਪੰਜਾਬੀਆਂ ਦੀ ਨਹੀਂ, ਸਾਰੇ ਭਾਰਤ ਦੀ ਫਿਦਰਤ ਬਣ ਗਈ ਆ ਵੀ ਚੰਗੇ ਬੰਦੇ ਦੇ ਵਿੱਚੋਂ ਅਸੀਂ ਮਾੜੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਵਿੱਚ ਕੋਈ ਇੱਕ ਚੀਜ਼ ਮਾੜੀ ਲੱਭ ਪਵੇ ਅਸੀਂ ਉਹ ਗੱਲ ਕਰ ਸਕੀਏ।
ਜੀ ਤੇ ਮਾੜੇ ਬੰਦੇ ਦੇ ਵਿੱਚ ਚੰਗੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਆ ਵੀ ਇਹ 'ਚ ਕੋਈ ਇੱਕ ਚੀਜ਼ ਚੰਗੀ ਲੱਭ ਪਵੇ ਤਾਂ ਅਸੀਂ ਇਹਦੀ ਗੱਲ ਕਰੀਏ। ਜੀ ਇਸ ਵਕਤ ਉਸ ਬੰਦੇ ਦੇ ਵਿੱਚੋਂ ਮਾੜੀ ਚੀਜ਼ ਹੀ ਲੱਭਣ ਤੁਰੇ ਹੋਏ ਆ, ਉਹਦੀ ਮਾੜੀ ਜੀ ਗੱਲ ਨੂੰ ਦਿਲ ਤੇ ਲਾ ਕੇ ਬਹਿ ਜਾਂਦੇ ਆ ਜੀ, ਪਤਾ ਨਹੀਂ ਕੀ ਹੋ ਗਿਆ। ਇਨਸਾਨ ਇਨਸਾਨ ਆ, ਇਨਸਾਨ ਭਗਵਾਨ ਨਹੀਂ ਬਣ ਸਕਦਾ। ਜੀ ਇਨਸਾਨ ਦੀ ਸੋਚ ਜਿਹੜੀ ਇੱਕ ਇਨਸਾਨ ਦੀ ਸੋਚ ਵਰਗੀ ਰਹਿੰਦੀ ਆ, ਭਗਵਾਨ ਨਹੀਂ ਬਣ ਸਕਦਾ ਉਹ। ਜੀ ਜੋ ਜੀ ਉਹਨੇ ਗਲਤੀਆਂ ਕਰਨੀਆਂ ਆ, ਪਰ ਇਹ ਦੇਖੋ ਵੀ ਉਹ ਚੰਗੇ ਕੰਮ ਕਿਹੜੇ ਕਰ ਰਿਹਾ। ਦੇਖੋ ਹੁਣ ਜਿਹੜੀ ਸਿਆਸਤ ਬਦਲਣੀ ਆ, ਇਸ ਅੰਦੋਲਨ ਨੇ ਇਹ ਸਿਆਸਤ ਬਦਲਣੀ ਆ, ਕਿਉਂਕਿ ਨੌਜਵਾਨ ਜਾਗ ਚੁੱਕਾ। ਪਹਿਲਾਂ ਜੀ। ਨੌਜਵਾਨ ਦੇ ਕੋਲ ਰਸਤਾ ਨਹੀਂ ਸੀ ਕੋਈ ਵੀ, ਬਿਲਕੁਲ ਉਹਨੂੰ ਕਰਾਹੇ ਪਾਤਾ ਗਿਆ ਸੀ, ਉਹਦੀਆਂ ਅੱਖਾਂ ਸਾਹਮਣੇ ਇਹੀ ਰੱਖਿਆ ਗਿਆ ਸੀ ਵੀ ਤੇਰਾ ਕੋਈ ਭਵਿੱਖ ਨਹੀਂ ਹੈਗਾ ਪੰਜਾਬ 'ਚ। ਜੀ ਹੁਣ ਉਹਨੂੰ ਇਹ ਪਤਾ ਲੱਗ ਗਿਆ ਵੀ ਮੈਂ ਹੈਗਾ, ਜੇ ਅਸੀਂ ਖੜੇ ਹੋ ਜਾਈਏ ਨਾ ਤਾਂ ਸਰਕਾਰਾਂ ਹਿੱਲ ਜਾਂਦੀਆਂ। ਜੀ ਜਦੋਂ ਤੁਹਾਡੇ ਸਾਹਮਣੇ ਪ੍ਰੂਫ ਆ ਜਾਂਦਾ ਨਾ ਵੀ ਕੋਈ ਤੁਹਾਡੇ ਸਾਹਮਣੇ ਹਿੱਲ ਜਾਂਦਾ, ਬੰਦੇ ਦੇ ਹੌਸਲੇ ਵੱਧ ਜਾਂਦੇ ਆ। ਜੀ ਅੱਜ ਉਹਨਾਂ ਦੇ ਹੌਸਲੇ ਵਧੇ ਹੋਏ ਆ, ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੇ ਹੌਸਲੇ ਇਦਾਂ ਹੀ ਵਧੇ ਰਹਿਣ ਤੇ ਉਹਨਾਂ ਦੀ ਸੋਝੀ ਇੰਨੀ ਵਧੀਆ ਹੋ ਜਾਏ ਕਿ ਪੰਜਾਬ ਦੀ ਜਿਹੜੀ ਅਗਲੀ ਸਰਕਾਰ ਆ ਇਦਾਂ ਦੀ ਬਣੇ ਕਿ ਜਿਹੜੀ ਸਿਰਫ ਕੰਮਾਂ ਦੇ ਕਰਕੇ ਹੋਵੇ, ਨਾ ਬਿਲਕੁਲ ਕਿ ਜੀ ਗੱਲਾਂ ਦੇ ਕਰਕੇ ਹੋਵੇ। ਜੀ ਹਾਂਜੀ। ਇਹ ਤੁਸੀਂ ਵਧੀਆ ਗੱਲ ਕੀਤੀ ਹੈ। ਹੋਪਫੁਲੀ ਜਿਹੜਾ ਆਪਣਾ ਇਹ ਅੰਦੋਲਨ ਚੱਲ ਰਿਹਾ ਉੱਥੋਂ ਆਪਾਂ ਜਿੰਨੇ ਵੀ ਆਪਣੇ ਸਾਥੀ ਉੱਥੇ ਗਏ ਹੋਏ ਆ ਕਾਫੀ ਕੁਝ ਸਿੱਖ ਕੇ ਆਉਣਗੇ। ਆ ਕੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਾ ਪੰਜਾਬ ਗਿਆ, ਪਰ ਕਾਫੀ ਪਰਸੈਂਟੇਜ ਜਿਹੜੀ ਹੈਗੀ ਆ ਪੰਜਾਬ ਦੀ ਉੱਥੇ ਗਈ ਆ, ਆਪਣੇ ਪਿੰਡਾਂ ਦੇ ਵਿੱਚੋਂ ਸਾਰੇ ਜਣੇ ਗਏ ਆ। ਸੋ ਹੋਪਫੁਲੀ ਆ ਕੇ ਜਿਹੜੇ ਉਹਨਾਂ ਦੇ ਤਜਰਬੇ ਹੋਏ ਆ, ਜਿਹੜੀ ਉਹਨਾਂ ਦਾ ਅਵੇਅਰਨੈਸ ਹੋਈ ਆ, ਉੱਥੇ ਨਵੀਆਂ ਜਾਣਕਾਰੀਆਂ ਉਹਨਾਂ ਨੂੰ ਮਿਲੀਆਂ, ਉਹ ਆਪਣੇ ਪਿੰਡਾਂ ਦੇ ਵਿੱਚ ਸ਼ੇਅਰ ਕਰਨ ਆਪਣੇ ਸਾਥੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ। ਤਾਂ ਜਿਹੜੀ ਚੇਂਜ ਹੁੰਦੀ ਹੈ ਇਦਾਂ ਹੀ ਸ਼ੁਰੂ ਹੁੰਦੀ ਹੈ, ਛੋਟੇ ਲੈਵਲ ਤੋਂ ਸ਼ੁਰੂ ਹੁੰਦੀ ਹੈ। ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਮਝਣ ਕਿ ਸਾਡੇ ਵਾਸਤੇ ਬੈਸਟ ਕੀ ਹੈ, ਸਾਡੇ ਵਾਸਤੇ ਬੈਸਟ ਲੀਡਰ ਕੌਣ ਹੈਗਾ, ਜਿਹੜਾ ਸਾਡੇ ਪਿੰਡ ਨੂੰ, ਸਾਡੇ ਇਲਾਕੇ ਨੂੰ, ਸਾਡੀ ਸਟੇਟ ਨੂੰ ਕਿੱਦਾਂ ਲੀਡ ਕਰ ਸਕਦਾ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਅੰਦੋਲਨ ਹੈ, ਜਿਸ ਵਾਸਤੇ ਆਪਾਂ ਸਾਰੇ ਬੈਠੇ ਆ, ਆਪਾਂ ਸਕਸੈਸਫੁਲੀ ਜਿਹੜੇ ਉਹ ਕਾਨੂੰਨ ਕਾਲੇ ਲੈ ਕੇ ਆਏ ਆ ਉਹਨਾਂ ਨੂੰ ਆਪਾਂ ਕੈਂਸਲ ਕਰਵਾਈਏ। ਜ਼ੋਰ ਲੱਗਿਆ ਹੋਇਆ ਆਪਣੇ ਸਾਰੇ ਸਾਥੀਆਂ ਦਾ, ਸਰਕਾਰ ਦਾ ਵੀ ਬਹੁਤ ਜ਼ੋਰ ਲੱਗਿਆ। ਉਹਨਾਂ ਨੂੰ ਵੀ ਪਤਾ ਕਿ ਜੇ ਇੱਕ ਵਾਰੀ ਅਸੀਂ ਇਹਨੂੰ ਕੈਂਸਲ ਕਰ ਦਿੱਤਾ ਤਾਂ ਸਾਡੀ ਹੇਠੀ ਹੋ ਜਾਣੀ ਹੈ, ਪਰ ਫਿਰ ਵੀ ਪ੍ਰੈਸ਼ਰ ਹੀ ਇੰਨਾ ਜੁੜ ਗਿਆ। ਜੇ ਆਪਾਂ UN ਦੀ ਗੱਲ ਕਰੀਏ, UN ਵੀ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ, ਇੰਡੀਅਨ ਗਵਰਨਮੈਂਟ ਨੂੰ, ਕਿ ਜਿਹੜਾ ਇਹ ਮੁੱਦਾ ਚੱਲ ਰਿਹਾ ਇਹਦੇ ਤੇ ਤੁਸੀਂ, ਕਿਉਂਕਿ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ, ਕਿਉਂਕਿ ਉੱਥੇ ਇੰਨੇ ਲੋਕ ਬੈਠੇ ਆ। ਖਾਣ ਪੀਣ ਦਾ ਅਸੀਂ ਆਪਣੇ ਲੈਵਲ ਤੇ ਤਾਂ ਵਧੀਆ ਪ੍ਰਬੰਧ ਕੀਤਾ, ਪਰ ਹਿਊਮਨ ਰਾਈਟਸ ਜਦੋਂ ਆਪਣੇ ਉੱਪਰ ਲੈਵਲ ਤੇ ਦਿਖਦਾ ਹੈ ਕਿ ਕਿੰਨੇ ਲੋਕ ਸੜਕਾਂ ਤੇ ਇੰਨੀ ਠੰਡ ਦੇ ਵਿੱਚ ਬੈਠੇ ਆ, ਤਾਂ ਹਿਊਮਨ ਰਾਈਟਸ ਦੀ ਤੋਹੀਨ ਹੁੰਦੀ ਹੈ ਇਹ। ਸੋ ਉਮੀਦ ਕਰਦੇ ਹਾਂ ਕਿ ਜਿਸ ਅੰਦੋਲਨ ਦੇ ਵਿੱਚ ਆਪਾਂ ਅੱਜ ਬੈਠੇ ਆ, ਜਿੱਤ ਕੇ ਮੁੜਾਂਗੇ ਇੱਥੋਂ। ਜਿੱਤ ਕੇ ਸਿਰਫ ਇਹ ਕਾਲੇ ਕਾਨੂੰਨਾਂ ਤੋਂ ਹੀ ਨਹੀਂ ਜਿੱਤ ਪ੍ਰਾਪਤ ਕਰਨੀ ਆਪਾਂ। ਮੇਰੇ ਖਿਆਲ ਦੇ ਵਿੱਚ ਅਸੀਂ ਕੁਝ ਨਵੀਆਂ ਗੱਲਾਂ, ਨਵੇਂ ਜਿਹੜੇ ਤਰੀਕੇ ਸਿੱਖ ਕੇ ਆਵਾਂਗੇ, ਜਿਹੜੇ ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਇੰਪਲੀਮੈਂਟ ਕਰਕੇ ਆਪਣੇ ਇਲਾਕੇ ਦੀ ਜਿਹੜੀ ਆਪਾਂ ਖੁਸ਼ਹਾਲੀ ਪੈਦਾ ਕਰ ਸਕੀਏ ਆਪਣੇ ਇਲਾਕੇ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਾਥੀ ਫੇਸਬੁੱਕ ਚਰਚਾ ਤੇ ਅੱਜ ਸਾਡੇ ਨਾਲ ਜੁੜੇ, ਸਾਰੇ ਸਾਥੀਆਂ ਦਾ ਸਾਡੇ ਨਾਲ ਜੁੜਨ ਤੇ, ਸਾਡੇ ਪ੍ਰੋਗਰਾਮ ਨੂੰ ਲਾਈਕ ਕਰਨ ਤੇ, ਸ਼ੇਅਰ ਕਰਨ ਤੇ ਬਹੁਤ ਬਹੁਤ ਧੰਨਵਾਦ। ਮੈਂ ਚਰਨਜੀਤ ਗਰੇਵਾਲ ਅੰਕਲ ਜੀ ਦਾ ਤੇ ਅਮਰਜੀਤ ਵੀਰ ਜੀ, ਤੁਹਾਡਾ ਦੋਨਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਆਏ। ਕੱਲ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਸਾਥੀਆਂ ਦੇ ਨਾਲ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਤੁਹਾਡੇ ਵਿੱਚੋਂ ਵੀ ਜੋ ਵੀ ਸਾਥੀ ਪ੍ਰੋਗਰਾਮ ਦੇਖਦੇ ਆ, ਚਾਹੇ ਉਹ ਲੀਡਰਸ਼ਿਪ ਦੇ ਲੈਵਲ ਤੇ ਹੈਗੇ, ਚਾਹੇ ਪੋਲੀਟੀਕਲ ਲੈਵਲ ਤੇ ਆ, ਚਾਹੇ ਸੋਸ਼ਲ ਲੈਵਲ ਤੇ ਹੈਗੇ ਆ, ਚਾਹੇ ਇੱਕ ਸਧਾਰਨ ਇਨਸਾਨ ਜਿਹੜਾ ਉੱਥੇ ਪਾਰਟਿਸਿਪੇਟ ਕਰ ਰਿਹਾ ਅੰਦੋਲਨ ਦੇ ਵਿੱਚ, ਜਾਂ ਕੋਈ ਆਪਣੇ ਪਿੰਡ ਦੇ ਵਿੱਚ ਵੀ ਬੈਠਾ ਹੈ ਕਿ ਮੇਰਾ ਜੀ ਕਰਦਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਾਂ, ਤਾਂ ਸਾਨੂੰ ਇੱਕ ਮੈਸੇਜ ਛੱਡ ਦਿਓ, ਆਪਣਾ ਫੋਨ ਨੰਬਰ ਛੱਡ ਦਿਓ, ਅਸੀਂ ਤੁਹਾਨੂੰ ਸੰਪਰਕ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਚਾਹੇ 5 ਮਿੰਟ, 10 ਮਿੰਟ ਜਾਂ 1 ਘੰਟੇ ਵਾਸਤੇ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਸਾਰੇ ਹੀ ਸਾਥੀਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਧੰਨਵਾਦ। ਅਮਰਜੀਤ ਤੇ ਚਰਨਜੀਤ ਅੰਕਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਮਿਲਦੇ ਹਾਂ ਕੱਲ ਇੱਕ ਨਵਾਂ ਪ੍ਰੋਗਰਾਮ ਲੈ ਕੇ। ਜਾਂਦੇ ਹੋਏ ਇੱਕ ਗੱਲ ਮੈਂ ਕਹਿੰਦਾ ਕਿ ਜਿਹੜਾ ਵੀ ਕੋਈ ਇਨਸਾਨ ਸੋਚਦਾ ਕਿ ਮੈਂ ਕੀ ਕਰ ਸਕਦਾ, ਹਰ ਇੱਕ ਬੰਦੇ ਦਾ ਫਰਜ਼ ਬਣਦਾ, ਹਰ ਇੱਕ ਇਨਸਾਨ ਦਾ ਸੱਚ ਦੇ ਨਾਲ ਖੜਨ ਵਾਸਤੇ ਫਰਜ਼ ਬਣਦਾ ਉਹਦਾ। ਸੱਚ ਦੀ ਗੱਲ ਕਰਨੀ ਚਾਹੀ ਪੈਣੀ ਆ। ਜੇ ਤੁਸੀਂ ਨਹੀਂ ਕਰੋਗੇ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਲੈ ਰਹੇ ਹੋ, ਆਪਦੇ ਬੱਚਿਆਂ ਨੂੰ ਤੁਸੀਂ ਅਸਲੀਅਤ ਨਹੀਂ ਦਿਖਾ ਰਹੇ ਹੈਗੇ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਨੇ, ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਸ਼ਾਂਤੀਪੂਰਵਕ ਦੇ ਨਾਲ ਇਸ ਅੰਦੋਲਨ ਦੀ ਮਦਦ ਕਰਨ ਤੇ ਅੰਦੋਲਨ ਦੇ ਵਿੱਚ ਜਾਣ। ਇੰਨਾ ਕਹਿੰਦਾ ਹੋਇਆ, ਜੈ ਜਵਾਨ ਜੈ ਕਿਸਾਨ। ਜਾਣ ਲੱਗਿਆ ਹਾਂਜੀ ਅਮਰਜੀਤ ਵੀਰ ਜੀ ਗੱਲ ਕੀਤੀ, ਮੈਂ ਵੀ ਇੱਕ ਗੱਲ ਹੀ ਕਰੂੰਗਾ। ਕਰੋ ਜੀ। ਦੇਖੋ, ਜਿਹੜਾ ਬੰਦਾ ਤੁਹਾਨੂੰ ਕਹਿੰਦਾ ਨਾ ਵੀ ਕਿਸਾਨ ਉੱਥੇ ਇਕੱਠੇ ਕਿਉਂ ਹੋਏ ਆ, ਜੇ ਤੁਹਾਡੇ ਚ ਕੋਈ ਵੀ ਦਰਸ਼ਕ ਸੁਣ ਰਿਹਾ, ਜਿਹੜਾ ਬੰਦਾ ਇੱਕ ਬਾਂਹ ਤੇ ਸੱਟ ਲੱਗੀ ਤੇ ਵੀ ਕਿਤੇ ਨਹੀਂ ਜਾਂਦਾ ਸੀ, ਅੱਜ ਉਹ ਦਿੱਲੀ ਆ ਕੇ ਬੈਠਾ, ਇਹਦਾ ਮਤਲਬ ਕਿ ਕੋਈ ਰੀਜ਼ਨ ਆ।
ਬਿਲਕੁਲ ਜੀ ਕਰਕੇ ਉਹਨੂੰ ਜਵਾਬ ਪੁੱਛਿਓ ਵੀ ਜਿਸ ਬੰਦੇ ਦੇ ਕਿਤੇ ਸਰੀਰ ਤੇ ਮਾੜੀ ਜਿਹੀ ਸੱਟ ਲੱਗ ਜਾਂਦੀ ਸੀ ਉਹ ਘਰ ਨਹੀਂ ਜਾਂਦਾ ਸੀ, ਅੱਜ ਉਹ ਜੀ। ਦਿੱਲੀ ਦੇ ਬਾਰਡਰ ਤੇ ਬੈਠਾ ਹੈ, ਮਤਲਬ ਕੋਈ ਰੀਜ਼ਨ ਆ। ਸੋ ਇਨਕਲਾਬ ਜਿੰਦਾਬਾਦ, ਜਿੰਦਾਬਾਦ। ਜਿੰਦਾਬਾਦ ਕਿਸਾਨ ਕਿਸਾਨ ਏਕਤਾ ਮਜ਼ਦੂਰ ਏਕਤਾ ਜਿੰਦਾਬਾਦ। ਜਿੰਦਾਬਾਦ। ਸੋ